ਗੱਲਾਂ ਦੇ ਵਿੱਚ ਆ ਗਿਆ। ਉਹਨੇ ਕਿਹਾ ਫਿਰ ਤੇਰਾ ਟੋਟਲ ਲੱਗੇਗਾ 4 ਲੱਖ ਰੁਪਇਆ, ਨਹੀਂ ਤੇ ਇਟਲੀ ਦਾ ਵੀਜ਼ਾ ਤੇ 15 ਲੱਖ ਦਾ ਵੀ ਨਹੀਂ ਆਉਂਦਾ। ਮੈਂ ਕਿਹਾ ਠੀਕ ਹੈ ਭਾਈ, ਜਿਹੜਾ ਨਾ ਅਗਰ ਆਉਂਦਾ ਉਹਨੇ ਕਿਹਾ ਦੱਸੀ ਕਿਸੇ ਨੂੰ ਵੀ ਨਾ। ਆਪਣੇ ਇੱਕ ਦੋ ਦੋਸਤ ਹੈ ਜਿਹੜੇ ਤੇਰੇ ਹਮਰਾਜ ਆ, ਉਹਨਾਂ ਨੂੰ ਤੂੰ ਤਿਆਰ ਕਰ ਲੈ। ਮੈਂ ਆਪਣੇ ਬੋਲੀਆਂ ਦੇ ਪਿੱਛੇ ਪੈ ਗਿਆ 2 ਦਿਨ। ਉਹਨਾਂ ਨੇ ਕਿਹਾ ਠੀਕ ਹੈ ਜੀ, 2 ਦੇ ਤਿਆਰ ਹੁੰਦੇ 3 ਹੋ ਗਏ ਤਿਆਰ। ਉਹਨੇ ਜੀ ਲੱਖ ਰੁਪਇਆ ਸਾਡੇ ਕੋਲ ਇੱਥੇ ਜਿਹੜਾ ਨਾ ਇੱਕ ਜ਼ੁਲੈਖਾ ਬੀਬੀ ਹੈ, ਉਹਨੇ ਕਿਹਾ ਜੀ ਇਸ ਅਕਾਊਂਟ ਦੇ ਵਿੱਚ ਜਿਹੜਾ ਨਾ ਤੁਸੀਂ ਲੱਖ ਰੁਪਇਆ ਜਿਹੜਾ ਨਾ ਜਮ੍ਹਾਂ ਕਰਾ ਦਿਓ। ਅਸੀਂ 4 ਲੱਖ ਰੁਪਇਆ 4 ਦੋਸਤਾਂ ਨੇ ਜਮ੍ਹਾਂ ਕਰਾ ਛੱਡਿਆ। ਫਿਰ ਉਸ ਬੰਦੇ ਨੇ ਸਾਡੀ ਟਿਕਟ ਲਈ। ਉਹਨੇ ਜਿਹੜਾ ਨਾ ਸਾਨੂੰ ਇੱਥੋਂ ਏਅਰਪੋਰਟ ਤੋਂ ਜਿਹੜਾ ਲੈ ਕੇ ਗਿਆ, ਉਹਨੇ ਸ਼ਹਿਰ ਦੇ ਵੀਜ਼ੇ ਲਵਾਏ ਸਾਡੇ ਸੁਡਾਨ ਦੇ। ਠੀਕ ਹੈ ਨਾ, ਅਸੀਂ ਉਹਨੂੰ ਪਾਸਪੋਰਟ ਦੀ ਉਹਨੇ ਵੀਜ਼ਾ ਲਵਾ ਕੇ ਦੇ ਛੱਡਿਆ। ਅਸੀਂ ਨਾਲ ਉਹਦੇ ਚਲੇ, ਉਹ ਸਾਡੇ ਨਾਲ ਗਿਆ ਬਕਾਇਦਾ। ਫਿਰ ਅੱਗੇ ਜਾ ਕੇ ਜਿਸ ਟਾਈਮ ਉਹਨੇ ਸੁਡਾਨ ਲੱਥੇ ਨਾ, ਸਾਨੂੰ ਰਸਤੇ ਦੇ ਵਿੱਚ ਹੀ ਕਹਿਣ ਲੱਗ ਗਿਆ ਕਿ ਯਾਰ ਇੱਥੇ ਜਿਹੜਾ ਨਾ ਸੁਡਾਨ ਦੇ ਜਿਸ ਵਕਤ ਐਂਟਰੀ ਹੁੰਦੀ ਹੈ ਨਾ, ਬੜੀ ਮੁਸ਼ਕਿਲ ਨਾਲ ਹੁੰਦੀ ਹੈ। ਤੁਸੀਂ ਬੇਫਿਕਰ ਹੋ ਜਾਵੇ, ਜਿਵੇਂ ਤੁਸੀਂ ਜਹਾਜ਼ ਦੇ ਵਿੱਚੋਂ ਲਓਗੇ ਨਾ, ਤੁਹਾਨੂੰ ਅਲੱਗਾ ਗੱਡੀ ਲੈਣ ਵਾਸਤੇ ਖਲੋਤੀ ਹੋਏਗੀ। ਤੇ ਉਹਦਾ ਉੱਥੇ ਜਿਹੜਾ ਨਾ ਇੱਕ ਦੋਸਤ ਸੀਗਾ ਉੱਥੇ, ਸਾਲੇ ਮੁਹੰਮਦ। ਜਿਸ ਵਕਤ ਏਅਰਪੋਰਟ ਤੇ ਗਏ ਨਾ, ਤੇ ਉਹ ਸਾਰੇ ਬੰਦੇ ਬੱਸ ਨੂੰ ਚੜ੍ਹ ਗਏ, ਸਾਨੂੰ ਉਹਨੇ ਕਾਰ ਵਿੱਚ ਵਾੜ ਲਿਆ। ਅਸੀਂ ਉਹ ਕਾਰ ਦੇ ਵਿੱਚ ਬਹਿ ਗਏ। ਉਸ ਤੋਂ ਬਾਅਦ ਉਹਨੇ ਜਿਹੜਾ ਨਾ ਜੰਗਲੇ ਦੇ ਕੋਲ ਲਿਆ ਕੇ ਬਾਹਰ ਇੱਕ ਗੱਡੀ ਖਲੋਤੀ ਹੋਈ ਸੀ ਕਾਰ। ਉਹਨੇ ਜਿਹੜਾ ਜੰਗਲੇ ਦੇ ਥਾਣੇ ਜਿਹੜਾ ਨਾ ਤੁਸੀਂ ਇਹ ਬੈਗ ਦਿਓ, ਤੇ ਜਿਹੜਾ ਨਾ ਸਾਹਮਣੇ ਬੰਦਾ ਗੱਡੀ ਦੇ ਵਿੱਚ ਰੱਖ ਲੈਂਦਾ। ਅਸੀਂ ਜਿਹੜਾ ਨਾ ਕਹਿੰਦਾ ਯਾਰ ਫਿਰ ਤੁਸੀਂ ਕੀ ਏਅਰਪੋਰਟ ਦੇ ਵਿੱਚੋਂ ਲੰਘੇ, ਤੁਸੀਂ ਇੱਥੋਂ ਹੀ ਲੰਘ ਜਾਓ। ਸਾਡੀ ਉਹਨੇ ਇੱਥੋਂ ਐਂਟਰੀ ਪਾਈ ਸੁਡਾਨ ਦੀ, ਕਿਉਂਕਿ ਅਸੀਂ ਸੁਡਾਨ ਗਏ। ਫਿਰ ਉਸ ਬੰਦੇ ਨੇ ਸੁਡਾਨ ਦੇ ਵਿੱਚ ਜਿਹੜਾ ਨਾ ਸਾਡੀ ਐਂਟਰੀ ਵੀ ਨਾ ਪਵਨ ਦਿੱਤੀ, ਯਾਨੀ ਕਿ ਏਅਰਪੋਰਟ ਦੇ ਵਿੱਚ ਨਾ। ਸਾਲੇ ਮੁਹੰਮਦ ਜਿਹੜਾ ਸੀਗਾ ਸਾਨੂੰ ਲੈ ਕੇ ਚਲਾ ਗਿਆ, ਜਿਹਨਾਂ ਲਈ ਆਪਣੀ ਕੋਠੀ ਤੇ। ਉਹਨੇ ਬੜਾ ਸੋਹਣਾ ਨਾਸ਼ਤਾ ਕਰਵਾਇਆ ਸਾਨੂੰ, ਸਵੇਰੇ ਰਾਤੀ ਜਾਂਦੇ ਖਾਣਾ ਖਵਾਇਆ, ਸਵੇਰੇ ਸੋਹਣਾ ਨਾਸ਼ਤਾ ਕਰਵਾਇਆ। ਸੋਹਣਾ ਨਾਸ਼ਤਾ ਕਰਾ ਕੇ ਉਹਨੇ ਕਿਹਾ ਜੀ ਇੱਥੇ 2 ਦਿਨ ਫੇਰ ਲਓ। 2 ਦਿਨ ਫਿਰੇ। ਜਿਹੜਾ ਉਹ ਅਲੀ ਸ਼ੇਰ ਸੀ ਨਾ, ਉਹ ਕਹਿਣ ਲੱਗਾ ਯਾਰ ਤੁਸੀਂ ਮੈਨੂੰ ਜਿਹੜਾ ਨਾ ਬਕਾਇਆ ਜਿਹੜਾ ਤੁਹਾਡਾ 3 ਲੱਖ ਰੁਪਈਆ ਹੈ ਨਾ, ਉਹ ਤੁਸੀਂ ਜਿਹੜਾ ਨਾ ਉਹ ਮੈਨੂੰ ਦਿਓ, ਉਹ ਮੈਨੂੰ ਦਿਓ। ਮੈਂ ਉਹਨੂੰ ਕਿਹਾ ਯਾਰ ਅਸੀਂ ਤੇ ਇੱਥੇ ਜਿਹੜੇ ਇੰਨੇ ਪੈਸੇ ਲੈ ਕੇ ਕੋਈ ਨਹੀਂ ਆਏ। ਉਹਨੇ ਕਿਹਾ ਹਾਂ ਤੁਸੀਂ ਨਹੀਂ ਨਾ ਲੈ ਕੇ ਆਏ, ਤੁਸੀਂ ਜਿਹੜਾ ਯਾਨੀ ਕਿ ਜਿਹੜਾ ਤੁਹਾਡਾ ਪਿੱਛੇ ਵਾਲੀ ਵਾਰਸ। ਮੈਂ ਤੇ ਆਪਣੇ ਇੱਕ ਦੋਸਤ ਨੂੰ ਜਿਹੜਾ ਨਾ ਜ਼ਿੰਮੇ ਕਰਕੇ ਆਇਆ ਸੀਗਾ ਕਿ ਮੇਰੇ ਯਾਰ 3 ਲੱਖ ਰੁਪਈਆ ਮੈਂ ਤੈਨੂੰ ਫੋਨ ਕਰਾਂ ਤੇ ਅਲੀ ਸ਼ੇਰ ਨੂੰ ਦੇ ਰਹੀ ਹੈ, ਇਸ ਅਕਾਊਂਟ ਜਮ੍ਹਾਂ ਕਰਾ ਦੇ। ਉਹਨੇ ਕਿਹਾ ਠੀਕ ਹੈ। ਉਹਨੇ ਕਿਹਾ ਫੋਨ ਕਰ ਉਹਨੂੰ, ਜਿਹੜਾ ਨਾ ਅਕਾਊਂਟ ਜਮ੍ਹਾਂ ਕਰਾ। ਸਵੇਰੇ ਤੁਸੀਂ ਜਿਹੜਾ ਨਾ ਇੱਥੋਂ ਬਾਈ ਰੋਡ ਜਿਹੜਾ ਨਾ ਉੱਥੇ ਜਾਓਗੇ ਲੀਬੀਆ। ਮੈਂ ਕਿਹਾ ਠੀਕ ਹੈ। ਮੈਂ ਉਹਨੂੰ ਆਪਣੇ ਦੋਸਤ ਨੂੰ ਉੱਥੋਂ ਫੋਨ ਕੀਤਾ। ਮੈਂ ਕਿਹਾ ਯਾਰ ਕਿਉਂਕਿ ਅਲੀ ਸ਼ੇਰ ਇਤਨਾ ਕੋਈ ਚਲਾਕ ਬੰਦਾ, ਇਤਨਾ ਕੋਈ ਸ਼ਾਤਰ ਬੰਦਾ ਕਿ ਉਹਦੀ ਜ਼ੁਬਾਨ ਤੋਂ, ਉਹਦੇ ਲਹਿਜੇ ਤੋਂ, ਉਹਦੀ ਗੱਲ ਤੋਂ ਮੈਨੂੰ ਮਹਿਸੂਸ ਹੀ ਨਾ ਹੋਵੇ ਕਿ ਮੇਰੇ ਨਾਲ ਕੀ ਕਰ ਰਿਹਾ। ਮੈਂ ਉਹਨੂੰ ਪਿੱਛੇ ਫੋਨ ਕੀਤਾ। ਮੈਂ ਕਿਹਾ ਭਾਈ ਜਿਹੜਾ ਨਾ ਇਹਦੇ ਅਕਾਊਂਟ ਜਿਹੜਾ ਨਾ ਪੈਸੇ ਜਮ੍ਹਾਂ ਕਰਾ ਦੇ। ਉਹਦਾ ਨੈਟਵਰਕ ਏਡਾ ਤੇ ਜਿਵੇਂ ਪੈਸੇ ਉਹਦੇ ਅਕਾਊਂਟ ਜਮ੍ਹਾਂ ਹੋਏ ਤੇ ਜਿਹੜਾ ਨਾ ਉਹਦੇ ਪੁੱਤਰ ਨੇ ਉਹਨੂੰ ਫੋਨ ਕਰ ਛੱਡਿਆ ਸੁਡਾਨ ਦੇ ਵਿੱਚ ਕਿ ਅੱਬਾ ਜੀ ਇਹਨਾਂ ਦੇ ਪੈਸੇ, ਇੱਕ ਬੰਦੇ ਦੇ ਪੈਸੇ ਆ ਗਏ। ਫਿਰ ਉਹ ਘੰਟੇ ਬਾਅਦ ਉਹਨਾਂ ਨੇ ਫੋਨ ਕੀਤਾ ਕਿ ਅੱਬਾ ਜੀ 3 ਬੰਦਿਆਂ ਦੇ ਪੈਸੇ ਇੱਥੇ ਆ ਗਏ। ਉਹਨਾਂ ਨੇ ਜੀ ਸਾਨੂੰ ਉਹਦੇ ਸਾਲੇ ਮੁਹੰਮਦ ਨੇ ਅੱਗੇ ਜਿਹੜਾ ਕੋਈ ਅਬਦੁਲ ਮਾਲਕ ਬਿਨ ਕਬੂਸ ਐਂ ਦਾ ਕੋਈ ਉਹਦਾ ਨਾਂ ਸੀਗਾ। ਉਹਨੇ ਸਾਨੂੰ ਉਹਦੇ ਹਵਾਲੇ ਕਰ ਛੱਡਿਆ। ਕਾਲਾ ਜਿਹਾ ਬੱਦੂ ਸੀਗਾ। ਉਹਨੇ ਕਿਹਾ ਜੀ ਤੁਹਾਡੀ ਜਿਹੜਾ ਨਾ ਸਵੇਰੇ ਤੁਹਾਡਾ ਸਫ਼ਰ ਸ਼ੁਰੂ ਹੋ ਜਾਏਗਾ ਤੇ ਤੁਸੀਂ ਅੱਜ ਦੀ ਦਿਹਾੜ ਫਿਰ ਫੁਰ ਲਓ, ਰਾਤੀ ਆਰਾਮ ਕਰ ਲਓ। ਅਸੀਂ ਠੀਕ ਹੈ। ਸਾਨੂੰ ਲੈ ਕੇ ਚਲੇ ਗਏ ਜੀ ਗੱਡੀ ਦੇ ਵਿੱਚ ਬਾਇਆ, ਤੇ ਉਹ ਟੋਟਲ ਹੀ ਬਸ 72 ਬੰਦਿਆਂ ਦੀ ਉਹ ਇਸੇ ਕੰਮ ਵਾਸਤੇ ਸੀਗੇ। ਉਹ ਕੋਈ ਇੰਡੀਆ ਦਾ, ਕੋਈ ਜਿਹੜਾ ਨਾ ਬੰਗਲਾਦੇਸ਼ੀ, ਕੋਈ ਜਿਹੜਾ ਨਾ ਨੇਪਾਲ ਦਾ, ਕੋਈ ਕਿਤੇ ਦਾ। ਵੱਲਾ ਆਲਮ ਉੱਥੇ ਪਹੁੰਚੇ ਕਿਵੇਂ। ਅਸੀਂ 3 ਬੰਦੇ ਜਿਹੜੇ ਸੀ ਨਾ ਉਹ ਉੱਥੇ ਦੇ ਸੀਗੇ, ਕੀ ਨਾਲ ਪਾਕਿਸਤਾਨੀ, 4 ਬੰਦੇ ਪਾਕਿਸਤਾਨੀ ਸੀਗੇ। ਜਿਸ ਵਕਤ ਸਾਨੂੰ ਉੱਥੇ ਲੈ ਕੇ ਗਏ ਆ ਜਿਹੜਾ ਨਾ ਗੱਡੀ ਦੇ ਵਿੱਚ ਪਾ ਕੇ, ਜਿਹੜਾ ਥੋੜੀ ਦੂਰ ਯਾਨੀ ਕਿ 3 ਘੰਟੇ ਗੱਡੀ ਚਲੀ ਹੈ। ਉੱਥੇ ਉਹਨਾਂ ਦੇ ਜਿਹੜਾ ਨਾ ਸੜਕ ਦੇ ਨਾਲ ਹੀ ਨਾ ਡਾਲੇ ਖਲੋਤੇ ਹੋਏ ਸੀਗੇ। ਉਹਨਾਂ ਨੇ ਕਿਹਾ ਲੈ ਜਾਓ ਤੁਸੀਂ ਸਾਰੇ ਬੰਦੇ ਥੱਲੇ। ਅਸੀਂ ਸਾਰੇ ਬੰਦੇ ਥੱਲੇ ਲੈ ਕੇ ਕਹਿੰਦੇ ਜੀ ਚਲੋ ਜੀ ਹੁਣ ਡਾਲਿਆਂ ਤੇ ਚੜ੍ਹ ਜਾਓ ਤੁਸੀਂ, ਕਿਉਂਕਿ ਅੱਗੇ ਚੈੱਕ ਪੋਸਟ ਹੈ ਤੇ ਤੁਸੀਂ ਜਿਹੜਾ ਨਾ ਡਾਲਿਆਂ ਦੇ ਬੱਸ ਜਾਂਦੀ ਹੈ ਅੱਗੇ, ਚੈੱਕ ਪੋਸਟ ਖਾਲੀ ਕ੍ਰਾਸ ਕਰ ਜਾਏਗੀ, ਤੁਹਾਨੂੰ ਉੱਤੋਂ ਦੀ ਵਲਾ ਕੇ ਜਿਹੜਾ ਨਾ ਚੈੱਕ ਪੋਸਟ ਦੇ ਅਗਲੇ ਪਾਸੇ ਜਿਹੜਾ ਨਾ ਗੱਡੀ ਖੜੀ ਹੋਏਗੀ, ਫਿਰ ਤੁਸੀਂ ਗੱਡੀ ਤੇ ਚੜ੍ਹ ਜਾਏ। ਅਸੀਂ ਚਲੋ ਠੀਕ ਹੈ ਬਈ। ਉਹਨਾਂ ਨੇ ਭਾਈ ਜਿਹੜਾ ਨਾ ਗੱਡੀ ਦੇ ਉੱਤੇ ਚਲਾ ਕੇ ਤੇ ਡਾਲਿਆਂ ਦੇ ਉੱਤੇ ਚਾੜ ਲਿਆ। ਉਹਦੇ ਵਿੱਚ ਪਾਣੀ ਵੀ, ਖਜੂਰਾਂ ਵੀ, ਜਿਹੜਾ ਨਾ ਛੋਲੇ ਵਗੈਰਾ ਉਹਨਾਂ ਨੇ ਉਹਦੇ ਵਿੱਚ ਨਾ ਜਿਹੜਾ ਨਾ ਗੱਡੀ ਦੇ ਵਿੱਚ ਲੱਦੇ ਡਾਲਿਆਂ ਦੇ ਵਿੱਚ। ਸਾਨੂੰ ਉਹਨਾਂ ਨੇ ਉਹਦੇ ਉੱਤੇ ਬਹਾ ਲਿਆ।
ਚਲੋ ਜੀ ਟੋਰ ਉਹਨਾਂ ਨੇ ਜੋ ਗੱਡੀ ਟੋਰਨੀ ਸ਼ੁਰੂ ਕੀਤੀ, ਉਹ ਭੈਣ ਚ ਨਾ ਚੈੱਕ ਪੋਸਟ ਆਵੇ ਤੇ ਨਾ ਜਿਹੜਾ ਨਾ ਉਹ ਰਸਤਾ ਖਤਮ ਹੋਵੇ, ਤੇ 4 ਚਫੇਰੇ ਅਸੀਂ ਨਜ਼ਰ ਮਾਰੀਏ, ਮੈਂ ਕਹਿੰਦਾ ਬੰਦੇ ਹੀ ਬੰਦੇ। ਆਖਿਰੀ ਰਾਤ ਹੋ ਗਈ, ਸਾਰਾ ਦਿਨ ਤੁਰਦੇ ਹੋਏ ਨਾ ਉਹਨੂੰ ਰਾਤ ਹੋ ਗਈ। ਅੱਛਾ, ਜਿਸ ਵਕਤ ਰਾਤ ਹੋਈ ਹੈ, ਅਸੀਂ ਉਸ 4 ਡਾਲਿਆਂ ਦੇ ਵਿੱਚ, ਮੈਂ ਕਹਿ ਰਿਹਾ 4 ਡਾਲਿਆਂ ਦੇ ਵਿੱਚ 70 ਬੰਦਾ ਸੀ ਜਿਹੜਾ ਨਾ ਉਹਨਾਂ ਨੇ ਲੱਦਿਆ ਹੋਇਆ। 72 ਬੰਦਾ ਉਹਨੇ ਲੱਦਿਆ ਹੋਇਆ, ਤੇ ਇਤਨਾ ਔਖਾ, ਨਾ ਉਹਨਾਂ ਨੇ ਕਿਤੇ ਪਿਸ਼ਾਬ ਕਰਵਾਇਆ, ਨਾ ਉਹਨਾਂ ਨੇ ਕਿਹਾ ਜਿਹੜਾ ਤੁਸੀਂ ਐਂ ਕਰੋ। ਅੱਛਾ, ਫਿਰ ਸਾਡੇ ਨਾਲ ਇੱਕ ਸੀਗਾ ਬੰਗਾਲੀ, ਬੰਗਲਾਦੇਸ਼ ਦਾ, ਉਹਨੂੰ ਥੋੜੀ ਬਹੁਤੀ ਉਰਦੂ ਆਉਂਦੀ ਸੀਗੀ, ਉਹਦੇ ਨਾਲ ਮੇਰੀ ਦੁਆ ਸਲਾਮ ਹੋ ਗਈ। ਮੈਂ ਕਿਹਾ ਪਹਿਲੀ ਵਾਰੀ ਜਾ ਰਿਹਾ? ਕਹਿੰਦਾ ਹਾਂਜੀ ਪਹਿਲੀ ਵਾਰੀ ਜਾ ਰਿਹਾ। ਤੇ ਮੈਨੂੰ ਜਿਹੜਾ ਨਾ ਗਰੁੱਪ ਹੈ, ਸਾਲੇ ਮੁਹੰਮਦ ਦਾ ਗਰੁੱਪ ਹੈ, ਜਿਹੜਾ ਨਾ ਉਹਨੇ ਜਿਵੇਂ ਸਾਡੀ ਐਂਟਰੀ ਨਹੀਂ ਪਾਉਣ ਦਿੱਤੀ ਨਾ, ਉਸ ਬੰਗਾਲੀ ਦੀ ਵੀ ਇੰਜੇ ਐਂਟਰੀ ਨਹੀਂ ਪਈ। ਉਸ ਉਹਨੂੰ ਵੀ ਜਿਹੜਾ ਜੰਗਲੇ ਦੇ ਥਾਣੀ ਕੱਢ ਦਿੱਤਾ ਉਹਨਾਂ ਨੇ। ਅੱਛਾ ਚਲੋ ਜੀ, ਅਸੀਂ ਜਿਸ ਟਾਈਮ ਰਾਤ ਹੋਈ, ਰਾਤ ਹੋ ਕੇ ਉਹਨੇ ਜਿਹੜਾ ਨਾ ਗੱਡੀਆਂ ਲਾਈਆਂ ਸਾਈਡ ਤੇ, ਉਹਨੇ ਕਿਹਾ ਚਲੋ ਜੀ ਹੁਣ ਰੇਤ ਤੇ ਜਿਹੜਾ ਨਾ ਲੰਮੇ ਪੈ ਜਾਓ ਸਹਿ ਜਾਓ। ਅੱਛਾ, ਜਿਸ ਵਕਤ ਰੇਤ ਤੇ ਲੰਮੇ ਪੈ ਗਏ, ਉਹਨੇ ਕਿਹਾ ਜਿਹੜਾ ਬੰਦਾ ਜਿਹੜੀ ਗੱਡੀ ਦੇ ਵਿੱਚ ਆਇਆ ਨਾ, ਜਿਹੜੇ ਡਾਲੇ ਤੇ, ਉਸ ਨੰਬਰ ਯਾਦ ਰੱਖ ਲਓ, ਉਸੇ ਡਾਲੇ ਤੇ ਤੁਸੀਂ ਚੜਨਾ। ਠੀਕ ਹੈ ਜੀ, ਚੜ ਜਾਵਾਂਗੇ। ਅਸੀਂ ਸਾਰੀ ਰਾਤ ਜਿਹੜੇ ਨਾ ਉੱਥੇ ਨੀਂਦਰ ਤੇ ਕੀ ਆਣੀ ਸੀਗੀ, ਸੇਕ ਏਡਾ ਸੀ ਉੱਥੇ। ਤੇ ਫਿਰ ਅਸੀਂ ਜਿਹੜਾ ਨਾ ਜਿਸ ਟਾਈਮ ਸੁਬਾਹ ਹੋਈ, ਸੁਬਾਹ ਹੋ ਕੇ ਉਹਨੇ ਫਜਰ ਤੋਂ ਪਹਿਲੇ ਜਿਹੜਾ ਨਾ ਕਿਹਾ ਜੀ ਸੋ ਕੋਈ ਨਾ, ਆਪਣਾ ਆਪਣਾ ਜਿਹੜਾ ਸਮਾਨ ਹੈ ਸਾਂਭੋ। ਸਮਾਨ ਵੀ ਸੀਗੇ, ਬੈਗ ਸੀਗੇ। ਅੱਛਾ ਜੀ, ਸਾਂਭ ਕੇ ਚਲੇ ਬਹਿ ਜਾਓ। ਜਿਸ ਵਕਤ ਬੈਠੇ, ਮੈਂ ਉਸ ਬੰਦੇ ਨੂੰ ਨਾ, ਉਸ ਬੰਗਾਲੀ ਨੂੰ ਮੈਂ ਨਾ ਉਸ ਡਾਲੇ ਤੇ ਵੇਖਿਆ, ਆਪਣੇ ਡਾਲੇ ਤੇ, ਨਾ ਜਿਹੜੇ 3 ਡਾਲੇ ਹੋਰ ਸੀਗੇ ਮੈਂ ਉਹਨਾਂ ਤੇ ਉਸ ਬੰਗਾਲੀ ਨੂੰ ਵੇਖਿਆ ਹੀ ਕੋਈ ਨਹੀਂ। ਅੱਛਾ, ਉਹ ਬੰਗਾਲੀ ਨੇ ਮੈਨੂੰ ਕਿਹਾ ਕਿ ਮੈਂ ਜਿਹੜਾ ਨਾ ਇਹਨਾਂ ਨੂੰ $5,000 ਜਿਹੜਾ ਨਾ, $5,000 ਮੈਂ ਜਿਹੜਾ ਨਾ ਆਂਦੇ ਹੀ ਇਹਨੂੰ ਸਾਲੇ ਮੁਹੰਮਦ ਨੂੰ ਦਿੱਤਾ, ਯਾਨੀ ਕਿ ਪਾਕਿਸਤਾਨੀ 55,000 ਰੁਪਇਆ ਬਣਦਾ। 55,000 ਨੇ 5.5-6 ਲੱਖ ਰੁਪਇਆ ਬਣਦਾ $5,000 ਦਾ। ਹਾਂਜੀ ਭਾਜੀ, ਇਹ $1,000 ਦਾ 1 ਲੱਖ ਤੇ ਕੋਈ ਬੰਦਾ ਵੇ, 1 ਲੱਖ ਕੋਈ 5-6 ਹਜ਼ਾਰ ਰੁਪਇਆ ਬਣਦਾ। ਹਾਂਜੀ, ਉਹ ਫਿਰ ਉਹਨੇ ਨਾ $5,500 ਜਿਹੜਾ ਨਾ ਉਹਨੇ ਲਿਆ ਕੇ ਉਹਨੂੰ ਦਿੱਤਾ ਕਿ ਨਾਲੇ ਸਾਲੇ ਮੁਹੰਮਦ ਨੂੰ। ਤੇ ਉਹ ਸਾਲੇ ਮੁਹੰਮਦ ਉਹਨੇ ਉਹਦੇ ਕੋਲੋਂ ਪੈਸੇ ਲੈ ਕੇ ਨਾ, ਉਹ ਜਿਹੜਾ ਉਹ ਸੀਗਾ ਨਾ ਅਬਦੁਲ ਮਾਲਕ ਬਿਨ ਕਬੂਸ ਜਿਹਾ, ਉਹਨੇ ਜਿਹੜਾ ਨਾ ਉਹਨੂੰ, ਉਹ ਬੰਦਾ ਵੀ ਬੰਗਾਲੀ ਵੀ ਉਹਦੇ ਹਵਾਲੇ ਕੀਤਾ, ਤੂੰ ਇਹਨੂੰ ਲੈ ਜਾ। ਠੀਕ ਹੈ, ਉਹ ਸੀਗਾ ਜਿਹੜਾ ਉਹਨੇ $5,500 ਦਿੱਤਾ ਨਾ, ਤੇ ਉਹਦੇ ਵਿੱਚ ਸਾਲੇ ਮੁਹੰਮਦ ਤੇ ਜਿਹੜਾ ਨਾ ਅਬਦੁਲ ਮਾਲਕ, ਉਹ ਦੋਵੇਂ ਪਾਰਟਨਰ ਸੀਗੇ। ਅੱਛਾ, ਫਿਰ ਜਿਸ ਵਕਤ ਅਸੀਂ ਗੱਡੀ ਦੇ ਉੱਤੇ ਬਹਿ ਗਏ, ਤੇ ਜਿਹੜਾ ਨਾ ਮੈਂ ਉਸ ਬੰਗਾਲੀ ਦਾ, ਕਿਉਂਕਿ ਬੰਗਾਲੀ ਜਿਹੜਾ ਨਾ ਬਹੁਤ ਸ਼ਰੀਫ ਆਦਮੀ ਸੀ, ਬਹੁਤ ਹੀ ਸ਼ਰੀਫ। ਮੈਂ 3 ਡਾਲਿਆਂ ਤੇ ਨਾ, ਆਪਣੇ ਡਾਲੇ ਸਮੇਤ ਬਕਾਇਆ ਡਾਲੇ, ਮੈਂ ਉਸ ਬੰਗਾਲੀ ਨੂੰ ਵੇਖਿਆ ਹੀ ਕੋਈ ਨਹੀਂ। ਉਹਨਾਂ ਨੂੰ, ਮੈਨੂੰ ਵੱਲਾ ਆਲਮ ਮੈਨੂੰ ਨਹੀਂ ਪਤਾ ਉਹਨਾਂ ਨੇ ਉਸ ਬੰਗਾਲੀ ਨੂੰ ਕਿੱਥੇ ਖਪਾਇਆ। ਅੱਛਾ, ਫਿਰ ਉਹਨਾਂ ਕੋਲ ਜਿਹੜੇ ਸ਼ਾਦੀਆਂ ਵਿਆਹਾਂ ਦੇ ਉੱਤੇ ਟੇਚ ਵਾਲਾ ਛਾਪਰ ਨਹੀਂ ਹੁੰਦਾ, ਉਹ ਜਿਹਦੇ ਵਿੱਚ ਮਖਾਣੇ ਤੇ ਉਹ ਟਾਫੀ ਤੇ ਉਹ ਦਿੰਦੇ ਉਸ, ਜੀ ਹਾਂਜੀ ਪਤਾ। ਅੱਛਾ, ਉਸ ਡਾਲੇ ਦੇ ਵਿੱਚ ਨਾ, ਯਾਨੀ ਕਿ ਜਿਸ ਦੇ ਉੱਤੇ ਮੈਂ ਚੜਿਆ ਹੋਇਆ ਸੀ ਨਾ, ਉਸ ਡਾਲੇ ਦੇ ਵਿੱਚ ਅਗਲੇ ਸਾਈਡ ਤੇ ਕਮ ਅਜ਼ ਕਮ ਮੇਰਾ ਆਪਣਾ ਅੰਦਾਜ਼ਾ ਹੈ ਕੋਈ 250-300 ਉਹ ਛਾਪਰ ਪਿਆ ਸੀ, ਬੰਦੇ ਦੇ ਕੱਦ ਦੇ ਮੁਤਾਬਕ। ਬੰਦਿਆਂ ਦੇ ਕੱਦ ਦੇ ਮੁਤਾਬਕ ਉਹ ਛਾਪਰ ਪਏ ਹੋਏ ਸੀਗੇ। ਮੈਂ ਉਹਨਾਂ ਨੂੰ ਕਿਹਾ ਕਿ ਐਡਾ ਵੱਡਾ ਛਾਪਰ ਤੁਸੀਂ ਕੀ ਕਰਨਾ, ਜੇ ਐਡਾ ਵੱਡਾ ਛਾਪਰ ਦਾ ਤੁਸੀਂ ਕੀ ਕਰਨ ਵਾਸਤੇ? ਉਸ ਆਖਿਆ ਜੀ ਇਸ ਛਾਪਰ ਨੂੰ ਇਸ ਵਾਸਤੇ ਲੈ ਕੇ ਆਉਂਦੇ ਕਿ ਕਿਤੇ ਰਾਸਤੇ ਦੇ ਵਿੱਚ ਬਾਰਿਸ਼ ਬੁਰਿਸ਼ ਹੋ ਜਾਏ ਨਾ, ਤੇ ਬੰਦੇ ਇਹਦੇ ਵਿੱਚ ਜਿਹੜਾ ਨਾ ਉੱਤੋਂ ਖੋਲ ਕੇ ਨਾ ਸਿਰ ਜਿਹੜਾ ਨਾ ਉਹਨੂੰ ਛਾਪਰ ਨੂੰ ਲਾ ਲੈਂਦੇ, ਵੀ ਜਿਹੜਾ ਉਹ ਟਿਚ ਜਿਹਾ ਹੁੰਦਾ ਉਹ ਪੈਰਾਂ ਵੱਲ ਚਲੇ ਜਾਂਦਾ, ਤਾਂ ਕਿ ਬੰਦੇ ਦੇ ਕੱਪੜੇ ਨਾ ਗਿੱਲੇ ਹੋਣ। ਮੈਂ ਸੋਚਿਆ, ਮੈਂ ਕਿਹਾ ਸ਼ਾਇਦ ਭਈ ਇੰਝ ਦੀ ਗੱਲ ਹੋਣੀ ਹੈ, ਬਿਲਕੁਲ ਜਿਵੇਂ ਇਹ ਕਹਿ ਰਹੇ। ਚਲੋ ਜੀ, ਗੱਡੀ ਜਿਹੜਾ ਨਾ ਫਿਰ ਉਹਨਾਂ ਨੇ ਗੱਡੀਆਂ ਭਜਾਈ ਰੱਖੀਆਂ ਅੱਗੂ। ਫਿਰ ਜਾ ਕੇ ਸ਼ਾਮ ਹੋ ਗਈ। ਅਸੀਂ ਜਿਹੜੇ ਮੇਰੇ ਨਾਲ ਦਾ ਇੱਕ ਮੁੰਡਾ ਸੀਗਾ ਨਾ, ਉਹ ਸੀਗਾ ਇੱਧਰ ਪੰਗੂ ਮੋੜ ਤੋਂ ਅੱਗੇ ਜਾ ਕੇ ਆਂਦਾ ਮੀਆਂ ਮੁਹੰਮਦ ਸ਼ਰੀਫ। ਹਾਂਜੀ, ਉਹ ਮੇਰੇ ਨਾਲ ਪੜ੍ਹਦਾ ਰਿਹਾ ਸੀ, ਚਨਿਓੜ ਪੜ੍ਹਨ ਵਾਸਤੇ ਆਉਂਦਾ ਸੀ। ਉਹਨੂੰ ਜਿਹੜਾ ਨਾ ਤਿਆਰ ਮੈਂ ਨਹੀਂ ਕੀਤਾ, ਉਹਨੂੰ ਉਹ ਤਿਆਰ ਕੀਤਾ ਮੇਰੇ ਨਾਲ ਦੇ ਨੇ। ਚਲੋ ਚਲੇ ਗਏ 4 ਬੰਦੇ, ਅਸੀਂ ਜੀ ਜਾ ਰਹੇ। ਅੱਛਾ, ਮੈਂ ਉਹਨੂੰ ਕਿਹਾ ਯਾਰ ਛਾਪਰ ਦਾ ਕੀ ਕਰਨਾ? ਉਹਨੇ ਮੈਨੂੰ ਕਿਹਾ ਖਾਲਦ, ਜਿਹੜਾ ਬੰਦਾ
ਉਹ ਬੰਗਾਲੀ ਸੀਗਾ ਨਾ ਜਿਹਦੇ ਨਾਲ ਤੂੰ ਗੱਲਾਂ ਕਰ ਰਿਹਾ ਸੀਗਾ, ਰਾਤੀ ਉਸ ਬੰਗਾਲੀ ਨੂੰ ਮੈਂ ਜਿਹੜਾ ਨਾ ਟਿੱਬੇ ਦੇ ਪਿੱਛੇ ਜਾ ਲੈ ਕੇ ਜਾਂਦਿਆਂ ਵੇਖਿਆ। ਇਸ ਕਾਲੇ ਜਿਹੇ ਬੰਦੇ ਨੂੰ ਮੈਂ ਇਸ ਕਾਲੇ ਦੇ ਬੰਦੇ ਨੂੰ ਮੈਂ ਟਿੱਬੇ ਦੇ ਪਿੱਛੇ ਲੈ ਕੇ ਜਾਂਦਾ ਵੇਖਿਆ। ਤੇ ਫਿਰ ਉਧਰੋਂ ਇਹ ਕਾਲਾ ਜਿਹਾ ਬੰਦਾ ਵਾਪਸ ਆਇਆ ਸੀਗਾ, ਉਹ ਬੰਗਾਲੀ ਵਾਪਸ ਕੋਈ ਨਹੀਂ ਆਇਆ। ਤੇ ਫਿਰ ਉਹ ਜਿਹੜਾ ਦੂਆ ਬੰਦਾ ਕਹਿ ਰਿਹਾ, ਕਹਿੰਦਾ ਯਾਰ ਤੂੰ ਕਹਿ ਰਿਹਾ ਨਾ ਕਿ ਵਾਪਸ ਨਹੀਂ ਆਇਆ, ਤੇ ਮੈਂ ਇਸ ਬੰਦੇ ਨੂੰ ਜਿਹੜੇ ਛਾਪਰ ਸੀਗੇ ਨਾ ਇਹਨਾਂ ਦੇ ਵਿੱਚੋਂ 3 ਛਾਪਰ ਲੈ ਕੇ ਜਾਂਦਾ ਮੈਂ ਵੇਖਿਆ, ਇਹ ਟਿੱਚ ਵਾਲੇ ਛਾਪਰ। ਮੈਂ ਕਿਹਾ ਯਾਰ ਸ਼ਾਇਦ ਇੰਝ ਹੋਣਾ ਕਿ ਬੰਦੇ ਤੋਂ ਕੱਦ ਤੋਂ ਜਿਹੜਾ ਵੱਡੇ ਛਾਪਰ ਹੈ, ਸ਼ਾਇਦ ਇਹਨਾਂ ਨੇ ਉਹਦੇ ਵਿੱਚ ਵਾੜ ਕੇ ਉਹਨੂੰ ਉੱਤੋਂ ਵੀ ਟਿੱਚ ਕਰ ਛੱਡਿਆ ਹੋਣਾ, ਫਿਰ ਦੂਸਰੀ ਵਾਰੀ ਫਿਰ ਚਾੜ ਕੇ ਟਿੱਚ ਕਰ ਦਿੱਤਾ ਹੋਣਾ, ਫਿਰ ਤੀਸਰੀ ਵਾਰੀ ਫਿਰ ਚਾੜ ਕੇ ਟਿੱਚ ਕਰ ਦਿੱਤਾ ਹੋਣਾ, ਜਾਂ ਇਹਨੂੰ ਰੇਤ ਨਾ ਦੇ ਵਿੱਚ ਨਾ ਦੱਬ ਦਿੱਤਾ ਹੋਵੇ, ਗਰੀਬ ਨੂੰ ਮਾਰ ਦਿੱਤਾ ਹੋਣਾ। ਉਹਨੇ ਕਿਹਾ ਸ਼ਾਇਦ ਜਿਹੜਾ ਨਾ ਐਂ ਦਾ ਮਸਲਾ। ਅੱਛਾ, ਸਾਨੂੰ ਹੋ ਗਿਆ ਖੌਫ ਉਹਨਾਂ ਦਾ, ਰਾਤ ਹੋ ਗਈ, ਅਸੀਂ ਆਪਸ ਵਿੱਚ ਤਰ੍ਹਾਂ ਜਿਹੜਾ ਨਾ ਉਹ ਤਈਆ ਕੀਤਾ ਕਿ ਤੁਸੀਂ ਚਾਰਾਂ ਨੇ ਤਈਆ ਕੀਤਾ ਯਾਰ ਅਸੀਂ ਨਾ ਪਿਸ਼ਾਬ ਕਰਨਾ ਵੀ ਹੈ ਨਾ, ਤੇ ਇਹਨਾਂ ਨੂੰ ਨਹੀਂ ਕਹਿਣਾ ਤੇ ਨਾ ਹੀ ਅਸੀਂ ਜਾਣਾ ਕਿਤੇ ਵੀ, ਜਿਹੜਾ ਨਾ ਅਸੀਂ ਨਾਲ ਹੀ ਬਹਿ ਕੇ ਕਰ ਲੈਣਾ, ਤੇ ਇਹਨਾਂ ਦੇ ਨਾਲ ਨਹੀਂ ਜਾਣਾ ਬਿਲਕੁਲ ਵੀ। ਉਹਨਾਂ ਨੇ ਕਿਹਾ ਠੀਕ ਹੈ ਜੀ। ਅੱਛਾ, ਹੁਣ ਸੁਡਾਨੀ ਜਿਹੜਾ ਨਾ ਬਾਰ ਪੁੱਛਣ ਕਿਸੇ ਦਾ ਪਿਸ਼ਾਬ ਤੇ ਨਹੀਂ ਆਇਆ, ਕਿਸੇ ਨੇ ਜਾਣਾ ਤੇ ਨਹੀਂ, ਸਾਡੇ ਕੋਲ ਜਿਹੜਾ ਨਾ ਅਸਲਾ ਇੱਥੇ ਜਿਹੜਾ ਨਾ ਇੰਝ ਤੇ ਯਾਨੀ ਕਿ ਸ਼ੇਰ ਹੁੰਦੇ ਨੇ ਰੇਤਲੀ ਤੇ ਇਹ ਹੁੰਦਾ ਤੇ ਹੁੰਦਾ, ਤੁਸੀਂ ਸਾਡੇ ਨਾਲ ਜਾਗਾ। ਅਸੀਂ ਗਏ ਕੋਈ ਨਹੀਂ ਭਾਈ। ਅੱਛਾ, ਫਿਰ ਉਹਨਾਂ ਦੇ ਵਿੱਚੋਂ ਅਸੀਂ ਉਸ ਰਾਤ ਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ, ਨਾ ਕੋਈ ਬੰਦਾ ਗਿਆ ਤੇ ਨਾ ਜਿਹੜਾ ਨਾ ਕਿਸੇ ਨੂੰ ਜਿਹੜਾ ਨਾ ਉਹਨਾਂ ਨੇ ਕਿਹਾ ਕਿ ਸਾਨੂੰ ਪਿਸ਼ਾਬ ਆਇਆ। ਅਖੀਰੀ ਜਿਹੜਾ ਨਾ ਉਹਨਾਂ ਸਾਡੇ ਨਾਲ ਜਿਹੜਾ ਨਾ ਭਾਈ ਉਹ ਫਿਰ ਗੱਡੀ ਤੇ ਚੜ੍ਹ ਗਏ। ਫਿਰ ਉਹਨਾਂ ਨੇ ਕੀ ਕੀਤਾ, ਜਿਹੜੀ ਬਸਤੀਆਂ ਆਉਂਦੀਆਂ ਰਹੀਆਂ ਨਾ ਉਹਨਾਂ ਦੇ ਵਿੱਚ ਉਹਨਾਂ ਨੇ 5-5 ਬੰਦੇ ਕਰਕੇ ਨਾ ਛੱਡਦੇ ਰਹੇ ਕਿ ਤੂੰ ਜਿਹੜਾ ਨਾ ਪਿਛੜਲੇ ਗਰੁੱਪ ਨਾਲ ਲਾਣਾ, ਪਿੱਛੋਂ ਗਰੁੱਪ ਆ ਰਿਹਾ ਤੂੰ ਉਸ ਗਰੁੱਪ ਨਾਲ ਲਾਣਾ, ਉਹਨੇ ਉਹਦੇ ਵਿੱਚ ਛੱਡ ਦਿੱਤਾ। ਅੱਛਾ, ਸਾਨੂੰ ਨਹੀਂ ਪਤਾ ਸੀਗਾ ਉਹ ਜਿਹੜੇ ਬੰਦੇ ਛੱਡ ਰਹੇ ਸੀ ਨਾ ਉਹਨਾਂ ਦੇ ਉਹ ਹੋ ਰਹੇ ਸੀਗੇ ਸੌਦੇ, ਏਜੰਟ ਉਹਨਾਂ ਦੇ ਨਾ ਸੌਦੇ ਕਰ ਰਹੇ ਸੀਗੇ ਕਿ ਤੁਸੀਂ ਜਿਹੜਾ ਨਾ ਇਹਨਾਂ ਨੂੰ 2 ਦਿਨ ਰੱਖੋ, 4 ਦਿਨ ਰੱਖੋ, ਵੀ ਇਹਨਾਂ ਦੇ ਪਿਛੜਨੇ ਕੋ ਤੁਸੀਂ ਪੈਸੇ ਮੰਗੋ। ਕਿ ਬਲੈਕਮੇਲ ਕਰਦਾ ਇੱਕ ਬੰਦੇ ਨੂੰ। ਅੱਛਾ, ਉਹ ਜੀ ਹਾਂਜੀ, ਉਹ ਜੋ 5-5 ਜਿਹੜਾ ਨਾ ਬੰਦਿਆਂ ਦਾ ਗਰੁੱਪ, ਕਿਸੇ ਨੂੰ 5 ਬੰਦੇ ਦਿੱਤੇ, ਕਿਸੇ ਨੂੰ 4 ਬੰਦੇ ਦਿੱਤੇ। ਅੱਛਾ, ਫਿਰ ਉਹ ਜੋ ਜਿਹੜੇ ਪੈਸੇ ਨਹੀਂ ਦਿੰਦੇ ਸੀਗੇ ਉਹਨਾਂ ਕੋਲੋਂ ਕਰਵਾਉਂਦੇ ਸੀਗੇ ਕੰਮ ਕਰਵਾਉਂਦੇ ਸੀ। ਅੱਛਾ ਚਲੋ ਜੀ, ਚਲੇ ਗਏ ਜੀ। ਫਿਰ ਜਿਹੜੇ ਸਾਡੇ 2-4 ਸਾਥੀ ਸੀਗੇ ਜਿਹੜੇ ਯਾਨੀ ਕਿ ਜਾਣਦਾ ਮੈਂ, ਜਿਹਨਾਂ ਨੂੰ ਗਰੁੱਪ ਨਾਲ ਮੈਂ ਗਿਆ ਸੀ, ਮੇਰੇ ਤੋਂ ਇਲਾਵਾ 3 ਸਾਥੀ ਸੀਗੇ, ਉਹਨਾਂ ਨੇ ਸਾਡੇ ਵਿੱਚੋਂ ਵੀ 2-2 ਕਰਕੇ ਫੋੜ ਦਿੱਤੇ। ਤੇ ਅੱਗੇ ਜਾ ਕੇ ਜਿਹੜਾ ਨਾ ਉਹ ਹਵੇਲੀ ਹੈ ਕਿ ਨਾਲ ਯਾਨੀ ਕਿ ਗਾਉਂ ਜੀ ਸਾਰੇ ਉੱਥੇ ਜਿਹੜਾ ਨਾ ਘਾਰੇ ਜੇ ਬਣੇ ਹੋਏ ਹੈ ਕਿ ਕੱਚੀ ਜੀ ਉਹ ਉਸਾਰ ਕੇ ਨਾ ਕੱਦਾਂ ਉਸਾਰ ਕੇ ਤੇ ਉਹਨਾਂ ਦੇ ਉੱਤੇ ਜਿਹੜਾ ਨਾ ਜਿਵੇਂ ਜੰਗਲੀ ਹੁੰਦੇ ਨਾ ਜੰਗਲੀ ਇੰਝ ਉਹਨਾਂ ਦੇ ਉਹ ਕੀਤੇ, ਤੇ ਉਹਨਾਂ ਸਿਰਾਂ ਦੇ ਉੱਤੇ ਉਹਨਾਂ ਨੇ ਪਗੜੇ ਬੰਨੇ ਹੁੰਦੇ ਤੇ ਜਿਹੜਾ ਨਾ ਲੰਮੀਆਂ ਜਿਹੜਾ ਨਾ ਸਲਵਾਰਾਂ ਉਹਨਾਂ ਨੇ ਪਾਈਆਂ ਹੁੰਦੀਆਂ ਤੇ ਉੱਤੇ ਸਲੂਕਾ ਟੈਪ ਉਹਨਾਂ ਨੇ ਪਾਏ, ਇੰਝ ਦੇ ਜੰਗਲੀ ਬੰਦੇ ਸੀ ਟੋਟਲ ਹੀ ਕਾਲੇ। ਉਹਨਾਂ ਨੇ ਸਾਨੂੰ ਮੈਨੂੰ ਕੁਰਦੇ ਹਾਂਜੀ ਉਹ ਇੰਝ ਉਹਨਾਂ ਨੇ ਮੈਨੂੰ ਤੇ ਇੱਕ ਜਿਹੜਾ ਨਾ ਮੇਰੇ ਨਾਲ ਦਾ ਜਿਹੜਾ ਸੀਗਾ ਨਾ ਉਹਨਾਂ ਨੇ ਕਿਹਾ ਯਾਰ ਤੁਸੀਂ ਜਿਹੜਾ ਨਾ ਅੱਗੇ ਹੈ ਖਤਰਾ, ਤੁਸੀਂ ਇਹਨਾਂ ਕੋਲ ਰਹਿ ਜਾਓ, ਇਹਨਾਂ ਕੋਲ ਤੁਸੀਂ ਰਹਿ ਜਾਓ। ਪਿਛੜਲਾ ਜਿਹੜਾ ਗਰੁੱਪ ਆਏਗਾ ਜਿਹੜਾ ਜਿਵੇਂ ਬੰਦੇ ਛੱਡਦੇ ਆ ਰਹੇ ਤੇ ਜਿਹੜਾ ਨਾ ਇੰਝ ਬੰਦਿਆਂ ਨਾਲ ਅਸੀਂ ਤੁਹਾਨੂੰ ਜਿਹੜਾ ਨਾ ਉਹ ਤੁਹਾਨੂੰ ਰਲਾ ਦੇਣਗੇ ਨਾਲ, ਤੁਸੀਂ ਬੇਫਿਕਰ, ਅਸੀਂ ਅੱਗੂ ਜਿਹੜਾ ਨਾ ਵੇਖ ਕੇ ਆਉਂਦੇ। ਯਾਨੀ ਕਿ ਜਾਂਦੇ ਨਾ ਉਹ ਜਿਹੜੇ ਸਾਡੇ ਨਾਲ ਦੇ 2 ਆਪਣੇ ਨਾਲ ਲੈ ਕੇ ਸਾਨੂੰ ਜਿਹੜਾ ਨਾ 5 ਬੰਦਿਆਂ ਨੂੰ, ਮੈਨੂੰ ਤੇ ਮੇਰੇ ਇੱਕ ਦੋਸਤ ਨੂੰ ਤੇ 3 ਬੰਦੇ ਹੋਰ, ਇੱਕ ਇੰਡੀਅਨ ਸੀਗਾ ਤੇ ਇੱਕ ਨੇਪਾਲੀ ਸੀ ਤੇ ਇੱਕ ਦਾ ਪਤਾ ਨਹੀਂ ਕੌਣ ਸੀਗਾ ਕੌਣ ਨਹੀਂ, ਉਹਦੀ ਸਾਨੂੰ ਜ਼ੁਬਾਨ ਦੀ ਵੀ ਸਮਝ ਨਹੀਂ ਲੱਗਦੀ ਸੀ ਕੀ ਸੀ। ਉਹਨਾਂ 5 ਬੰਦਿਆਂ ਨੂੰ ਛੱਡ ਦਿੱਤਾ। ਅੱਛਾ, 5 ਬੰਦਿਆਂ ਨੇ ਫਿਰ ਉਹਨਾਂ ਦੀ ਆਪਸ ਵਿੱਚ ਬਹਿ ਕੇ ਮੀਟਿੰਗ ਹੋਈ ਹੈ ਕਿ ਤੁਸੀਂ ਜਿਹੜਾ ਨਾ ਇੱਕ ਬੰਦਾ ਜਿਹੜਾ ਨਾ ਤੁਸੀਂ ਲੈ ਲਓ। ਉਹਨਾਂ ਦੀ ਆਪਸ ਵਿੱਚ ਨਾ ਜਿਵੇਂ ਤਨਾਜ਼ਾ ਚੱਲ ਜਾਂਦਾ ਕਿ ਤੁਸੀਂ ਸਾਰਿਆਂ ਨੂੰ ਉਹਨਾਂ ਕੋਲੋਂ ਮੁੱਲ ਖਰੀਦ ਲਿਆ ਪੈਸੇ ਦਿੱਤੇ, ਫਿਰ ਅੱਗੋਂ ਉਹਨਾਂ ਦੇ ਘਰਦਿਆਂ ਕੋਲੋਂ ਪੈਸੇ ਕਢਾਉਣੇ ਰਹਿਣਗੇ। ਹਾਂਜੀ, ਉਹ ਇੰਝ ਜਿਹੜਾ ਨਾ ਉਹਨਾਂ ਨੇ ਉਹ ਬੰਦੇ ਜਿਹੜਾ ਨਾ ਆਪਸ ਉਹਨਾਂ ਦੀ ਆਪਸ ਹੋਈ ਮੂੰਹ ਮਾਰੀ ਤੇ ਉਹਨਾਂ ਨੇ ਕਿਹਾ ਤੂੰ ਇਹਦੇ ਨਾਲ ਜਾ, ਤੂੰ ਇਹਦੇ ਨਾਲ ਜਾ, ਤੂੰ ਇਹਦੇ ਨਾਲ ਜਾ। ਸਾਨੂੰ ਉਹਨਾਂ ਨੇ ਕਿਹਾ ਕਿ ਜਿਹੜਾ ਨਾ ਤੁਸੀਂ ਮਹਿਮਾਨ ਜਾ ਰਹੇ ਹੋ। ਤੇ ਮੈਂ ਵੀ ਜਿਹੜਾ ਨਾ ਭਾਈ ਬੈਗ ਚੁੱਕ ਕੇ ਨਾ ਉਹਨਾਂ ਦੇ ਨਾਲ ਟੁਰ ਪਿਆ। ਇੱਕ ਨੇ ਬੰਦੇ ਨੇ ਜਿਹੜਾ ਨਾ ਉੱਠਣੀ ਸੀਗੀ, ਉਹਨੇ ਇੱਕ ਨੇ ਮੈਨੂੰ ਬਹਾ ਲਿਆ, ਆਪ ਜਿਹੜਾ ਨਾ ਅੱਗੇ ਬੈਠ, ਉਹਨੇ ਕਿਹਾ ਜੀ ਨਾਲ ਹੀ ਹੈ ਥੋੜੀ ਦੂਰ। ਅੱਛਾ ਜੀ, ਟੁਰ ਕੇ ਮੇਰੇ ਖਿਆਲ ਕੋਈ ਉੱਠ ਜਿਹੜਾ ਨਾ ਭੱਜ ਕੇ
ਕੋਈ 1.5-2 ਘੰਟੇ ਭੱਜਿਆ ਹੋਣਾ ਊਠ। ਸਹੀ। ਉਹਨੂੰ ਤਾਂ ਕੁਝ ਨਾ ਹੋਵੇ, ਮੇਰੀ ਹੱਡੀ ਪਸਲੀ ਇੱਕ ਹੋ ਗਈ ਤੇ ਜਿਹੜਾ ਨਾ ਜਿਸਲੇ ਮੈਂ ਉਹਨੂੰ ਕਿਹਾ ਕਿ ਯਾਰ ਮੈਨੂੰ ਤਕਲੀਫ ਹੋ ਰਹੀ ਹੈ, ਮੇਰਾ ਢਿੱਡ ਉਛਲ ਰਿਹਾ, ਮੇਰਾ ਜਿਸਮ ਸਾਰਾ ਉਛਲਦਾ ਪਿਆ, ਉਹਨੇ ਭਾਈ ਜਿਹੜਾ ਨਾ ਆਦਮ ਜੀ ਦਾ ਪੈਪ ਨਹੀਂ ਹੁੰਦਾ ਪਲਾਸਟਿਕ ਦਾ, ਬਈ ਉਹਨੇ ਜਿਹੜਾ ਨਾ ਉਹ ਲਾ ਲਿਆ ਉਹਨੇ ਬਈ। ਉੱਤੋਂ ਜਿਹੜਾ ਨਾ ਉਹ ਕੋਈ ਵਾਇਰਲੈਸ ਜੀ ਸੀਗੀ, ਮੋਬਾਈਲ ਦੇ ਸਿਗਨਲ ਕੋਈ ਨਹੀਂ, ਵਾਇਰਲੈਸ ਜੀ ਸੀ, ਉਹਨੇ ਵਾਇਰਲੈਸ ਕੀਤੀ ਕਿ ਭਾਈ ਉਹ 2 ਘੰਟੇ ਨਹੀਂ ਗੁਜ਼ਰੇ, ਕੋਈ 7-8 ਬੰਦੇ ਫੇਰ ਆ ਗਏ ਉਹਨਾਂ ਦੇ, ਉਹ ਉਹਦੇ ਸੀਗੇ ਆਪਣੇ ਮੁੰਡੇ। ਉਹਨਾਂ ਨੇ ਭਾਈ ਲਾ ਕੇ ਉੱਥੇ ਜਿਹੜਾ ਨਾ ਉਸ ਤੋਂ ਉਹਨੇ ਚੰਗਾ ਕੁੱਟਿਆ, ਉਹਨਾਂ ਨੇ ਮੇਰੀ ਉਹ ਤਲਾਸ਼ੀ ਲਈ। ਮੇਰੇ ਕੋਲ ਜਿਹੜਾ ਨਾ ਯੂਰੋ ਲਿਆ ਸੀਗਾ ਨਾ, ਯੂਰੋ ਨਹੀਂ ਹੈ ਕੀ ਨਾਲ ਕੁਵੈਤੀ ਦਿਨਾਰ ਸੀਗਾ ਮੇਰੇ ਕੋਲ। ਉਹਨਾਂ ਨੇ ਕਿਹਾ ਜੀ ਕੁਵੈਤੀ ਦਿਨਾਰ ਦੀ ਜਿਹੜਾ ਨਾ ਉੱਥੇ ਵੈਲਿਊ ਬਣ ਜਾਂਦੀ ਹੈ ਕੀ ਨਾਲ ਲੀਬੀਆ ਦੇ ਵਿੱਚ, ਤੇ ਹੋਰ ਨਹੀਂ ਚੱਲਣਾ ਉੱਥੇ। ਮੈਂ ਕਿਹਾ ਚਲੋ ਠੀਕ ਹੈ ਜੀ। ਉੱਥੇ ਫਿਰ ਉਹਨਾਂ ਨੇ ਉਹ ਮੇਰੇ ਕੋਲ ਨਾ 1000 ਸੀਗਾ, ਕੋਈ ਤਕਰੀਬਨ ਕੁਵੈਤੀ ਦਿਨਾਰ ਦਾ ਕੋਈ ਬਣਦਾ 1000 ਰੁਪਏ ਦਾ, ਕੋਈ 2-2.5 ਲੱਖ ਰੁਪਇਆ ਬਣਦਾ। ਤੇ ਉਹਨਾਂ ਨੇ ਬਈ ਲਾ ਕੇ ਮੈਨੂੰ ਜਿਹੜਾ ਨਾ ਉਹਦੇ ਉੱਤੋਂ ਨਾ ਉਠਣੀ ਦੇ ਉੱਤੋਂ ਲਾ ਕੇ ਉਹਨਾਂ ਨੇ ਚੰਗਾ ਪੈਪ ਪੂਪ ਮਾਰ ਮੂੜ ਕੇ ਜਿਹੜਾ ਨਾ ਉਹਨਾਂ ਨੇ ਕਿਹਾ ਜੀ ਅਸੀਂ ਤੇਰੇ ਨਾ ਪੈਸੇ ਭਰੇ ਆ, ਫਿਰ ਤੂੰ ਪਿੱਛੋਂ ਕੀ ਹੈ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਜਿਹੜਾ ਨਾ ਪਿੱਛੋਂ ਕੁਝ ਨਹੀਂ, ਮੈਂ ਤਾਂ ਜੀ ਆਮ ਜਿਹਾ ਬੰਦਾ, ਮੇਰੇ ਤਾਂ ਨਾ ਮਾਂ ਪਿਓ, ਮੈਂ ਉਹਨਾਂ ਨੂੰ ਕਿਹਾ ਹੀ ਕੋਈ, ਮੈਂ ਕਿ ਮੇਰੇ ਚਾਚੇ ਨੇ ਮੈਨੂੰ ਪਾਲਿਆ। ਉਹਨਾਂ ਨੇ ਜਿਹੜਾ ਨਾ ਚਾਚਾ ਮੈਨੂੰ ਮਾਰਦਾ ਸੀਗਾ, ਮੈਂ ਉਹਦੀ ਚੋਰੀ ਕਰਕੇ ਨੱਸਿਆ। ਉਹਨਾਂ ਨੇ ਕਿਹਾ ਅੱਛਾ ਚੋਰੀ ਕਰਕੇ ਨੱਸਿਆ, ਕੋਈ ਨਹੀਂ ਮਸਲਾ, ਜਿਹੜਾ ਨਾ ਤੇਰਾ ਚਾਚਾ ਤੇਰੇ ਪੈਸੇ ਦੇਗਾ। ਉਹਨਾਂ ਨੇ ਬਈ ਜਿਹੜਾ ਨਾ ਚੰਗਾ ਫੈਂਟਾ ਫੁੰਟਾ ਲਾਇਆ। ਜਿਸ ਵਕਤ ਅੱਗੇ ਗਏ ਨਾ ਤਕਰੀਬਨ ਮੇਰਾ ਅੰਦਾਜ਼ਾ ਕੋਈ 100-150 ਜਾਂ 200 ਘਰ ਹੋਣੇ ਉੱਥੇ। ਤੇ ਉਹ ਜਿਸ ਵਕਤ ਮੈਂ ਉੱਥੇ ਗਿਆ ਨਾ, ਉਹਨਾਂ ਨੇ ਕਿਹਾ ਜੀ ਕੁਰਮਾ ਲੈ ਆਇਓ ਤੁਸੀਂ। ਕਿੱਥੋਂ ਲੈ ਕੇ ਆਏ? ਕੁਰਮਾ ਲੈ ਆਇਓ ਤੁਸੀਂ। ਯਾਨੀ ਕਿ ਉਹਨਾਂ ਨੇ ਕਿਹਾ ਜਾਂ ਤੇ ਮਾਲਦਾਰ ਸਾਮੀ ਮਾਲ ਛਕਣ ਵਾਸਤੇ ਬੰਦਾ ਲੈ ਕੇ ਆਓ, ਜਾਂ ਤੁਸੀਂ ਕੰਮ ਕਰਨ ਵਾਸਤੇ ਬੰਦਾ ਲੈ ਕੇ ਆਏ। ਉਹਨਾਂ ਨੇ ਜਾ ਜੂ ਕੇ ਜਿਸ ਵਕਤ ਮਾਰਿਆ ਮੁਰਿਆ ਜਾ ਕੇ, ਉਹਨਾਂ ਮੈਨੂੰ ਉੱਥੇ ਮੱਝਾਂ ਦੀਆਂ ਨਾ ਖੁਰਲੀਆਂ ਜੀ ਸੀਗੀਆਂ ਊਠਾਂ ਦੀਆਂ, ਉਹਨਾਂ ਨੇ ਮੈਨੂੰ ਉਹਦੇ ਨਾਲ ਸੰਗਲ ਪੈਰ ਦੇ ਨਾਲ ਲਾ ਕੇ ਬਈ ਉੱਥੇ ਬੰਨ ਛੜਿਆ। ਤੇ ਸਾਰੀ ਰਾਤ ਮੈਂ ਜਿਹੜਾ ਨਾ ਉੱਥੇ ਬੰਨਿਆ ਰਿਹਾ। ਫਿਰ ਸੁਬਾਹ ਹੋਈ ਤੇ ਜਿਹੜਾ ਨਾ ਉਹਨਾਂ ਨੇ ਕਿਹਾ ਤੇਰੇ ਪਿੱਛੇ ਕੌਣ ਹੈ? ਮੈਂ ਕਿਹਾ ਜੀ ਮੇਰਾ ਚਾਚਾ ਹੈ। ਤੇ ਉਹ ਤਾਂ ਬਹੁਤ ਜ਼ਾਲਮ ਆਦਮੀ ਹੈ, ਉਹਨੇ ਤੇ ਜਿਹੜਾ ਨਾ 1 ਰੁਪਈਆ ਵੀ ਨਹੀਂ ਦੇਣਾ। ਉਹਨੇ ਕਿਹਾ ਨਹੀਂ ਤੇਰਾ ਚਾਚਾ ਹੈ ਜਾਂ ਨਹੀਂ ਹੈ, ਤੂੰ ਉਹਨੂੰ ਫੋਨ ਕਰ ਪੈਸੇ ਮੰਗ। ਹੁਣ ਕਿਸੇ ਦਾ ਮੇਰੇ ਕੋਲ ਨਾ ਹੀ ਮੇਰੇ ਕੋਲ ਸਾਰੇ ਦੇ ਨੰਬਰ ਸੀ। ਮੈਂ ਕਿਹਾ ਇਹਨਾਂ ਨੂੰ ਮੈਂ ਨੰਬਰ ਦਿਆਂ, ਮੈਂ ਤਾਂ ਪਿੱਛੇ ਚੋਰੀ ਆਇਆ ਹੋਇਆ, ਮੈਂ ਤਾਂ ਆਪਣੇ ਮਾਂ ਪਿਓ ਨੂੰ ਵੀ ਨਹੀਂ ਦੱਸਿਆ ਤੇ ਭੈਣ ਭਰਾਵਾਂ ਨੂੰ ਵੀ ਦੱਸਿਆ। ਮੈਂ ਇਹਨਾਂ ਨੂੰ ਅਗਰ ਦੱਸ ਛੱਡਿਆ ਕਿ ਨਾਲ ਮੇਰੇ ਤੇ ਪਿੱਛੇ 6 ਭਾਈ ਹੈ ਮੇਰੇ, ਤੇ ਮੇਰਾ ਪਿਓ ਹੈ, ਤੇ ਜਿਹੜਾ ਇਹਨਾਂ ਨੇ ਤੇ ਉਹਨਾਂ ਨੂੰ ਤੰਗ ਕਰਨਾ ਦੇ ਪੈਸੇ। ਮੈਂ ਕਿਹਾ ਯਾਰ ਉਹ ਗਰੀਬ ਕਿੱਥੋਂ ਦੇਣਗੇ? ਬਿਲਕੁਲ ਸਹੀ। ਅਖੀਰੀ ਜਿਹੜਾ ਨਾ ਕੋਈ ਸਾਰੀ ਰਾਤ ਦਾ ਉਹਨਾਂ ਨੇ ਉਹ ਟੋਰਿਆ ਹੋਇਆ ਸੀਗਾ, ਤੇ ਸੁਬਾਹ ਜਿਸ ਵਕਤ ਹੋਇਆ ਫਿਰ ਉਹਨਾਂ ਨੇ ਮੈਨੂੰ ਮਾਰਿਆ, ਮਾਰ ਮੂਰ ਕੇ ਰੋਟੀ ਉਹਨਾਂ ਨੂੰ ਕੋਈ ਨਹੀਂ ਦਿੱਤੀ। ਤੇ ਤਕਰੀਬਨ ਜਿਸ ਵਕਤ ਅਗਲੇ ਦਿਨ ਸ਼ਾਮ ਹੋਈ ਹੈ ਨਾ, ਫਿਰ ਉਹਨਾਂ ਨੇ ਚੱਪਾ ਰੋਟੀ ਦਿੱਤੀ ਤੇ ਨਾਲ ਪਾਣੀ ਦਾ ਗਲਾਸ ਰੱਖ ਕੇ ਦੇ ਛੜਿਆ। ਉਹਨੇ ਕਹਿ ਲਿਆ ਜਿਹੜਾ ਨਾ ਖਾ। ਉਹ ਖਾਧੀ ਤੇ ਜਿਹੜਾ ਨਾ ਕੋਈ ਨਾ ਵੇ ਜਿਹੜਾ ਨਾ ਮੈਨੂੰ ਛੱਡਣ ਵੀ ਕੋਈ ਨਾ, ਅੱਗੇ ਵੀ ਨਾ ਲੈ ਕੇ ਜਾਣ, ਪਿੱਛੇ ਵੀ ਨਾ ਲੈ ਕੇ ਜਾਣ। ਉਹ ਵਿਚਕਾਰ ਪਤਾ ਨਹੀਂ ਉਹ ਕਿਹੜਾ ਇਲਾਕਾ ਕਿਹੜਾ ਨਹੀਂ। ਅਖੀਰੀ ਜਿਹੜਾ ਨਾ ਜਿਸ ਵਕਤ ਵੇਖਣ 4-5 ਦਿਨ ਹੋ ਗਏ ਕਿ ਕੋਈ ਵੀ ਨਾ ਆਇਆ ਇਹਨਾਂ ਦਾ, ਨਾ ਇਹ ਨੰਬਰ ਦੱਸ ਰਿਹਾ। ਉਹਨਾਂ ਨੇ ਬਈ ਜਣੇ ਆ ਕੇ ਉਹਦੇ ਪੁੱਤਰ ਆ ਕੇ ਮਾਰਨ, ਚੰਡਾ ਮਾਰਨ। ਤੇ ਆਦਮ ਜੀ ਦਾ ਪੈਪ ਹੈ ਪਲਾਸਟਿਕ ਦਾ, ਉਹ ਜਿੱਥੇ ਮਾਰਨ ਉਹ ਭੈਣ ਚੋਂ ਲਾਸ਼ਾਂ ਪਾ ਦੇਵੇ। ਉਹ ਅਖੀਰੀ ਜਿਹੜਾ ਉਹਨਾਂ ਨੇ ਜਿਸ ਵਕਤ ਵੇਖਿਆ ਨਾ ਕਿਹਾ ਤੇ ਇਹਦੇ ਕੋਈ ਹੈ ਹੀ ਨਹੀਂ, ਇਹਦੇ ਅੱਗੇ ਪਿੱਛੇ ਹੀ ਕੋਈ ਨਹੀਂ ਹੈ, ਨਾ ਹੀ ਜਿਹੜਾ ਨਾ ਕੋਈ ਇਹਦੇ ਕੋਲ ਨੰਬਰ ਹੈ। ਉਹਨਾਂ ਨੇ ਉੱਠ ਚਾਰਨ ਤੇ ਲਾ ਦਿੱਤਾ ਤੇ ਇੱਥੇ ਜਿਹੜਾ ਨਾ ਤੂੰ ਉੱਠ ਚਾਰ ਲੈ ਜੀ, ਉੱਠ ਚਾਰਦਾ ਨਾ ਤੇ ਕਦੀ 2 ਦਿਨ ਬਾਅਦ ਰੋਟੀ ਦੇ ਦੇਣ, ਕਦੀ 1 ਦਿਨ ਬਾਅਦ ਰੋਟੀ ਦੇ ਦੇਣ। ਮਾਰਨ ਜਿਹੜਾ ਨਾ ਸੁਬਾਹ ਸ਼ਾਮ ਜਿਹੜੀ ਕਿ ਜਿਹੜਾ ਨਾ ਕੋਈ ਗੱਲ ਹੋ ਜਾਏ ਜਿਹੜਾ ਨਾ ਉਹ ਪੈਪ ਕੱਢ ਕੇ ਲੈ ਆਂਦੇ ਮਾਰ ਤੇ ਫਿਰ ਇੱਕ ਨਹੀਂ ਇੱਕ ਮੇਰੇ ਤੋਂ ਇਲਾਵਾ ਉਸ ਜਿਹੜਾ ਨਾ ਉਸ ਪਾਸੇ ਨਾ ਜਿੱਥੇ ਮੈਨੂੰ ਲੈ ਕੇ ਗਏ ਸੀ, ਮੇਰੇ ਤੋਂ ਇਲਾਵਾ ਵੀ ਤਕਰੀਬਨ 18-20 ਬੰਦੇ ਸੀਗੇ ਉਹਨਾਂ ਕੋਲ। 18-20 ਬੰਦੇ। ਇੱਕ ਬੰਦੇ ਦਾ ਉਹਨਾਂ ਨੇ ਜਿਹੜਾ ਨਾ ਮੰਗਿਆ ਸੀ 20 ਲੱਖ ਰੁਪਈਆ। 20 ਲੱਖ ਰੁਪਈਆ ਮੰਗਿਆ ਉਹਦੇ ਮਾਂ ਪਿਓ ਨੇ ਪਤਾ ਨਹੀਂ ਕਿੱਥੋਂ ਨਾ ਕਿੱਥੇ ਕਰਕੇ ਦਿੱਤਾ। ਉਹਨੇ ਉਸ ਬੰਦੇ ਨੂੰ ਲੈ ਕੇ ਗਏ, ਉਸ ਤੇ ਬਹਾ ਕੇ ਉਹਨੂੰ ਵਾਪਸੀ ਸੁਡਾਨ ਦੇ ਵਿੱਚ ਛੱਡ ਕੇ ਚਲੇ ਗਏ।
ਜਿਹੜੇ ਮੈਨੂੰ ਮਾਲਕ ਲੈ ਕੇ ਗਿਆ ਨਾ, ਮਾਲਕ ਬਿਨ ਕਬੂਸਾ ਪਤਾ ਨਹੀਂ ਆਉਂਦਾ ਕੋਈ ਨਾਂ ਸੀ, ਉਹ ਮੈਨੂੰ ਉਹਨੂੰ ਲੈ ਕੇ ਚਲੇ ਗਏ, ਜਿਹੜਾ ਨਾ ਉੱਤੇ ਛੱਡ ਕੇ ਆ ਗਏ। ਉਹ ਬਕਾਇਆ ਜਿਹੜੇ ਨਾ ਇਹਨਾਂ ਨੇ ਉਹਨਾਂ ਨੂੰ ਵੀ ਅੱਗੇ ਜਿਹੜਾ ਨਾ ਵੇਚਿਆ, ਜਿਹੜੇ ਪੈਸੇ ਨਹੀਂ ਨਾ ਦਿੰਦੇ ਸੀ, ਯਾਨੀ ਕਿ ਤੁਹਾਡੇ ਕੋਲ ਸੌਦਾ ਹੋ ਗਿਆ, ਫਿਰ ਅੱਗੇ ਸੌਦਾ ਹੋ ਗਿਆ, ਫਿਰ ਅੱਗੇ ਸੌਦਾ, ਇੰਝ ਕਰਕੇ ਉਹਨਾਂ ਕੋਲੋਂ ਕੰਮ ਲੈਂਦੇ ਹੁੰਦੇ ਸੀਗੇ। ਉਹਨਾਂ ਨੇ ਭਾਈ ਮੈਨੂੰ 6.5 ਸਾਲ ਮੇਰੇ ਕੋਲ ਕੰਮ ਲਿਆ, ਤੇ ਬੜੀ ਹੀ ਤਕਲੀਫ ਦੇ ਵਿੱਚ, ਬੜੀ ਹੀ ਇਤਨਾ ਤਕਲੀਫ ਦੇ ਵਿੱਚ ਉਹਨਾਂ ਨੇ ਮੈਨੂੰ, ਯਾਨੀ ਕਿ ਬੰਦਾ ਕਹਿੰਦਾ ਸੀ ਇਹਦੇ ਨਾਲੋਂ ਤਾਂ ਚੰਗਾ ਮੌਤ ਆ ਜਾਏ, ਅੱਲਾ ਮਾਫੀ ਦੇ ਜੀ, ਅੱਲਾ ਮਾਫੀ, ਮੌਤ ਆ ਜਾਏ। ਤੇ ਜਿਸ ਵਕਤ ਉਹ ਬੰਨ ਦਿੰਦੇ ਸੀ ਉਹਦੇ ਖੁਰਲੇ ਨਾਲ, ਤੇ ਬੰਨ ਦੇਣਾ, ਤੇ ਉਹਨਾਂ ਨੂੰ ਕਹਿਣਾ ਨਾ ਪਾਣੀ ਦੇ, ਉਹਨੇ ਕਿ ਪਾਣੀ ਪੂਣੀ ਕੋਈ ਨਹੀਂ, ਅਸੀਂ ਆਪਣੇ ਆਪ ਬੜੀ ਦੂਰੋਂ ਭਰ ਕੇ ਲੈਂਦੇ। ਕਈ ਵਾਰੀ ਤਾਂ ਭਈਆ ਉੱਠਣੀ ਪਿਸ਼ਾਬ ਕਰਦੀ ਬੰਦਾ ਉਹੀ ਪੀ ਲੈਂਦਾ ਸੀ। ਅੱਲਾ ਮਾਫੀ ਦੇ ਜੀ। ਅੱਛਾ, इतना तकलीफ कटी है, फिर इतना तकलीफ काट के ना मेरे घरदिਆਂ ਨੂੰ ਪਤਾ ਸੀਗਾ ਕਿੱਧਰ ਗਿਆ ਕਿੱਧਰ ਨਹੀਂ। ਇਸ ਸਮੇਂ ਇਹਨਾਂ ਨੇ ਤੇ ਕੋਲ ਖਾਣੀ ਸਾਡਾ ਸਾਲ ਦਾ ਖਤਮ ਕਰਾ ਛੱਡਿਆ। ਬਾਅਦ ਜਿਸ ਵਕਤ ਕੀ ਨਾਲ ਯਾਨੀ ਕਿ ਮੈਨੂੰ ਉਹਨਾਂ ਦੀ ਕੋਈ ਨਾ ਥੋੜੀ ਬਹੁਤੀ ਨਾ ਜ਼ੁਬਾਨ ਦੀ ਸਮਝ ਲੱਗਣ ਲੱਗ ਗਈ, ਜਿਹੜੀ ਅਰਬੀ ਬੋਲਦੇ ਸੀਗੇ ਨਾ ਉਹ, ਹਾਂਜੀ, ਉਹਦੀ ਥੋੜੀ ਬਹੁਤੀ ਜਿਹੜਾ ਨਾ, ਯਾਨੀ ਕਿ ਵੇਲੋ ਹਾਜੀ ਇੰਝ ਦੀ ਗੱਲਾਂ ਕਰਦੇ ਸੀ, ਵੇਲੋ ਹਾਜੀ ਫੱਦਲ ਇਸ਼ਤਰੀ ਸ਼ੋਇਆ ਬਹਿ ਜਾ ਜੀ ਬਹਾਜ਼ਾ ਤੋਆਮ, ਇੰਝ ਦੀ ਯਾਨੀ ਕਿ ਗੱਲਾਂ ਦੀ ਮੈਨੂੰ ਕੋਈ ਨਾ ਥੋੜੀ ਬਹੁਤੀ ਸਮਝ ਲੱਗਣ ਲੱਗ ਗਈ। ਫਿਰ ਉਹਨਾਂ ਦੀ ਜਿਹੜਾ ਨਾ ਇੱਕ ਕੁੜੀ ਵਿਆਹੀ ਹੋਈ ਗਈ ਹੋਈ ਸੀਗੀ, ਉਹਨਾਂ ਨੇ ਕੁੜੀ ਵਿਆਹ ਕੇ ਦਿੱਤੀ ਸੀ, ਵੱਲਾ ਆਲਮ ਉਹ ਕਿੱਥੇ ਦਿੱਤੀ ਹੋਈ ਸੀ। ਉਹ ਦੀ ਉਹ ਕੁੜੀ ਜਿਹੜਾ ਨਾ ਕਦੀ ਕਦੀ 6 ਮਹੀਨੇ ਬਾਅਦ 8 ਮਹੀਨਿਆਂ ਬਾਅਦ ਉਹ ਚੱਕਰ ਲਾ ਲੈਂਦੀ ਸੀ। ਤੇ ਫਿਰ ਉਸ ਕੁੜੀ ਨੂੰ ਜਿਹੜਾ ਨਾ ਉਹਨੂੰ ਵਿਚਾਰੀ ਨੂੰ ਨਾ ਅੱਲਾ ਦਾ ਭਲਾ ਕਰੇ, ਜਿਹੜਾ ਨਾ ਉਹਨੂੰ ਬੜਾ ਤਰਸ ਆਇਆ। ਉਹਨੇ ਕਿਹਾ ਤੁਸੀਂ ਇਹ ਜਿਹੜੇ ਨਾ ਸਾਰੇ ਮੇਰੇ ਨਾਲ ਦੇ ਸਾਰੇ ਬੰਦੇ ਚਲੇ ਗਏ, ਮੇਰੇ ਨਾਲ ਦੇ ਸਾਰੇ ਜਿਹਨਾਂ ਦੇ ਪੈਸੇ ਦਿੱਤੇ ਉਹ ਸਾਰੇ ਚਲੇ ਗਏ। ਮੈਂ ਉਹਨਾਂ ਦੇ ਜਿਹੜਾ ਨਾ ਉਹ ਜਿਹੜੇ ਮੈਂ, ਤੁਸੀਂ ਯਕੀਨ ਕਰ ਲਓ ਜ਼ਾਹਿਰ ਭਾਈ, ਜਿਹੜਾ ਮੈਂ ਪੈਂਟ ਸ਼ਰਟ ਪਾ ਕੇ ਗਿਆ ਹੋਇਆ ਸੀ ਨਾ, ਮੈਂ 6 ਸਾਲ ਜਿਹੜਾ ਨਾ 6 ਸਾਲ ਉਸੇ ਜਿਹੜਾ ਨਾ ਸ਼ਰਟ ਤੇ ਉਸੇ ਪੈਂਟ 'ਚ ਰਿਹਾ ਮੈਂ। ਅੱਲਾਹ ਤਾਲਾ ਮਾਫੀ ਦੇ ਜੀ, ਕਰਮ ਕਰੇ ਤੁਹਾਡੇ ਤੇ। ਉਸੇ ਦੇ ਵਿੱਚ ਰਿਹਾ। ਉਹਨਾਂ ਜਿਹੜਾ ਨਾ ਜਾਂ ਇੱਕ ਉਹਨਾਂ ਨੇ ਦੁਪੱਟਾ ਜਿਹਾ ਦਿੱਤਾ ਸੀ ਸਿਰ ਤੇ ਬੰਨਣ ਵਾਸਤੇ, ਉਹਦੀ ਜਿਹੜਾ ਧੋਤੀ ਕਰਕੇ ਉਹਨਾਂ ਨੇ ਕਿਹਾ ਜੀ ਜਿੱਥੋਂ ਪਾਣੀ ਮਿਲਦਾ ਉਹ ਧੋਲਾ ਜਾ ਕੇ, ਉਹ ਜਿਹੜਾ ਪਾਣੀ ਉਹ ਦਿੰਦੇ ਸੀ ਉਹ ਥੋੜਾ ਕਰਕੇ ਉਹਦੇ ਤੇ ਖਾਲੀ ਉਹ ਯਾਨੀ ਕਿ ਬੰਦਾ ਉਹਦੇ ਵਿੱਚ ਨਿਤਾਰ ਕੇ ਨਾ ਨਿਚੋੜ ਕੇ ਉਹੀ ਪਾ ਲੈਂਦਾ ਸੀਗਾ। ਤੇ ਉਹਨੇ ਉਹ ਜਿਹੜੀ ਉਹਨਾਂ ਦੀ ਉਹ ਕੁੜੀ ਸੀ, ਉਹਨੂੰ ਜਿਹੜਾ ਨਾ ਉਹ ਕਦੀ 6 ਮਹੀਨੇ ਬਾਅਦ ਆਉਂਦੀ ਸੀ, ਕਦੀ 8 ਮਹੀਨੇ ਬਾਅਦ ਆਉਂਦੀ ਸੀ। ਉਹਨੂੰ ਜਿਹੜਾ ਨਾ ਉਹਨੂੰ ਆਉਂਦਾ ਸੀਗਾ ਤਰਸ, ਨਾ ਉਹਨਾਂ ਦੀ ਔਰਤਾਂ ਨੂੰ ਤਰਸ ਆਉਂਦਾ, ਨਾ ਉਹਨਾਂ ਦੇ ਬੱਚਿਆਂ ਨੂੰ ਤਰਸ ਆਉਂਦਾ, ਨਾ ਉਹਨਾਂ ਦੇ ਜਿਹੜਾ ਨਾ ਕੀ ਮਤਲਬ ਬਾਬਿਆਂ ਨੂੰ ਤਰਸ ਆਉਂਦਾ, ਬਸ ਉਹਨਾਂ ਨੂੰ ਪੈਸੇ ਨਾਲ ਗਰਜ ਸੀਗੀ। ਕਾਫਰ ਜੀ ਲੋਕ, ਕਾਫਰ ਜੀ, ਮੈਂ ਕਿਹਾ ਕਾਫਰ ਲੋਕ, ਅੱਲਾ ਮਾਫੀ ਦੇ ਬਚਾਏ ਇਹਨਾਂ ਕੋਲੋਂ। ਤੇ ਉਸ ਤੋਂ ਬਾਅਦ ਜਿਹੜਾ ਨਾ ਉਹ ਉਹਨਾਂ ਦੇ ਬਾਬੇ ਸੀਗੇ ਉਸ ਚਰਾਓ, ਤੇ ਫਿਰ ਉਹਨਾਂ ਦੀ ਵਾਸਤੇ ਜਿਹੜਾ ਨਾ ਉਹਨਾਂ ਨੇ ਆਪਣਾ ਮੁੰਡਾ ਨਾਲ ਕਰਨਾ, ਜਾਓ ਜੀ ਪਾਣੀ ਭਰੇਗਾ ਉੱਥੋਂ, ਜਿਹੜੇ ਥੱਲੇ ਜਿਹੜਾ ਨਾ ਉਹ ਬੋਕੇ ਸੁੱਟ ਕੇ ਨਾ ਉਹ ਲਹਿਰਾਂ ਪਾਣੀ ਛੱਡਦੀਆਂ ਹੁੰਦੀਆਂ ਨਾ ਉੱਥੇ ਰੇਤਲੇ ਇਲਾਕੇ ਦੇ ਵਿੱਚ ਲਹਿਰ ਪਾਣੀ ਛੱਡਦੀ। ਉਹਨੇ ਬੋਕੇ ਉਹਨਾਂ ਦੇ ਮੁੰਡੇ ਨੇ ਜਿਹੜਾ ਨਾ ਉਹ ਬੰਦੂਕਾਂ ਲੈ ਕੇ ਜਾਂ ਜਿਹੜਾ ਨਾ ਜਾਂ ਪੈਪ ਪੂਪ ਛੋਟੇ ਲੈ ਕੇ ਉਹਨਾਂ ਨੇ ਬਹਿ ਜਾਣਾ। ਉਹਨਾਂ ਨੇ ਕਹਿਣਾ ਚੱਲ ਜੀ ਮਸ਼ਕੀਲੇ ਪਾਣੀ ਦੇ ਪਾਸ ਸਾਰਾ ਦਿਨ ਜਿਹੜਾ ਨਾ ਲੱਗ ਜਾਂਦਾ ਸੀਗਾ। 10-10 ਮਸ਼ਕੀਲੇ ਪਾਣੀ ਦੇ ਭਰਨੇ, ਭਰ ਕੇ ਜਿਹੜਾ ਨਾ ਫਿਰ ਉਹਦੇ ਉੱਤੇ ਊਠਾਂ ਦੇ ਉੱਤੇ ਲੱਦਣੇ, ਲੱਦ ਕੇ ਫਿਰ ਜਿਹੜਾ ਨਾ ਉਹਨਾਂ ਦੀ ਮੁਹਾਰਾ ਨੱਪ ਕੇ ਫਿਰ ਤਕਰੀਬਨ 7-8 ਕਿਲੋਮੀਟਰ ਪੈਦਲ ਜਾਣਾ। ਪੈਦਲ ਜਾ ਕੇ ਫਿਰ ਉਹਨਾਂ ਨੂੰ ਪਾਣੀ ਦੇਣਾ। ਫਿਰ ਜਿਸ ਵਕਤ ਆ ਜਾਣਾ ਫਿਰ ਉਹ ਕਿਤੇ ਬਾਬੇ ਨੇ ਕਹਿ ਦੇਣਾ ਉਹਨਾਂ ਦੇ ਜਿਹੜਾ ਨਾ ਆ ਕੇ ਸਿਰ ਨੂੰ ਘੋਟਿਆ, ਬਾਹਾਂ ਦਬਾ, ਲੱਤਾਂ ਦਬਾ, ਐਂ ਦੇ ਜਿਹੜਾ ਨਾ ਉਹਨਾਂ ਨੇ ਕਰਨਾ। ਜੋ ਏਡੇ ਜ਼ਾਲਮ ਸੀਗੇ, ਅਗਰ ਉਹਨਾਂ ਨੂੰ ਯਾਨੀ ਕਿ ਥੋੜਾ ਜਿਹਾ ਹੱਥ ਮੱਠਾ ਘੱਟ ਹੋ ਜਾਵੇ ਉਸੇ ਟਾਈਮ ਜਿਹੜਾ ਨਾ ਉਹ ਲਿੱਤਰ ਲੈ ਕੇ ਨਾ ਚਮੜੇ ਦੇ ਜੁੱਤੀਆਂ ਪਾਉਂਦੇ ਚਮੜੇ ਦੀਆਂ, ਉਹ ਲੈ ਕੇ ਭਾਈ ਉਹਨਾਂ ਨੇ ਨੀਲੋ ਨੀਲ ਕਰ ਦੇਣਾ। ਤੇ ਨਾ ਮੈਂ 6-6.5 ਸਾਲਾਂ ਦੇ ਵਿੱਚ ਉਹਨਾਂ ਨੇ ਕਦੀ ਮੈਨੂੰ ਮੰਜੀ ਤੇ ਨਹੀਂ ਸਵਾਇਆ। ਜਾਂ ਕਈ ਥੱਲੇ ਜਿਹੜੇ ਨਾ ਹੁੰਦੇ ਤਲਾਈ ਹੋਵੇ ਨਾ, ਤਲਾਈ ਉਹ ਵੀ ਕੋਈ ਨਾ ਜਿਹੜਾ ਨਾ ਦਿੱਤੀ। ਮੇਰੇ ਜਿਸ ਵਿਆਹ ਏਡੇ ਸਗਣੇ ਵਾਲ ਸੀਗੇ ਨੇ ਮੇਰੇ ਸਿਰ ਤੇ, ਜਿੱਦਾਂ ਕੋਈ ਸਾਰ ਨਹੀਂ। ਤੇ ਨਾ ਹੀ ਜਿਹੜਾ ਨਾ ਕਦੀ ਉਹਨਾਂ ਨੂੰ ਕਹਿ ਦਿੱਤਾ ਨਾ ਉਹਨਾਂ ਮੁੰਡਿਆਂ ਨੂੰ ਕਿ ਮੈਨੂੰ ਸਾਬਣ ਲਿਆ ਦੇ, ਮੈਂ ਇੱਥੇ ਨਹਾਣਾ। ਉਹਨੇ ਕਿਹਾ ਤੂੰ ਇੱਥੇ ਟੂਰ ਤੇ ਆਇਆ ਐਸਾ। ਤਾਂ ਫਿਰ ਉਹ ਜਿਹਨਾਂ ਦੀ ਉਹਨਾਂ ਦੀ ਜਿਹੜੀ ਉਹ ਸੀਗੀ ਨਾ ਨਾਲ ਉਹ
ਅਸਲ ਮਾਲਕ ਉਹਨਾਂ ਦੀ ਲੜਕੀ। ਹਾਂਜੀ। ਉਹਨੇ ਮੈਨੂੰ ਕਿਹਾ ਸੀਗਾ ਕਿ ਅਸੀਂ ਨਾ ਜਿਸ ਦਿਨ ਆਉਣਾ ਹੈ ਨਾ ਇੱਥੇ, ਯਾਨੀ ਕਿ ਉਹਦੀ ਮੇਰੀ ਗੱਲ ਹੋ ਗਈ ਸੀ ਕਿ ਜਿਸ ਵਕਤ ਮੈਂ ਇੱਥੋਂ ਆਵਾਂਗੇ ਇਹਨਾਂ ਦੇ ਘਰ ਆਵਾਂਗੇ ਤਾਂ ਉਸ ਦਿਨ ਅਸੀਂ ਰਾਤ ਨੂੰ ਨਿਕਲ ਜਾਣਾ। ਤੂੰ ਇਹ ਕੰਮ ਕਰੀ ਕਿ ਜਿਵੇਂ ਵੀ ਹੈ ਨਾ ਤੂੰ ਨਾ ਇਹਨਾਂ ਤੋਂ ਨਜ਼ਰ ਬਚਾ ਕੇ ਸਾਡਾ ਜਿਹੜਾ ਡਾਲਾ ਹੈ ਨਾ, ਤੂੰ ਅਗਰ ਡਾਲੇ ਦੇ ਪਿੱਛੇ ਤੂੰ ਬਹਿ ਗਿਆ ਨਾ, ਅਸੀਂ ਫੇਰ ਤੈਨੂੰ ਲੈ ਕੇ ਜਿਹੜਾ ਨਾ ਚਲੇ ਜਾਵਾਂਗੇ ਤੇ ਜਿੱਥੇ ਤੂੰ ਕਹੇਂਗਾ ਅਸੀਂ ਤੈਨੂੰ ਉੱਥੇ ਲਾ ਦਾਂਗੇ ਤੇ ਜਿਹੜਾ ਨਾ ਇਹਨਾਂ ਨੇ ਤੇਰੀ ਸਾਰੀ ਜ਼ਿੰਦਗੀ ਜਾਨ ਨਹੀਂ ਛੱਡਣੀ। ਮੈਂ ਕਿਹਾ ਚਲੋ ਠੀਕ ਹੈ ਜੀ। ਉਹਨੇ ਜਿਹੜੀ ਖੁਰਲੀ ਦੇ ਨਾਲ ਮੈਨੂੰ ਜਿਹੜਾ ਨਾ ਉਹਨਾਂ ਨੇ ਬੰਨਿਆ ਸੀ ਨਾ, ਤੇ ਉਹਦੀ ਨਾ ਮੈਂ ਉਹ ਜਿਹੜੀ ਅੰਦਰ ਬਾਹਰ ਪੱਤਰੀ ਹੁੰਦੀ ਨਾ, ਮੈਂ ਉਹਨੇ ਬਿਲਕੁਲ ਸਿੱਧੀ ਕਰਦੀ, ਇੰਝ ਖੁੱਲੀ ਹੁੰਦੀ, ਉਹ ਵੀ ਜਿਹਾ ਬਣਿਆ ਹੁੰਦਾ, ਉਹ ਮੈਂ ਨਾ ਬਿਲਕੁਲ ਨਾਲ ਕਰ ਛੱਡੀ, ਯਾਨੀ ਕਿ ਸਿੱਧੀ ਬਿਲਕੁਲ ਕਰ ਛੱਡੀ। ਉਹਨਾਂ ਦੇ ਤਕਰੀਬਨ ਕੋਈ 1 ਕਿਲੋਮੀਟਰ ਜਿਹੜਾ ਨਾ ਉਹਨਾਂ ਦੀ ਉਹ ਪਈ ਹੋਈ ਸੀ ਕਿ ਗੱਡੀ ਖਲੋਤੀ ਸੀ 1 ਕਿਲੋਮੀਟਰ। ਉਹਨੇ ਕਿਹਾ ਤੂੰ ਜਾਏਗਾ, ਤੂੰ ਯਾਨੀ ਕਿ ਅਸੀਂ ਜਿਸ ਵਕਤ ਜਾਵਾਂਗੇ ਨਾ, ਤੂੰ ਇਸ ਤੋਂ ਪਹਿਲੇ ਜਿਹੜਾ ਤੂੰ ਇਹਦੇ ਵਿੱਚੋਂ ਨਿਕਲ ਕੇ ਤੇ ਉੱਥੋਂ ਡਾਲੇ ਦੇ ਵਿੱਚ ਜਾ ਕੇ ਬਹਿ ਜਾਣਾ। ਅਸੀਂ ਕਿਹਾ ਚਲੋ ਠੀਕ ਹੈ ਜੀ। ਮੈਂ ਕਿਹਾ ਚਲੋ ਠੀਕ ਹੈ, ਮੈਂ ਬਹਿ ਜਾਵਾਂਗਾ ਜਾ ਕੇ ਡਾਲੇ ਦੇ ਵਿੱਚ। ਆਖਿਰ ਉਹਨਾਂ ਦਾ ਜਾਣ ਦਾ ਟਾਈਮ ਹੋ ਗਿਆ, ਮੈਂ ਭੁੱਖ ਦੇ ਮਾਰੇ ਤਾਂ ਜਾਣ ਭੈਣ ਮੈਂ ਸੰਗਲੀ ਛਿੱਕੀ ਗਈ ਨਾ, ਸੰਗਲੀ ਛਿੱਕੀ ਗਈ ਨਾ। ਆਖਿਰ ਉਹ ਜਿਸ ਟਾਈਮ ਉਹਨਾਂ ਨੂੰ 2 ਮਿੰਟ ਹੋ ਗਏ ਨਾ ਗਏ ਨੂੰ, ਤੇ ਕਿਉਂਕਿ ਉਹਨਾਂ ਨੇ ਇਹਨਾਂ ਨੂੰ ਕੋਈ ਨੀ ਹੁੰਦੀ ਕਿ ਸਾਡੀ ਕੁੜੀ ਜਾ ਰਹੀ ਤੇ ਜਾਂ ਸਾਡਾ ਜਵਾਈ ਜਾ ਰਿਹਾ, ਇਹਨਾਂ ਨੂੰ ਬੂਹੇ ਤੇ ਜਾਂ ਗੱਡੀ ਤੇ ਹੀ ਛੱਡ ਕੇ ਆਓ। ਏਡੇ ਬੇਗੈਰਤ ਜੇ ਲੋਕ ਆ, ਉਹਨਾਂ ਨੂੰ ਕੋਈ ਨੀ ਇਸ ਗੱਲ ਦਾ ਬਿਲਕੁਲ ਵੀ। ਉਹਨਾਂ ਨਾ ਅੰਦਰੋਂ ਨਿਕਲੇ, ਉਹ ਝੁੱਗੀਆਂ ਦੇ ਵਿੱਚੋਂ ਨਾ ਅੰਦਰੋਂ ਨਿਕਲੇ ਤੇ ਨਾ ਜਿਹੜਾ ਨਾ ਉਹ ਛੱਡਣ ਵਾਸਤੇ ਗਏ। ਉਹਨੇ ਕੁੜੀ ਨੇ ਮੈਨੂੰ ਇਸ਼ਾਰਾ ਕੀਤਾ, ਉਹਦੇ ਜਵਾਈ ਨੇ ਇਸ਼ਾਰਾ ਕੀਤਾ ਕਿ ਜਿਹੜਾ ਨਾ ਆ ਜਾ ਸਾਡੇ ਪਿੱਛੇ। ਮੇਰੇ ਕੋਲ ਬਈ ਉਹ ਛਿੱਕੀਵੇਂ ਨਾ, ਆਖਿਰੀ ਮੈਂ ਜ਼ੋਰ ਮਾਰਿਆ ਤੇ ਜਿਹੜਾ ਨਾ ਉਹ ਬਈ ਉਹ ਨਿਕਲ ਆਈ, ਉਹਨਾਂ ਦੀ ਉਹ ਕੁੰਡੀ ਨਿਕਲ ਆਈ। ਜਿਸ ਟਾਈਮ ਕੁੰਡੀ ਨਿਕਲ ਆਈ, ਜਿਹੜੇ ਪਾਸੇ ਉਹ ਗਏ ਸੀਗੇ, ਮੈਂ ਕਿਉਂਕਿ ਰਸਤੇ ਦੇ ਤੇ ਮੈਨੂੰ ਪਤਾ ਸੀਗਾ, ਮੈਂ ਉਹਨਾਂ ਦੇ ਪਿੱਛੇ ਦੌੜਿਆ ਗਿਆ। ਆਖਿਰੀ ਜਿਹੜਾ ਨਾ ਉਹਨਾਂ ਦੇ ਡਾਲੇ ਤੇ ਹੀ ਪਹੁੰਚ ਗਿਆ। ਉਹ ਡਾਲੇ ਤੇ ਯਾਨੀ ਕਿ ਪਹੁੰਚੇ ਨਹੀਂ ਸੀਗੇ, ਮੈਂ ਉਹਨਾਂ ਤੇ ਪਹਿਲੇ ਪਹੁੰਚ ਗਿਆ ਡਾਲੇ ਦੇ ਜਾ ਕੇ। ਮੈਂ ਬਈ ਪਿੱਛੇ ਜਿਹੜਾ ਨਾ ਪਿਆ ਜਾ ਕੇ ਤੇ ਉਹ ਉਹਨਾਂ ਨੇ ਪਿੱਛੇ ਨਾ ਭੇਡਾਂ ਲੱਦੀਆਂ ਹੋਈਆਂ ਸੀਗੀਆਂ। ਉਹਦੇ ਜਵਾਈ ਨੇ ਨਾ ਸਹੁਰੇ ਕੋਲੋਂ ਨਾ ਭੇਡਾਂ ਲਈਆਂ ਸੀਗੀਆਂ। ਬਈ ਉਹ ਜਾ ਕੇ ਉਹਨਾਂ ਭੇਡਾਂ ਦੇ ਵਿੱਚ ਜਾ ਕੇ ਮੈਂ ਇੰਝ ਆਰਾਮ ਨਾਲ ਬਹਿ ਗਿਆ। ਫਿਰ ਉਹਨਾਂ ਨੇ ਗੱਡੀ ਚਲਾਈ, ਗੱਡੀ ਚਲਾ ਕੇ ਤੇ ਉਹ ਤੁਰਕੀ ਦੇ ਬੰਦੇ, ਕੋਈ ਬਾਰਡਰ ਲੱਗਦਾ ਤੁਰਕੀ ਦਾ, ਉੱਥੋਂ ਨਾ ਸੋਨਾ ਕੱਢਦੇ ਆ। ਤੁਰਕੀ ਦੇ ਬੰਦੇ ਨੇ ਉੱਥੇ ਲੱਗੇ, ਉੱਥੇ ਪਤਾ ਨੀ ਉਹ ਬਾਰਡਰ ਤੁਰਕੀ ਦਾ ਲੱਗਦਾ, ਪਤਾ ਨੀ ਉਹ ਉੱਥੋਂ ਤੁਰਕੀ ਦੇ ਬੰਦੇ ਸੀਗੇ ਬਟਾਲਾ, ਉੱਥੇ ਜਿਹੜਾ ਨਾ ਉਹ ਸੋਨਾ ਕੱਢਦੇ ਸੀਗੇ। ਉਹਨਾਂ ਨੇ ਲੈ ਜਾ ਕੇ ਮੈਨੂੰ ਜਿਹੜਾ ਨਾ ਉਹਨਾਂ ਦੇ ਕੋਲ ਛੱਡ ਦਿੱਤਾ। ਸੰਗਲੀ ਮੇਰੇ ਪੈਰ ਦੇ ਵਿੱਚ ਸੀਗੀ। ਉਹਨੇ ਕਿਹਾ ਯਾਰ ਜਿਹੜਾ ਨਾ ਬੰਦਾ, ਉਹਨੂੰ ਅਰਬੀ ਜ਼ੁਬਾਨ ਦੇ ਵਿੱਚ ਗੱਲ ਕੀਤੀ ਕਿ ਪਾਕਿਸਤਾਨੀ ਹੈ, 6.5 ਸਾਲ ਤੋਂ ਨਾ ਫਲਾਨ ਦਿਨ ਫਲਾਨ ਦੀ ਕੈਦ ਸੀਗਾ, ਜਿਹੜਾ ਨਾ ਅੱਜ ਸਾਨੂੰ ਰਸਤੇ ਦੇ ਵਿੱਚ ਮਿਲਿਆ, ਤੇ ਮਿਹਰਬਾਨੀ ਕਰੋ ਤੁਸੀਂ ਇਹਨੂੰ ਆਪਣੇ ਕੋਲ ਰੱਖ ਲਓ। ਜਿਸ ਟਾਈਮ ਤੁਸੀਂ ਜਿਹੜਾ ਨਾ ਜਾਂ ਤੁਰਕੀ ਜਾਓ ਜਾਂ ਜਿਹੜਾ ਨਾ ਸੁਡਾਨ ਜਾਓ, ਤੁਸੀਂ ਇਸ ਬੰਦੇ ਨੂੰ ਨਾਲ ਲੈ ਜਾਓ। ਉਹਨਾਂ ਨੇ ਕਿਹਾ ਠੀਕ ਹੈ ਜੀ। ਉਹਨੇ ਕਿਹਾ ਜੀ ਅਸੀਂ ਇਹਨੂੰ ਇਹ ਕਰ ਸਕਦੇ, ਇਹਨੂੰ ਰੋਟੀ ਅਸੀਂ ਦੇ ਸਕਦੇ ਹਾਂ, ਪਾਣੀ ਇਹਨੂੰ ਦੇ ਸਕਦੇ ਹਾਂ, ਕੱਪੜੇ ਇਹਨੂੰ ਦੇ ਸਕਦੇ ਹਾਂ। ਇੱਥੋਂ ਬਾਹਰ ਨਾ ਨਿਕਲੇ, ਐਵੇਂ ਕੋਈ ਬੰਦਾ ਇੱਥੋਂ ਜਿਹੜਾ ਨਾ ਇੱਥੇ ਮੁਕਾਮੀ ਬੰਦਾ ਸੁਡਾਨੀ ਆ ਜਾਏ ਜਾਂ ਜਿਹੜਾ ਨਾ ਇਹਦਾ ਕੋਈ ਪਿੱਛੇ ਲੱਭਣ ਵਾਸਤੇ ਆ ਜਾਏ ਨਾ, ਸਾਡੀ ਜਾਨ ਨੂੰ ਮੁਸੀਬਤ ਬਣ ਜਾਣੀ ਹੈ। ਅਸੀਂ ਇੱਥੇ ਮੁਲਾਜ਼ਮ ਬੰਦੇ ਹਾਂ। ਮੈਂ ਕਿਹਾ ਤੁਸੀਂ ਬੇਫਿਕਰ ਹੋ ਜਾ, ਮੈਂ ਜਿਹੜਾ ਨਾ 4 ਦੀਵਾਰੀ ਦੇ ਵਿੱਚੋਂ ਨਿਕਲਣਾ ਕੋਈ ਨੀ। ਉਹਨਾਂ ਨੇ ਬਈ ਉਹ ਸ਼ੂਬ ਕਰਾਈ ਮੇਰੀ, ਜਿਹੜਾ ਨਾ ਵਾਲ ਵੂਲ ਜਿਹੜੇ ਸੀਗੇ ਉਹਨਾਂ ਨੇ ਉਹ ਟੁੰਡ ਕਰਾਈ ਮੇਰੀ ਨੇ, ਮੇਰਾ ਹੁਲੀਆ ਉਹਨਾਂ ਨੇ ਤਬਦੀਲ ਕੀਤਾ। ਉਹਨਾਂ ਨੇ ਰੋਟੀ ਦਿੱਤੀ। ਉਹ 6.5 ਸਾਲਾਂ ਦੇ ਵਿੱਚ ਮੈਂ ਪਹਿਲੀ ਵਾਰੀ ਜਿਹੜਾ ਨਾ ਰੱਜ ਕੇ ਰੋਟੀ ਖਾਧੀ ਉੱਥੇ। ਫਿਰ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਜਿਹੜਾ ਨਾ ਤਕਰੀਬਨ 15 ਦਿਨ ਬਾਅਦ ਉਹ ਸੋਨਾ ਕੱਢਦੇ ਹੁੰਦੇ ਸੀ। ਫਿਰ ਉਹਨਾਂ ਨੂੰ ਜਿਹੜਾ ਨਾ ਉਹ ਜਿਹੜੇ ਬਿਸਕਟ ਜੇ ਬਣਾਏ ਹੋਏ ਸੀ ਨਾ ਉਹਨਾਂ ਨੇ ਉਹ ਸੋਨੇ ਦੇ, ਉਹਨਾਂ ਨੇ ਭਾਈ ਉਹ ਲੈ ਕੇ ਤੇ ਡਾਲੇ ਦੇ ਵਿੱਚ ਮੈਨੂੰ ਬਹਾ ਕੇ ਮੇਰਾ ਹੁਲੀਆ ਚੇਂਜ ਕਰ, ਉਹਨਾਂ ਨੇ ਮੈਨੂੰ ਆਪਣੀ ਪੈਂਟ ਵੀ ਦਿੱਤੀ, ਸ਼ਰਟ ਵੀ ਦਿੱਤੀ। ਉਹਨਾਂ ਨੇ ਜਿਹੜਾ ਨਾ ਸੇਫਟੀ ਵਗੈਰਾ ਸਾਰਾ ਕੁਝ ਉਹਨਾਂ ਨੇ ਮੈਨੂੰ ਦਿੱਤਾ ਤੇ ਜਿਹੜਾ ਨਾ ਮੈਂ ਜੇ ਬਿਲਕੁਲ ਯਾਨੀ ਕਿ ਜਿਵੇਂ ਉਹਨਾਂ ਦਾ ਆਪਣਾ ਬੰਦਾ ਲੈ ਕੇ ਚਲੇ ਗਏ। ਜਿਸ ਵਕਤ ਉਹ ਗਏ ਜੀ ਸੁਡਾਨ ਉਹ ਸੋਨਾ ਵੇਚਣ ਵਾਸਤੇ ਗਏ ਸੀਗੇ ਉਹ ਬੰਦੇ। ਉਹ ਯਾਨੀ ਕਿ ਉਹ ਸੋਨਾ ਵੇਚ ਕੇ ਉਹਨਾਂ ਦੀ ਕੰਪਨੀ ਦੇ ਬੰਦੇ ਨੇ ਦਿੱਤਾ, ਸੋਨਾ ਵੇਚ ਕੇ ਉਹਦੇ ਬਦਲੇ ਖੁਰਾਕ ਲੈਣ ਗਏ ਸੀ। ਤੇ ਉਹਨਾਂ ਨੇ ਰਸਤੇ ਦੇ ਵਿੱਚ ਇੱਕ
इतना क्या नहीं कि दसा कि यह भी सारे जड़े ना डैंकर जा रहे, यह भी सारे डैंकर जा रहे। दुनिया इतनी बेवकूफ हुई पई है जिवें पता नहीं उत्थे तेल निकल आया, पता नहीं की है की नहीं। चलो जी, फिर उत्थे उन्होंने लैके मैनू आ गए जड़ा ना सुडान लैके आ गए। सुडान जिस वक्त मैनू लैके आए, मेरे को मेरे घर का नंबर सीगा। मैं पहले जड़ा ना राती तकरीबन उत्थे ना पाकिस्तान दे विच 2-2:30 का टाइम सीगा, तो मैं उन्होंने पहली बारी जड़ा ना उन्होंने बंदियां ने मैनू फोन कराया। मैं अपने घर जड़ा ना फोन किया, मेरा पूरा महला जाग गया कि इन्हां दा मुंडा जड़ा 6.5 साल बाद जिंदा वापस पता लग गया। उन्होंने फिर उस वक्त उन्होंने मैनू की दसना सीगा, उन्होंने कहा जी तेरे गम दे विच तेरा प्यो भी जड़ा ना चल गया, अब्बा तेरा मर गया, ते मां तेरी बड़ी परेशान, तेरे भाई दिन रात रोंदे है। ते फिर उन्होंने मेरे भाइयों ने जड़ा ना उत्थे सुडान दे विच ना बंदियां ने राबते कीते सीगे कि अगर किन्नलवे कभी भी फोन करे ते असी जिथे तू होएगा ते जड़ा ना असी ओदा दस दांगे। ते मैं ना उत्थे एक बकाला जिहा सीगा ना, मुजम्मा जिहा सीगा, मुजम्मा सुलेमान दबूस, उहदे विच जड़ा ना मैं उन्होंने मैनू जड़े सोना बेचण आए सी, उन्होंने मैनू उत्थों फोन कराया पाकिस्तान दे। मैं जिवें फोन किया, मेरे भरावां ने जड़ा ना जड़े सुडान दे विच उन्हां दे तलक वाले सी या जड़े बंदियां दे पहले नंबर लए सीगे, उन्होंने सारियां नूं फोन किए कि यार साडा भाई जड़ा ना जिंदा पता लग गया, जिंदा है। तो मुजम्मा सुलेमान दबूस दे विच उन्हें फोन किया तो फलाने फलाने थान ते है। उन्हें कहा ठीक है। कई बंदे फिर जो टैक्सी ड्राइवर सीगे, यानी कि क्योंकि पता लग जाता कि फलाना बंदा पाकिस्तानी है, तो जड़ा ना अगले उन्होंने ड्राइवरों को फोन किया कि पूरे सुडान दे विच फिरदे होने, उन्होंने जगह का भी पता होगा, जिथे फोन करेगा तो जड़ा ना उत्थे अगले पहुंच जाएंगे। फिर उन्होंने मैनू जड़ा ना कोई रहीम यार खान का जड़ा ना सीगा मोहम्मद अफजल भाई, उन्हें जड़ा ने मैनू फोन किया। उन्हें कहा जी जेड़े बोट ते खलोता है, मैं कहा जी मैं फलाने बोट सुलेमान दबूस है, तो उत्थों मैं जड़ा ना फोन कर रहा था, तू जड़ा ना उत्थे ना 15 मिनट रुक, मैं तेरे कोल जड़ा ना 15 मिनट दे विच ही आया। मैं कहा चलो सही है भाई। अच्छा, मैं जड़ा ना उन्हें मैनू 15-20 मिनट बाद अद्धा घंटा लगा, उन्होंने मैनू जड़ा ना फोन किया। जड़े मेरे नाल दे सीगे ना बंदे, जड़े मैनू नाल सुडान दे विच लैके आए, उन्होंने कहा भैया साडे कोल इतना टाइम कोई नहीं है, असी वापस भी जाना, ते तेरी मेहरबानी तेन कोई और शायद चाहिए। मैं कहा तुसीं ऐं करो, ज्यादा नहीं ना मैनू 2-3 रुपये इत्थों दे दिओ, आई समझ, ते मैनू ना कोई खान पीन वास्ते लै दो, मैनू ना यानी कि मैनू भुख भी लगी। उन्होंने कहा चलो ठीक है। उन्होंने मैनू उत्थों बर्गर जिहा लैके दिता, बांह जेडा बर्गर होंदा उत्थे, ऐ सुक्की जी रोटी जी हुंदी है, जिवें बर्गर नहीं होंदा। हाँ जी, मैनू पता, सोमी ओनू कहंदे, सोमी तुर्की विच ओनू सोमी कहंदे वे, लंबी जी हुंदी है, पूरी कूनी जिन्नी हुंदी है। हाँ जी, उन्हें मैनू वो लैके दे छड़िया। हाँ जी, ते मैं एक जूस का डब्बा लैके दे छड़िया, मैं वो छोटा जिहा जिहड़ा सी उन्होंने मैनू लैके मैं तकरीबन फिर उसे जड़े ना दुकानदार को ना उसे मुसलमान जिस को मैं फोन किया सुलेमान दबूस को, उसे उस जगह ते फिर फोन आ गया। उन्हें मैनू सदया ताल या हबीबी जी अपनी रकम फी टेलीफोन, मैनू उन्होंने कहा कि तेरा टेलीफोन है। मैं कहा अच्छा भाई। मैं गया, उसने कहा जी किथे है तू, मैं तेन वेख्या होया कोई नहीं है, ते जेड़ी बाहर जेड़ा ना गड्डी बैला मारती है ना, तो उस गड्डी दे विच आके बह जा। मैं गड्डी लैके खलोता हाँ, मैं जड़ा ना ओनू कान तो फोन जड़ा ना बंदा लाइटा मार रहा ते बैला दे रहा, मैं क्या वही है। मैं ओदे कोल गया, मैं कहा हाँ जी की ना था उन्होंने, तेरा ना खालिद, मैं कहा हाँ जी मेरा ना खालिद। उन्हें के अंदर बह जा, मैं अंदर बैठा, मैं रो ही जावा उत्थे बह के ना अंदर, रो ही जावा। उन्हें कहा भाई रोन का फायदा की है इस समय। मैं कहा यार जड़ा ना मेरी जिंदगी की सारियां तो वड्डी गलती कि मैं जड़ा ना इस पासे निकलिया। मैं अपना उत्थे मेहनत मजदूरी करदा सी, मैं कहा मैं सारियां तो सोहना सी उत्थे, ठीक है। तो मैं क्या हुण वेख ला कहंदा मेरा रंग हो गया, तो उन्हें कहा तू छड़ परां, तू चल मेरे नाल। अच्छा, फिर उन्हां दी जड़ा ना जड़ा साले सीगा ना, साले मुहम्मद, ओदी जड़ा ना मैं कहंदा हर बंदा ओदा मुखबर, हर बंदा
ਉਹ ਜਿਹੜੇ ਮੈਂ ਸੁਲੇਮਾਨ ਦਬੂਸ ਤੋਂ ਮੈਨੂੰ ਫੋਨ ਕੀਤਾ, ਜਿਸ ਬੰਦੇ ਕੋਲੋਂ ਫੋਨ ਕੀਤਾ ਉਹ ਕੋਈ ਪਾਕਿਸਤਾਨੀ ਹੈ, ਆਪਣਾ ਨਾਂ ਜਿਹੜਾ ਨਾ ਉਹਨੇ ਅਰਬੀ ਦੇ ਵਿੱਚ ਉਹਨੇ ਕਿਹਾ ਪਾਕਿਸਤਾਨੀ ਹੈ, ਆਪਣਾ ਨਾਂ ਖਾਲਦ ਦੱਸ ਰਿਹਾ, ਤੇ ਜਿਹੜਾ ਨਾ ਉਹ ਇੱਥੇ ਉਹਨੂੰ ਉਹ ਫਲਾਣੇ ਹਵੇਲੀਆਂ ਦੇ ਵਿੱਚ ਹੈ ਕਿ ਹਵੇਲੀ, ਉਹ ਜਿਹੜਾ ਉਹ ਰੇਤਲਾ ਇਲਾਕਾ ਸੀ ਨਾ, ਹਾਂਜੀ, ਉਹਨਾਂ ਨੇ ਜਿਹੜੇ ਮੈਨੂੰ ਉਹ ਲੈ ਕੇ ਆਏ ਸੀ ਕਿ ਨਾਲੇ ਜਿਹੜੇ ਉਹ ਸੋਨਾ ਕੱਢਦੇ ਸੀ, ਉਹਨਾਂ ਨੂੰ ਦੱਸਿਆ ਕਿ ਇਹਨੂੰ ਹਵੇਲੀ ਦੇ ਵਿੱਚੋਂ ਭੱਜ ਕੇ ਸਾਡੇ ਕੋਲ ਆਇਆ, ਅਸੀਂ ਇਹਨੂੰ ਇੱਥੇ ਲੈ ਕੇ ਆਏ। ਉਹਨੇ ਦਸਤੀ ਜਿਹੜਾ ਨਾ ਉਹਨੂੰ ਫੋਨ ਕਰ ਛੜਿਆ, ਉਹ ਸਾਲੇ ਨੂੰ, ਹਰ ਬੰਦਾ, ਮੈਂ ਕਹਿੰਦਾ ਉੱਥੇ ਮੁਕਬਰ ਹਰ ਬੰਦਾ। ਅੱਛਾ, ਉਹਨੇ ਸਾਲੇ ਨੂੰ ਫੋਨ ਕੀਤਾ ਕਿ ਉਹਨੇ ਕਿਹਾ ਯਾਰ ਇੱਥੇ ਜਿਹੜਾ ਨਾ ਅਲੀ ਸ਼ੇਰ ਖਾਨ ਨੂੰ ਆਉਣਾ ਹੈ ਪਾਕਿਸਤਾਨ ਦੇ ਜੰਗ ਤੋਂ। ਉਹਨੇ ਕਿਹਾ ਅਲੀ ਸ਼ੇਰ ਦਾ ਬੰਦਾ ਭੱਜਿਆ ਹੋਇਆ ਸੀਗਾ ਇਸ ਸਮੇਂ, ਅਲੀ ਸ਼ੇਰ ਦਾ ਬੰਦਾ ਭੱਜਿਆ, ਤੇ ਜਿਹੜਾ ਨਾ ਕਿਉਂਕਿ ਉਹਨਾਂ ਕੋਲ ਜਿਹਨਾਂ ਦੇ ਉੱਠ ਚਰਾਏ ਉਹਨਾਂ ਨੇ ਵੀ ਉਹਨਾਂ ਨੂੰ ਫੋਨ ਕੀਤਾ ਕਿ ਤੂੰ ਬੰਦਾ ਨੱਸ ਗਿਆ ਸਾਡੇ ਕੋਲ, ਆਪਣਾ ਜਿਹੜਾ ਨਾ ਖੈਰ ਖੂਰ ਕਰ ਲਿਆ ਨਾ ਹੋਵੇ ਕਿਸੇ ਐਮਬੈਸੀ ਦੇ ਵਿੱਚ ਵੜ ਤੁਹਾਨੂੰ ਪਤਾ ਲੱਗ ਜਾਏਗਾ ਕਿਵੇਂ ਕੀ ਹੈ ਹਿਸਾਬ। ਮੈਨੂੰ ਇਤਨੀ ਅਕਲ ਹੀ ਨਹੀਂ ਸੀ ਕਿ ਮੈਂ ਐਮਬੈਸੀ ਚ ਕੀ ਵੜਨਾ ਸੀਗਾ। ਚਲੋ ਜੀ, ਉਹ ਮੈਨੂੰ ਉਹ ਬੰਦਾ ਲੈ ਕੇ ਨਾ ਆਪਣੇ ਜਿੱਥੇ ਉਹ ਰਹਿੰਦਾ ਸੀ ਨਾ, ਜਿਸ ਯਾਨੀ ਕਿ ਜਿਸ ਦੀ ਉਹ ਗੱਡੀ ਚਲਾਉਂਦਾ ਸੀਗਾ, ਉਹ ਹੋਟਲ ਦਾ ਯਾਨੀ ਕਿ ਰਾਤ ਦੇ ਟਾਈਮ ਹੋਟਲ ਦੇ ਵਿੱਚ ਕੰਮ ਕਰਦਾ ਸੀ, ਤੇ ਰਾਤ ਦੇ ਟਾਈਮ ਹੋਟਲ ਵਿੱਚ ਕੰਮ ਕਰਦਾ ਸੀ, ਦਿਨੇ ਉਸ ਹੋਟਲ ਦੇ ਮਾਲਕ ਦੀ ਉਹ ਟੈਕਸੀ ਚਲਾਉਂਦਾ ਸੀ ਉੱਥੇ। ਤੇ ਉਹਦੇ ਕੋਲ ਤਕਰੀਬਨ 17-18 ਕਿ 20 ਟੈਕਸੀਆਂ ਚੱਲਦੀਆਂ ਸੀਗੀਆਂ ਉਸ ਬੰਦੇ ਦੀਆਂ, ਤੇ ਜਿਹੜੇ ਨਾ ਬੰਦੇ ਕੰਮ ਕਰਦੇ। ਚਲੋ ਉਹ ਮੈਨੂੰ ਕਿੱਸਾ ਉਹ ਮੈਨੂੰ ਲੈ ਚਲਾ ਗਿਆ, ਜਾ ਕੇ ਜਿਹੜਾ ਨਾ ਉਹਨੇ ਮੇਰੀ ਉੱਥੇ ਜਿਹੜਾ ਨਾ ਹਾਲਤ ਹੁਲਤ ਮੇਰੀ ਉਹ ਵੇਖੀ, ਉਹਨੇ ਕਿ ਕੱਪੜੇ ਕੁਪੜੇ, ਮੈਂ ਕਿਹਾ ਬਈ ਮੇਰੇ ਕੋਲ ਇਹ ਉਹਨਾਂ ਨੇ ਮੰਗੇ ਹੋਏ ਕੱਪੜੇ ਆ, ਉਹਨਾਂ ਨੇ ਦਿੱਤੇ ਸੀਗੇ ਕਿ ਨਾਲ ਪੈਂਟ ਤੇ ਸ਼ਰਟ ਉਹਨਾਂ ਨੇ ਦਿੱਤੀ ਸੀ, ਜਿਹਨਾਂ ਕੋਲ ਮੈਂ ਆਇਆ ਸੀਗਾ, ਸੋਨਾ ਜਿਹੜੇ ਕੱਢਦੇ ਸੀਗੇ ਉੱਥੋਂ ਉਸ ਇਲਾਕੇ ਦੇ ਵਿੱਚ, ਉਹਨਾਂ ਨੇ ਦਿੱਤਾ। ਉਹਨੇ ਕਿਹਾ ਪੈਸੇ ਪੂਸੇ, ਮੈਂ ਕਿਹਾ ਉਹਨਾਂ ਨੇ ਯਾਰ ਦਿੱਤੇ ਆ, ਉਹ ਮੇਰੇ ਕੋਲ ਸੀਗੇ ਉਹਨਾਂ ਦੇ ਉਹ ਦਿਨਾਰ ਕੇ ਦਿਰਹਮ ਸੀਗੇ ਉਹ ਮੇਰੇ ਕੋਲ, ਜਿਹੜੇ ਉਹਨਾਂ ਨੇ 2-3 ਰੁਪਏ ਦਿੱਤੇ ਸੀ। ਉਹਨੇ ਕਿਹਾ ਰੋਟੀ, ਮੈਂ ਕਿਹਾ ਰੋਟੀ ਵੀ ਉਹਨਾਂ ਨੇ ਲੈ ਕੇ ਦਿੱਤੀ, ਜੂਸ ਦਾ ਡੱਬਾ ਲੈ ਕੇ ਦਿੱਤਾ ਸੀਗਾ। ਚਲੋ ਜੀ, ਉਹ ਮੈਨੂੰ ਉਹਨੇ ਜਿਹੜਾ ਨਾ ਉੱਥੇ ਕਿਹਾ ਤੂੰ ਐਂ ਕਰ, ਇਹ ਕੱਪੜੇ ਕੁਪੜੇ ਪਾ ਪਾਕਿਸਤਾਨੀ, ਮੇਰਾ ਲਿਬਾਸ ਪਾ ਲਾ, ਤੇ ਰੋਟੀ ਰੱਜ ਕੇ ਖਾ, ਤੇ ਜਿਹੜਾ ਨਾ ਸਹਿ ਜਾ। ਮੈਂ ਸੋ ਗਿਆ ਤਕਰੀਬਨ ਰਾਤੀ ਕੋਈ ਮੈਂ 3 ਦਾ ਟਾਈਮ ਹੋਣਾ। ਉਹ ਸਾਲੇ ਮੁਹੰਮਦ ਜਿਹੜਾ ਨਾ, ਹਾਂਜੀ, ਉਸ ਹੋਟਲ ਦੇ ਵਿੱਚ ਆ ਗਿਆ, ਯਾਨੀ ਕਿ ਜਿੱਥੇ ਉਹ ਸਾਰੇ ਵਰਕਰ ਰਹਿੰਦੇ ਹੁੰਦੇ ਸੀ ਉੱਥੇ ਆ ਗਿਆ। ਮੈਂ ਸੁੱਤਾ ਪਿਆ ਸੀ, ਉਸ ਆ ਕੇ ਉਹ ਤਾਲ ਮੁਹੰਮਦ ਖਾਲਿਦ ਅਬਾਸ। ਮੈਂ ਕਿਹਾ ਪਤਾ ਨਹੀਂ ਕੌਣ ਆ ਗਿਆ। ਮੈਂ ਜਿਸ ਵਕਤ ਵੇਖਿਆ ਤੇ ਉਹ ਤੇ ਸਾਲੇ ਮੁਹੰਮਦ, ਉਹਦੇ ਨਾਲ 3-4 ਬੰਦੇ ਚੰਗੇ ਡਸ਼ਕਰੇ। ਉਹਨੇ ਕਿਹਾ ਜੀ ਚੱਲ, ਉਹਨੇ ਅਰਬੀ ਜ਼ੁਬਾਨ ਦੇ ਵਿੱਚ ਕਿਹਾ ਚੱਲ ਰੋ ਸੀਦਾ ਇਟਲੀ। ਉਹ ਮੈਨੂੰ ਐਂ ਕਿਹਾ, ਮੈਂ ਕਿਹਾ ਜੀ ਮੈਂ ਨਹੀਂ ਜਾਣਾ। ਉਹਨੇ ਬਈ ਜਿਹੜਾ ਨਾ ਉਹਨੇ 3-4 ਉਹਨੇ ਠੁੱਡੇ ਮਾਰੇ, ਉਹਨੇ ਕਿਹਾ ਚੱਲ ਸਿੱਧਾ ਹੋ ਇਟਲੀ ਚੱਲ। ਇੱਧਰ ਉਹਨੇ ਸਾਲੇ ਮੁਹੰਮਦ ਨੇ ਅਲੀ ਸ਼ੇਰ ਨੂੰ ਫੋਨ ਕਰ ਛੜਿਆ ਸੀ, ਬੰਦਾ ਤੇਰਾ ਜਿਹੜਾ ਨਾ ਜ਼ਿੰਦਾ ਨਿਕਲ ਆਇਆ, ਐ ਨਾ ਹੋਵੇ ਉਹ ਉੱਥੋਂ ਆ ਕੇ ਜਿਹੜਾ ਨਾ ਤੇਰੀ ਜਾਨ ਨੂੰ ਮੁਸੀਬਤ ਬਣ ਜਾ। ਉਹਨੇ ਕਿਹਾ ਤੁਸੀਂ ਉਹਨੂੰ ਲੈ ਜਾ ਕੇ ਅਗਾਂਹ ਟਪਾ ਦਿਓ। ਇਹਨੇ ਅਲੀ ਸ਼ੇਰ ਨੇ ਕਿਹਾ ਸਾਲੇ ਨੂੰ ਕਿ ਉਹਨੂੰ ਲੈ ਜਾ ਕੇ ਤੁਸੀਂ ਟਪਾ ਦਿਓ, ਦੇਰ ਨਾ ਕਰੋ, ਕਿਉਂਕਿ ਮੇਰੇ ਸ਼ਹਿਰ ਦੇ ਨਜ਼ਦੀਕ ਹੈ ਉਹ ਬੰਦਾ, ਤੇ ਜਿਹੜਾ ਨਾ ਐਵੇਂ ਮੇਰੀ ਵਾਸਤੇ ਕੋਈ ਮਸਲਾ ਨਾ ਬਣ ਜਾਏ। ਅੱਛਾ ਚਲੋ, ਉਹਨਾਂ ਨੇ ਜਿੰਨੇ ਵੀ ਪਾਕਿਸਤਾਨੀ ਸੀਗੇ ਉਹਨਾਂ ਨੇ ਕਿਹਾ ਇਹਨੂੰ ਮਾਰੋ ਨਾ, ਤੁਸੀਂ ਸਵੇਰੇ ਹੋਟਲ ਦੇ ਮਾਲਕ ਨਾਲ ਗੱਲ ਕਰ ਲਵੇ। ਉਸ ਵਕਤ ਤੇ ਚਲੋ ਸਾਰੇ ਜਿਹੜਾ 17-18 ਬੰਦੇ ਸੀਗੇ, 3-4 ਉਹਨਾਂ ਦੀ ਮੁਦਾਖਲਤ ਨਾਲ ਜਿਹੜਾ ਨਾ ਉਹਨਾਂ ਨੇ ਮੈਨੂੰ ਛੱਡ ਦਿੱਤਾ। ਉਹਨੇ ਕਿਹਾ ਸਵੇਰੇ ਜਿਹੜਾ ਨਾ ਤੂੰ ਆਪਣੀ ਤਿਆਰੀ ਕਰ, ਤੈਨੂੰ ਇਟਲੀ ਕਰਨਾ। ਉਹਨੇ ਜਿਹੜਾ ਉਹ ਮਾਲਕ ਸੀਗਾ ਹੋਟਲ ਦਾ, ਉਹ ਮਾਲਕ ਵੀ ਅਫਜ਼ਲ ਕੋਲ ਆਇਆ। ਉਹਨੇ ਕਿਹਾ ਯਾਰ ਤੂੰ ਕੀ ਜਿਹੜਾ ਨਾ ਮੇਰੀ ਜਾਨ ਨੂੰ ਮੁਸੀਬਤ ਬਣਾਈ ਆ। ਉਹ ਸੀਗਾ ਸਰਗੋਦੇ ਦਾ, ਉਹਨੇ ਉੱਥੇ ਹੋਟਲ ਬਣਾਇਆ ਤੇ ਟੈਕਸੀਆਂ ਰੱਖੀਆਂ ਹੋਈਆਂ ਸੀਗੀਆਂ, ਕਾਰਾਂ ਚਲਾਉਣ ਵਾਸਤੇ। ਉਹਨੂੰ ਅੱਗੇ ਫਿਰ ਬੰਦੇ ਰੱਖੇ, ਉਹਦਾ ਮਾਸ਼ਾਅੱਲਾ ਉੱਥੇ ਚੰਗਾ ਭਲਾ ਕਾਰੋਬਾਰ। ਉਹਨੇ ਕਿਹਾ ਜੀ ਬਈ ਮੈਂ ਵੀ ਖਾਰਜੀ ਆ, ਮੈਂ ਵੀ ਇੱਥੇ ਦਾ ਨਹੀਂ ਆ। ਇਹਨੇ ਮੇਰੀ ਜਾਨ, ਅਗਰ ਤੁਹਾਡੇ ਇਸ ਬੰਦੇ ਦੀ ਵਜ੍ਹਾ ਤੋਂ ਮੇਰਾ ਹੋਟਲ ਬੰਦ ਹੋ ਜਾਵੇ, ਉਹ ਮੁਕਾਮੀ ਲੋਕ ਨੇ, ਮੈਂ ਉਹਨਾਂ ਨੂੰ ਦੁਸ਼ਮਣੀ ਨਹੀਂ ਲੈਣਾ ਚਾਹੁੰਦਾ, ਉਹ ਗੁੰਡੇ ਲੋਕ ਨੇ, ਉਹ ਐਂਦੇ ਲੋਕ ਨੇ, ਤੇ ਉਹਨਾਂ ਨੇ ਜਿਹੜਾ ਨਾ ਮਿਹਰਬਾਨੀ ਕਰੋ ਤੁਸੀਂ ਇਸ ਬੰਦੇ ਨੂੰ ਇੱਥੋਂ ਕੱਢੋ, ਜਾਂ ਜਿਹੜਾ ਨਾ ਇਹਨੂੰ ਉਹਦੇ ਹਵਾਲੇ ਕਰੋ, ਜਾਂ ਫਿਰ ਤੁਹਾਡੀ ਵੀ ਨੌਕਰੀ ਜਿਹੜਾ ਨਾ ਤੁਹਾਨੂੰ ਵੀ ਮੈਂ ਨੌਕਰੀ ਦੇ ਵਿੱਚੋਂ ਕੱਢਦਾ। ਉਹਨਾਂ ਨੇ ਫਿਰ ਅਫਜ਼ਲ ਨੇ ਮੇਰੇ ਭਾਈਆਂ ਨੂੰ ਫੋਨ ਕੀਤਾ, ਯਾਰ ਤੁਸੀਂ ਕੀ ਜਿਹੜਾ ਨਾ ਮੇਰੀ ਜਾਨ ਦੇ ਮੁਸੀਬਤ ਪਾ ਛੱਡੀ, ਮੈਂ ਤੇ ਅਜੇ ਆਪਣੇ ਪੈਸੇ ਵੀ ਪੂਰੇ ਨਹੀਂ ਕੀਤੇ ਇੱਥੇ ਆ ਕੇ। ਤੇ ਉਹਨੇ ਮੇਰੇ ਮਾਲਕ ਨੇ ਕਿਹਾ ਯਾਰ ਤੁਹਾਡਾ ਭਾਈ ਰਹੇਗਾ ਇੱਥੇ, ਯਾਰ ਮੇਰੀ ਕੰਪਨੀ ਦੇ ਵਿੱਚ ਤੂੰ ਰਹੇਗਾ।
ਕਿਹਾ ਯਾਰ ਤੂੰ ਇੰਝ ਅੱਲਾ ਦਾ ਨਾਂ ਹੀ ਪਿਉ ਜਿਹੜਾ ਨਾ ਸਾਡੀ ਤੇ ਅੱਗੇ ਮਾਂ ਬੜੀ ਪਰੇਸ਼ਾਨ ਹੈ ਇਹਦੀ ਵਾਸਤੇ, ਮੇਰੀ ਮਾਂ ਮਰ ਜਾਏਗੀ ਜਿਹੜਾ ਨਾ ਅਗਰ ਇਹਨੂੰ ਮੁੰਡੇ ਨੂੰ ਕੁਝ ਹੋ ਗਿਆ ਤੇ ਅੱਗੇ ਤੇ ਸਾਡਾ ਪਿਓ ਮਰ ਗਿਆ, ਤੇਰੀ ਮਿਹਰਬਾਨੀ ਜਿਵੇਂ ਜਾਣਦਾ ਜਿਹੜਾ ਨਾ ਤੂੰ ਇਹਨੂੰ ਉਹਨੇ ਕਿਹਾ ਜੀ ਪਾਕਿਸਤਾਨ ਦੇ ਅੰਬੈਸੀ ਦੇ ਵਿੱਚ ਲੈ ਕੇ ਆਊਟ ਪਾਸ ਕਿਵੇਂ ਮੈਂ ਬਣਵਾਵਾਂ, ਮੈਂ ਇਹਨੂੰ ਲੈ ਕੇ ਫਿਰਾਂਗਾ ਜਾਂ ਇਹਦੀ ਜਿਹੜਾ ਨਾ ਇਹਨੂੰ ਇਹਦੀ ਹਿਫਾਜ਼ਤ ਕਰਾਂਗਾ ਜਾਂ ਜਿਹੜਾ ਨਾ ਮੈਂ ਆਪਣੀ ਨੌਕਰੀ ਵੇਖਾਂਗਾ ਆਪਣਾ ਢਿੱਡ ਵੇਖਾਂਗਾ, ਦੱਸ ਮੈਂ ਕੀ ਕਰਾਂ। ਅਖੀਰ ਇਹਨਾਂ ਨੇ ਜਿਹੜਾ ਨਾ ਉੱਥੋਂ ਜਿਹੜੇ ਇੱਕ ਸੀਗਾ ਕਸ਼ਮੀਰ ਦਾ ਪਠਾਨ ਅਫਜ਼ਲ ਨੇ ਕੀਤੀ ਉਹਦੇ ਨਾਲ ਗੱਲ, ਉਹਨੇ ਕਿਹਾ ਯਾਰ ਜਿਹੜਾ ਨਾ ਮਸਲਾ ਬਣ ਗਿਆ, ਤੂੰ ਤੇ ਇੱਥੇ ਤੈਨੂੰ 12-14 ਸਾਲ ਹੋ ਗਏ ਇੱਥੇ ਰਹਿੰਦੇ ਹੋਏ ਨੂੰ, ਤੇ ਤੇਰੀ ਮਿਹਰਬਾਨੀ ਤੇ ਜਿਹੜਾ ਨਾ ਕੁਝ ਕੀ ਨਾਲ ਵੇਦਾ ਅਹਿਸਾਸ ਕਰ, ਪਾਕਿਸਤਾਨੀ ਭਾਈ ਹੈ। ਉਹਨੇ ਕਿਹਾ ਯਾਰ ਪਾਕਿਸਤਾਨੀ ਭਾਈ, ਪਠਾਨ ਸੀਗਾ ਦਲੇਰ, ਉਹਨੇ ਕਿਹਾ ਪਾਕਿਸਤਾਨੀ ਭਾਈ ਹੈ, ਮੈਂ ਤੇ ਜਿਹੜਾ ਨਾ ਇਹਨੂੰ ਇੱਥੋਂ ਕੱਢ ਦਿਆਂਗਾ ਬਈ, ਮੈਂ ਤੇ ਜਿਹੜਾ ਨਾ ਇਹਨੂੰ ਆਪਣੇ ਨਾਲ ਨਹੀਂ ਰੱਖਣਾ, ਤੇਰੀ ਮਿਹਰਬਾਨੀ ਜਿਵੇਂ ਵੀ ਜਾਣਦਾ ਜਿਹੜਾ ਨਾ ਤੂੰ ਇਹਦਾ ਸਬਬ ਲਾ ਲਾ, ਸਵੇਰੇ ਉਹਨਾਂ ਨੇ ਇਹਨੂੰ ਆ ਕੇ ਲੈ ਜਾਣਾ। ਠੀਕ ਹੈ, ਤਕਰੀਬਨ 12-1 ਵਜੇ ਦਾ ਟਾਈਮ ਬਣਿਆ ਸੀ, ਉਹਨਾਂ ਨੇ ਆ ਕੇ ਜਿਹੜਾ ਨਾ ਮੈਨੂੰ ਲੈ ਕੇ ਜਾਣਾ ਸੀ। ਉਸ ਪਠਾਨ ਨੇ ਕਿਹਾ ਤੂੰ ਐਂ ਕਰ, ਇਸ ਬੰਦੇ ਨੂੰ ਨਾ ਤੂੰ ਇੱਥੋਂ ਨਾ ਕੱਢ ਦੇ। ਪਠਾਨ ਨੇ ਉਹਨੂੰ ਅਫਜ਼ਲ ਨੂੰ ਕਿਹਾ ਕਿ ਇਸ ਬੰਦੇ ਨੂੰ ਤੂੰ ਕੱਢ ਦੇ। ਉਹਨੇ ਕਿਹਾ ਅੱਛਾ ਜੀ। ਉਹਨੇ ਕਿਹਾ ਚੱਲ ਯਾਰ ਤੂੰ ਇੱਥੋਂ ਨਿਕਲ। ਮੈਂ ਉਹਨੂੰ ਰੋਵਾਂ, ਮੈਂ ਕਿ ਮੈਂ ਯਾਰ ਮੈਂ ਕਿੱਧਰ ਜਾਵਾਂ, ਉਹਨਾਂ ਨੇ ਮੈਨੂੰ ਮਾਰ ਦੇਣਾ। ਉਹਨੇ ਕਿਹਾ ਜਿੱਧਰ ਮਰਜ਼ੀ ਜਾ ਤੂੰ ਨਿਕਲ ਇੱਥੋਂ। ਅਫਜ਼ਲ ਨੇ ਜਿਹੜਾ ਨਾ ਆਪਣੇ ਮਾਲਕ ਦੇ ਸਾਹਮਣੇ ਜਿਹੜੇ 17-18 ਮੁੰਡੇ ਸੀ ਉਹਨਾਂ ਦੇ ਸਾਹਮਣੇ ਜਿਹੜਾ ਨਾ ਉਹਨੇ ਮੈਨੂੰ ਕਿਹਾ ਤੂੰ ਦਫਾ ਹੋ ਜਾ, ਨਿਕਲ, ਮੈਂ ਤੈਨੂੰ ਇੱਥੇ ਰੱਖਣਾ ਨਹੀਂ ਚਾਹੁੰਦਾ। ਉਹਨੇ ਮੈਨੂੰ ਧੱਕੇ ਮਾਰ ਕੇ ਜਿਹੜਾ ਨਾ ਉਹ ਰੂਮ ਦੇ ਵਿੱਚੋਂ ਬਾਹਰ ਕੱਢ ਦਿੱਤਾ। ਹੁਣ ਮੈਨੂੰ ਨਹੀਂ ਪਤਾ ਸੀਗਾ ਕਿ ਉਸ ਪਠਾਨ ਦੀ ਇਹਦੀ ਜਿਹੜੀ ਨਾ ਅਫਜ਼ਲ ਦੀ ਗੇਟਮੈਂਟ ਹੋ ਗਈ ਸੀਗੀ ਆਪਸ ਕਿ ਮੈਂ ਇਹਨੂੰ ਕੱਢਾਂਗਾ ਨਾ ਤੂੰ ਇਹਨੂੰ ਆਪਣੀ ਗੱਡੀ 'ਚ ਪਾ ਲਈ। ਉਹ ਪਠਾਨ ਕਿਸੇ ਹੋਰੀ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ। ਅੱਛਾ, ਉਹਨੇ ਮੈਨੂੰ ਕੱਢਿਆ, ਮੈਂ ਉੱਥੇ ਰੋਵਾਂ ਉਸ ਹੋਟਲ ਦੇ ਬਾਹਰ ਹੀ ਮੈਂ ਬਹਿ ਗਿਆ। ਅਖੀਰੀ ਜਿਹੜਾ ਨਾ ਜਿਸ ਵਕਤ ਵੇਖਿਆ ਨਾ ਉਸ ਪਠਾਨ ਨੇ ਤੇ ਜਿਹੜਾ ਨਾ ਇੱਥੋਂ ਹਲਦਾ ਨਹੀਂ ਪਿਆ। ਅਖੀਰੀ ਉਹਨੇ ਮੈਨੂੰ ਕਿਹਾ ਇੱਧਰ ਆ, ਮੇਰੀ ਗੱਡੀ ਦੇ ਵਿੱਚ ਬਹਿ, ਤੈਨੂੰ ਕਿੱਥੇ ਜਾਣਾ? ਮੈਂ ਕਿਹਾ ਮੈਂ ਕਿੱਥੇ ਜਾਣਾ, ਮੈਂ ਇਹਦੇ ਨਾਲ ਰਹਿਣਾ, ਮੇਰਾ ਭਾਈ। ਉਹਨੇ ਕਿਹਾ ਤੂੰ ਮੇਰੇ ਨਾਲ ਚੱਲ, ਤੂੰ ਮੇਰੇ ਨਾਲ ਚੱਲ। ਮੈਂ ਕਿਹਾ ਮੈਂ ਤੇ ਤੇਰੇ ਨਾਲ ਜਾ ਨਹੀਂ ਸਕਦਾ। ਅਖੀਰੀ ਉਹਨੇ ਮੈਨੂੰ ਜ਼ਰੀ ਪਰਾਂ ਲੈ ਜਾ ਕੇ ਉਹਨੇ ਕਿਹਾ ਮੈਨੂੰ ਅਫਜ਼ਲ ਨੇ ਸਾਰਾ ਕੁਝ ਦੱਸ ਛੱਡਿਆ, ਤੇਰੇ ਪਿੱਛੇ ਬੰਦੇ ਹੈ ਇੱਥੇ ਤਾਂ ਸੁਡਾਨੀ ਬੰਦੇ ਹੈ, ਏਡੇ ਜ਼ਾਲਮ ਹੈ। ਕਹਿੰਦਾ ਸਾਲੇ ਮੁਹੰਮਦ ਨੇ ਦੇ ਜ਼ਿੰਮੇ ਕਮ ਅਜ਼ ਕਮ 200-250 ਕਤਲ ਹੈ। ਉਹ ਸਾਲੇ ਨੂੰ 200-250 ਬੰਦਾ ਮਾਰਿਆ। ਤੂੰ ਜਿਹੜਾ ਨਾ ਇੱਧਰ ਸਾਲੇ ਮੁਹੰਮਦ ਨੇ ਅਗਰ ਤੂੰ ਉਹਨਾਂ ਦੇ ਇੱਥੇ ਚੜ ਗਿਆ ਉਹਨਾਂ ਨੇ ਤੈਨੂੰ ਉਂਝ ਹੀ ਟਪਾ ਦੇਣਾ ਹੈਗਾ। ਕੀ ਕਰੇਗਾ? ਉਹਨਾਂ ਨੇ 3 ਘੰਟੇ ਗੱਡੀ ਚਲਾਣੀ ਉੱਥੇ ਜਿਹੜਾ ਨਾ ਛਾਪਰੇ ਜਾ ਕੇ ਬੰਦ ਕਰ। ਫਿਰ ਉਸ ਮੈਨੂੰ ਸਾਰੀ ਗੱਲਾਂ ਮੈਂ ਉਹਦੇ ਨਾਲ ਬਹਿ ਗਿਆ। ਅੱਛਾ, ਫਿਰ ਉਹਨੇ ਨਾ ਯਾਨੀ ਕਿ ਜਿਵੇਂ ਖਿਤਾਨ ਸੀਗਾ ਸ਼ਹਿਰ ਜਿਸ ਸ਼ਹਿਰ ਦੇ ਵਿੱਚ ਮੈਨੂੰ ਲੈ ਕੇ ਆਏ ਨਾ, ਉਹ ਸੀਗਾ ਸ਼ਹਿਰ ਖਿਤਾਨ। ਤੇ ਉਹ ਮੈਨੂੰ ਗੱਡੀ ਦੇ ਵਿੱਚ ਉਹਨਾਂ ਪਠਾਨ ਨੇ ਪਾਇਆ ਬਾ ਕੇ, ਜਿਵੇਂ ਐਂ ਲਾ ਲਓ ਜਿਵੇਂ ਫੈਸਲਾਬਾਦ ਤੋਂ ਚਨਿਓਟ ਹੈ ਤੇ ਉਹ ਪਠਾਨ ਵੀ ਫੈਸਲਾਬਾਦ ਦਾ ਤੇ ਉਹ ਅਫਜ਼ਲ ਵੀ ਫੈਸਲਾਬਾਦ। ਇਹਨਾਂ ਜਿਵੇਂ ਹੁਣ ਚਨਿਓਟ ਹੈ, ਹੁਣ ਫੈਸਲਾਬਾਦ ਵਾਲਿਆਂ ਨੂੰ ਕੀ ਪਤਾ ਕਿ ਚਨਿਓਟ ਬੰਦਾ ਟ੍ਰਾਂਸਫਰ ਹੋਇਆ ਨਹੀਂ ਹੋਇਆ। ਇਹ ਗੱਲ ਬਣ ਗਈ। ਉਹਨਾਂ ਨੇ ਮੈਨੂੰ ਲੈ ਜਾ ਕੇ ਜਿਹੜਾ ਨਾ ਕੋਈ ਜਿਹੜੇ ਉਹਨਾਂ ਦੇ ਕਸ਼ਮੀਰ ਦੇ ਜਿਹੜੇ ਨਾ ਉਹ ਪਠਾਨ ਸੀਗੇ ਨਾ ਉਹਨਾਂ ਦੇ ਕੋਲ ਉਹਨਾਂ ਨੇ ਮੈਨੂੰ ਜਾ ਕੇ ਨਾ ਕਮਰੇ ਦੇ ਵਿੱਚ ਰੱਖ ਛੱਡਿਆ। ਉਹਨੇ ਕਿਹਾ ਤੂੰ ਇੱਥੇ ਰਹਿ, ਇਹ ਤੇਰੇ ਕੋਲ ਮੋਬਾਇਲ ਨੰਬਰ ਹੈ, ਇਹ ਮੋਬਾਇਲ ਹੈ, ਤੂੰ ਸਾਡੇ ਨਾਲ ਸਿਰਫ ਫੋਨ ਤੇ ਗੱਲ ਕਰਨੀ ਹੈ ਤੇ ਹੋਵੇ ਨਾ ਤੂੰ ਅਲਮਾਰੀ ਖੋਲ ਕੇ ਜਾਂ ਬੂਆ ਖੋਲ ਕੇ ਬਾਹਰ ਤੂੰ ਝਾਤੀ ਵੀ ਨਹੀਂ ਮਾਰਨੀ। ਮੈਂ ਕਿਹਾ ਜੀ ਤੁਸੀਂ ਜਿਵੇਂ ਤੁਸੀਂ ਕਹੋਗੇ ਮੈਂ ਇੰਝ ਕਰਾਂਗਾ। ਮੈਂ ਜਿਹੜਾ ਨਾ ਬੂਆ ਖੋਲ ਕੇ ਬਾਹਰ ਝਾਤੀ ਵੀ ਨਹੀਂ ਮਾਰਦਾ। ਉਹਨਾਂ ਨੇ ਕਿਹਾ ਠੀਕ ਹੈ ਜੀ। ਮੈਨੂੰ ਉਹਨਾਂ ਨੇ ਮੋਬਾਇਲ ਨੰਬਰ ਦੇ ਛੱਡਿਆ। ਪਿੱਛੋਂ ਜਿਹੜਾ ਨਾ ਮੇਰੇ ਘਰਦਿਆਂ ਨੂੰ ਵੀ ਉਹ ਮੇਰੇ ਉਸ ਮੋਬਾਇਲ ਦਾ ਨੰਬਰ ਦੇ ਛੱਡਿਆ। ਉਸ ਮੋਬਾਇਲ ਦਾ ਨੰਬਰ ਮੇਰੇ ਘਰਦਿਆਂ ਨੇ ਜਿਹੜਾ ਨਾ ਮੇਰੇ ਨਾਲ ਗੱਲਬਾਤ ਹੋਈ। ਇਹਨਾਂ ਨੇ ਉਸ ਪਠਾਨ ਨੇ ਕਿਹਾ ਜੀ ਅਸੀਂ ਜਿਹੜਾ ਨਾ ਅਸੀਂ ਵੀ ਗਰੀਬ ਆ, ਅਸੀਂ ਆਪਣਾ ਜਿਹੜਾ ਨਾ ਉਹ ਯਾਨੀ ਕਿ ਘਰ ਰੋਜ਼ੀ ਰੋਟੀ ਕਮਾ ਕੇ ਕੱਲਣ ਵਾਸਤੇ ਅਸੀਂ ਇੱਥੇ ਆਏ ਹਾਂ। ਸਾਡੇ ਕੋਲ ਐਡੇ ਵਸਾਇਲ ਕੋਈ ਨਹੀਂ ਹੈ ਕਿ ਅਸੀਂ ਤੇਰਾ ਖਰਚਾ ਵੀ ਚੁੱਕੀਏ ਜਾਂ ਜਿਹੜਾ ਨਾ ਤੈਨੂੰ ਮੇਰੇ ਉਹ ਭਾਈਆਂ ਨੇ ਕਿਹਾ ਤੁਸੀਂ ਬੇਫਿਕਰ ਹੋ ਜਾ, ਅਸੀਂ ਜਿਹੜਾ ਨਾ ਇਹਨੂੰ ਪਿੱਛੋਂ ਖਰਚਾ ਵੀ ਕਲਾਵਾਂਗੇ, ਇਹਦੇ ਰੋਟੀ ਪਾਣੀ ਦਾ ਜਿਹੜਾ ਜਿੱਥੇ ਤੁਸੀਂ ਇਹਨੂੰ ਰੱਖਿਆ ਨਾ ਉਹ ਅੱਧਾ ਕਿਰਾਇਆ ਵੀ ਦੇਗਾ ਉਹਨਾਂ ਨੂੰ, ਉਹਨਾਂ ਦਾ ਅੱਧਾ ਕਿਰਾਇਆ ਵੀ ਦੇਗਾ। ਉਹਨਾਂ ਨੇ ਕਿਹਾ ਚਲੋ ਠੀਕ ਹੈ। ਮੈਂ ਉਹਨਾਂ ਨੇ ਮੈਨੂੰ ਉੱਥੇ ਜਿਹੜਾ ਨਾ 18 ਕਿ 20 ਦਿਨ ਰੱਖਿਆ। ਉਹ ਜਿਹੜਾ ਪਠਾਨ ਸੀ ਅੱਲਾ ਉਹਦੀ ਜ਼ਿੰਦਗੀ ਕਰੇ ਤੇ ਅਫਜ਼ਲ ਭਾਈ ਵੀ ਸੀਗੇ। ਅਫਜ਼ਲ ਤੇ ਜਿਹੜਾ ਨਾ ਮੁੜ ਪਠਾਨ ਦਾ ਤੇ ਉਹ ਅਫਜ਼ਲ ਦਾ ਫੋਨ ਤੇ ਰਾਬਤਾ ਸੀਗਾ ਤੇ ਉਹ ਮਾਲਕ ਨੇ ਕਿਹਾ ਜੀ ਇਹਨੇ ਮੇਰੇ ਸਾਹਮਣੇ ਜਿਹੜਾ ਨਾ ਅਫਜ਼ਲ ਹੋਟਲ ਦੇ ਮਾਲਕ ਨੇ ਕਿਹਾ ਕਿ ਮੇਰੇ ਸਾਹਮਣੇ ਇਸ ਬੰਦੇ ਨੇ ਉਹਨੂੰ ਇੱਥੋਂ ਕੱਢਿਆ, ਇੱਥੋਂ ਭਜਾਇਆ। ਉਹਨੇ ਕਿਹਾ ਫਿਰ ਜਾਏਗਾ ਕਿੱਥੇ? ਜਿਹੜਾ ਨਾ ਰਹੇਗਾ ਤੇ ਖਿਤਾਨ ਦੇ ਵਿੱਚ ਹੀ ਰਹੇਗਾ ਨਾ, ਅਸੀਂ ਉਹਨੂੰ ਲੱਭ ਲਾਂਗੇ। ਫਿਰ ਉਹਨਾਂ ਨੇ ਮੈਨੂੰ ਜਿਹੜਾ ਨਾ ਉਹ ਪਠਾਨ ਸੀਗਾ ਨਾ
ਉਹਨੇ ਮੈਨੂੰ ਮੇਰੇ ਜਿਹੜੇ ਨਾ 2-3 ਤਸਵੀਰਾਂ ਉਹਨੇ ਮੋਬਾਈਲ ਦੇ ਵਿੱਚ ਛਿੱਕੀਆਂ ਸੀਗੀਆਂ ਤੇ ਉਹਨੇ ਜਿਹੜਾ ਨਾ ਉੱਥੋਂ ਕੰਪਿਊਟਰ ਤੋਂ ਕਢਾ ਕੇ ਤੇ ਉਹ ਗਿਆ ਅੰਬੈਸੀ ਦੇ ਵਿੱਚ। ਅੰਬੈਸੀ ਵਾਲੇ ਨੇ ਕਿਹਾ ਜਿਹੜਾ ਨਾ ਅਸੀਂ ਇੰਝ ਆਊਟ ਪਾਸ ਕੋ ਨਹੀਂ ਬਣਾਉਣਾ, ਪਹਿਲੇ ਤੇ ਇਹਨੂੰ ਜਿਹੜਾ ਨਾ ਇੱਥੇ ਜਿਹੜਾ ਨਾ ਸਜ਼ਾ ਕੱਟਣੀ ਪਏਗੀ ਕਿ ਕਿਸੇ ਦੇ ਮੁਲਕ ਦੇ ਵਿੱਚ ਕਿਵੇਂ ਦਾਖਲ ਹੋਇਆ। ਸਹੀ। ਉਹ ਅੰਬੈਸੀ ਵਾਲੇ ਨੇ ਕਿਹਾ, ਉਹਨੇ ਕਿਹਾ ਯਾਰ ਉਹ ਗਰੀਬ ਆਦਮੀ ਹੈ ਤੇ ਜਿਹੜਾ ਨਾ ਤੁਸੀਂ ਜਿਹੜਾ ਨਾ ਕੋਈ ਦਰਮਿਆਨਾ ਰਸਤਾ ਇਖਤਿਆਰ ਕਰ ਲਓ। ਉਹਨਾਂ ਨੇ ਅਗਰ ਇੱਥੇ ਉਹਨੂੰ ਅੰਦਰ ਕਰਾਇਆ ਨਾ, ਉਹਨਾਂ ਨੇ ਅੰਦਰ ਹੀ ਮਰਵਾ ਦੇਣਾ ਉਹਨਾਂ ਨੂੰ। ਪਰ ਉਹ ਜਿਹੜਾ ਨਾ ਉਹ ਪਾਕਿਸਤਾਨ ਅੰਬੈਸੀ ਵਾਲੇ ਸੁਣਦੇ ਹੀ ਨਹੀਂ ਸੀਗੇ। ਉਹਨਾਂ ਨੇ ਕਿਹਾ ਜੀ ਨਾ ਐ ਹੀ ਨਹੀਂ ਹੋਣਾ, ਐ ਹੀ ਨਹੀਂ ਹੋਣਾ। ਫਿਰ ਉਹਨੇ ਕਿਸੇ ਸੁਡਾਨੀ ਨਾਲ ਕੀਤੀ ਗੱਲ, ਪਠਾਨ ਨੇ ਨਾ ਕਿਸੇ ਸੁਡਾਨੀ ਨਾਲ ਗੱਲ ਕੀਤੀ ਜਿਹੜਾ ਜਿਹੜਾ ਦਫ਼ਤਰਾਂ ਦੇ ਵਿੱਚ ਕੋਈ ਲੱਗਾ ਹੋਣਾ ਮੁਲਾਜ਼ਮ, ਤੇ ਉਹਦੀ ਗੱਡੀ ਦੇ ਵਿੱਚ ਬੈਠਾ। ਉਹਨੇ ਕਿਹਾ ਯਾਰ ਮਸਲਾ ਹੈ ਤੇ ਜਿਹੜਾ ਨਾ ਕੋਈ ਗਰੀਬ ਹੈ ਪਾਕਿਸਤਾਨੀ, ਬਹੁਤ ਹੀ ਗਰੀਬ ਆਦਮੀ ਹੈ ਤੇ ਉਹਦੇ ਮੈਂ ਪੈਸੇ ਵੀ ਮੈਂ ਆਪਣੇ ਪੱਲਿਓਂ ਲਾ ਲਿਆ। ਉਹਦੇ ਪਿੱਛੇ ਉਹਨੂੰ ਕਹਾਣੀ ਸੁਣਾਈ ਕਿ ਉਹਦੇ ਪਿੱਛੇ ਉਹਦਾ ਵਾਲਦ ਫੌਤ ਹੋ ਗਿਆ, ਉਹਦੀ ਮਾਂ ਜਿਹੜਾ ਨਾ ਜ਼ਈਫ ਹੈ ਤੇ ਜਿਹੜਾ ਨਾ ਉਹ ਬੜੀ ਪਰੇਸ਼ਾਨ। ਉਹਦੀ ਮਾਂ ਮੇਰੀ ਉਹਦੇ ਨਾਲ ਗੱਲ ਆਖਿਰ ਵੀ ਉਸਨੂੰ ਸੁਡਾਨੀ ਨੂੰ ਮੇਰੇ ਤੇ ਨਾ ਤਰਸ ਜਿਹਾ ਆਇਆ। ਉਹਨੇ ਮੈਨੂੰ ਵੇਖਿਆ ਕੋਈ ਨਹੀਂ, ਉਹਨੇ ਕਿਹਾ ਠੀਕ ਹੈ ਮੈਂ ਨਾ ਪੈਸੇ ਤਾਂ ਤੁਹਾਡੇ ਲੱਗਣਗੇ ਤੇ ਮੈਂ ਨਾ ਉੱਥੇ ਪਾਕਿਸਤਾਨੀ ਅੰਬੈਸੀ ਦੇ ਵਿੱਚ ਜਾ ਕੇ ਗੱਲ ਕਰਾਂਗਾ। ਉਹ ਗਿਆ ਜੀ ਪਾਕਿਸਤਾਨੀ ਅੰਬੈਸੀ ਦੇ ਵਿੱਚ, ਉਹਨੇ ਗੱਲ ਕੀਤੀ ਜਾ ਕੇ। ਉਹਨੇ ਕਿਹਾ ਜੀ ਇੰਝ ਮਸਲਾ। ਉਹ ਪਾਕਿਸਤਾਨੀ ਉਹਦਾ ਕੋਈ ਵਾਕਫਕਾਰ, ਉਹਨਾਂ ਨੇ ਕਿਹਾ ਯਾਰ ਫਿਰ ਕੋਈ ਖਰਚਾ ਪਾਣੀ ਲਵਾ ਦੇ ਇਸ ਸਮੇਂ ਤੇ ਅਸੀਂ ਉਹਦਾ ਨਾ ਆਊਟ ਪਾਸ ਬਣਵਾ ਦਾਂਗੇ। ਤੇ ਬਕਾਇਆ ਰਹੀ ਗੱਲ ਜਿਹੜਾ ਨਾ ਏਅਰਪੋਰਟ ਤੋਂ ਚਾੜਨ ਦੀ, ਹੁਣ ਜਿਸ ਵਕਤ ਤੂੰ ਏਅਰਪੋਰਟ ਤੋਂ ਚਾੜਨ ਜਾਏਗਾ ਤਾਂ ਵੀ ਤੇ ਉਸ ਬੰਦੇ ਨੂੰ ਪਤਾ ਲੱਗੇ, ਸਾਲੇ ਮੁਹੰਮਦ ਨੂੰ ਪਤਾ ਲੱਗੇਗਾ ਕਿਉਂਕਿ ਉਹ ਉੱਥੇ ਦਾ ਚੀਫ ਹੈ, ਉਸ ਏਅਰਪੋਰਟ ਦਾ ਸਾਰਾ ਕੰਟਰੋਲਰ ਹੈ। ਉਹਨੇ ਕਿਹਾ ਜੀ ਉਹ ਤੇ ਫਿਰ ਵੀ ਉਹਨੂੰ ਪਤਾ ਲੱਗੇਗਾ। ਉਹਨੇ ਕਿਹਾ ਉਹ ਜਾਣੇ ਮੈਂ ਜਾਣਾ, ਜਿਵੇਂ ਕਿਹਾ ਤੂੰ ਜਿਹੜਾ ਨਾ ਉਹਦਾ ਆਊਟ ਪਾਸ ਬਣਾ। ਉਹਨੇ ਜਿਹੜਾ ਨਾ 1,30,000 ਰੁਪਇਆ ਉਹਨਾਂ ਨੇ ਲਿਆ ਆਊਟ ਪਾਸ ਬਣਾਉਣ ਦਾ ਪਾਕਿਸਤਾਨੀਆਂ ਨੇ। ਤੇ ਉਹ ਮੇਰੇ ਪਿੱਛੋਂ ਜਿਹੜਾ ਨਾ ਘਰਦਿਆਂ ਨੇ ਜਿਹੜਾ ਨਾ ਜੋ ਢੋਲ ਟੰਗਲ ਸੀਗਾ ਜਿਹੜਾ ਨਾ ਬਈ ਸਾਰਾ ਵੇਚਿਆ, ਵੇਚ ਕੇ ਜਿਹੜਾ ਨਾ ਉਹਨਾਂ ਨੇ ਦਿੱਤੇ ਉਹਨੂੰ ਪੈਸੇ, ਕੀ ਨਾਲ 1,30,000 ਰੁਪਇਆ ਦਿੱਤਾ ਉਹਨੂੰ ਅੰਬੈਸੀ ਵਾਲਿਆਂ ਨੂੰ। ਬਕਾਇਆ 1,20,000 ਰੁਪਇਆ ਦਿੱਤਾ ਜਿਹੜਾ ਨਾ ਉਸ ਬੰਦੇ ਨੂੰ ਜਿਹੜਾ ਸੁਡਾਨੀ ਸੀਗਾ, ਜਿਹਨੇ ਯਾਨੀ ਕਿ ਸਿਫਾਰਿਸ਼ ਪਾਈ ਸੀ ਅੰਬੈਸੀ ਵਾਲਿਆਂ ਨੂੰ। ਹਾਂਜੀ, ਜਿਹਨੇ ਸਿਫਾਰਿਸ਼ ਪਾਈ ਸੀ ਨਾ 1,20,000 ਰੁਪਇਆ ਲਿਆ ਉਹਨੇ। ਯਾਨੀ ਕਿ ਟੋਟਲ 2.5 ਲੱਖ ਚੱਲ ਗਿਆ। ਅੱਛਾ, 2-2.5 ਲੱਖ ਰੁਪਇਆ ਚਲਾ ਗਿਆ। ਫਿਰ ਜਿਹੜਾ ਨਾ ਹੁਣ ਉਹ ਆਊਟ ਪਾਸ ਤੇ ਬਣ ਗਿਆ। ਹੁਣ ਉਹ ਜਿਹੜਾ ਆਊਟ ਪਾਸ ਹੁੰਦਾ ਨਾ ਉਹਦੀ ਕੋਈ ਮੁੱਦਤ ਹੁੰਦੀ ਹੈ। ਹਾਂਜੀ, ਤੇ ਇਤਨੇ ਦਿਨਾਂ ਦੇ ਵਿੱਚ ਜਿਹੜਾ ਨਾ ਇਹ ਬੰਦਾ ਇੱਥੋਂ ਜਿਹੜਾ ਨਾ ਚਲਾ ਜਾਣਾ ਚਾਹੀਦਾ। 12 ਜਾਂ 24 ਘੰਟੇ ਦੀ ਹੁੰਦੀ ਐਮਰਜੈਂਸੀ ਪਾਸਪੋਰਟ ਉਹਨੂੰ ਕਹਿੰਦੇ ਵੇ। 12 ਜਾਂ 24 ਘੰਟਿਆਂ ਦੇ ਵਿੱਚ ਯਾਨੀ ਕਿ ਐਕਸਪਾਇਰੀ ਡੇਟ ਉਹਦੇ ਉੱਤੇ ਲਿਖੀ ਹੁੰਦੀ ਹੈ। ਹਾਂਜੀ, ਇਹਦਾ ਜਿਹੜਾ ਨਾ ਸੀਗਾ ਉਹਨਾਂ ਨੇ ਉਹ ਹੁਣ 1,20,000 ਰੁਪਇਆ ਤੇ ਲੈ ਲਿਆ ਉਹ ਸੁਡਾਨੀ ਨੇ, ਤੇ 1,30,000 ਰੁਪਇਆ ਲੈ ਲਿਆ ਉਹਨੇ ਕੀ ਨਾਲ ਉਹ ਅੰਬੈਸੀ ਵਾਲਿਆਂ ਨੇ। ਫਿਰ ਜਿਨ੍ਹਾਂ ਕੋਲ ਮੈਂ ਹਾਂਜੀ ਪਾਕਿਸਤਾਨੀਆਂ ਨੇ, ਫਿਰ ਜਿਨ੍ਹਾਂ ਕੋਲੋਂ ਮੈਂ ਜਾ ਕੇ ਰਹਿ ਰਿਹਾ ਸੀਗਾ ਨਾ, ਜਿਨ੍ਹਾਂ ਦੇ ਕਮਰੇ ਰਿਹਾ ਸੀਗਾ, ਤੇ ਉਹ ਸਾਰੇ ਕਮਰੇ ਦੀ ਉਹ ਪਾਕਿਸਤਾਨੀ ਜ਼ਾਲਮ ਲੋਕ ਨੇ, ਇਹ ਵੀ ਪਾਕਿਸਤਾਨੀ ਵੀ ਯਾਰ ਬੜੇ। ਉਹਨਾਂ ਨੇ ਜਿਹੜਾ ਨਾ ਸਾਰੇ ਕਮਰਿਆਂ ਦੀ ਜਿਹੜਾ ਨਾ ਮੇਰੇ ਕੋਲ ਸਫਾਈ ਕਰਾਇਆ ਕਰਨੀ ਤੇ ਜਿਹੜਾ ਨਾ ਉਹ ਲੈਟਰੀਨਾ ਸਾਫ਼ ਕਰਾਇਆ ਕਰਨੀ। ਫਿਰ ਜਿਹੜਾ ਨਾ ਉਹਨਾਂ ਨੇ ਉਹਦਾ ਕਿਰਾਇਆ ਜਿਹੜਾ ਨਾ 17-18 ਦਿਨਾਂ ਦਾ ਉਹਨਾਂ ਨੇ ਦਿੱਤਾ, ਉਹਦਾ ਕਿਰਾਇਆ ਕੋਈ 62-63,000 ਰੁਪਇਆ। ਤੇ ਜਿਹੜਾ ਤੇ ਉਹ ਮੈਂ ਕਹਿੰਦਾ ਪੂਰੇ ਰੂਮ ਦਾ 62-63,000 ਰੁਪਇਆ ਮਹੀਨਾ ਨਹੀਂ ਹੋਣਾ ਕਿਰਾਇਆ, ਕਿਉਂਕਿ ਉਹ ਸਾਰੇ ਨਾ 17-18 ਬੰਦੇ ਰਹਿੰਦੇ ਸੀ ਉਹਦੇ ਵਿੱਚ। ਬਿਲਕੁਲ ਜੀ, ਬਸ ਜਦੋਂ ਬੰਦਾ ਫਸਿਆ ਹੋਇਆ ਫਿਰ ਮਜਬੂਰੀ ਤੋਂ ਲੋਕੀ ਫਾਇਦਾ ਉਠਾਉਂਦੇ ਨੇ। ਤੇ ਫਿਰ ਜਿਹੜਾ ਨਾ ਉਹਨਾਂ ਨੇ ਪਾਕਿਸਤਾਨੀਆਂ ਨੇ ਕਿਹਾ ਜਿਹੜਾ ਸਾਡਾ ਕਿਰਾਇਆ ਦੇ, ਨਹੀਂ ਤੇ ਜਿਹੜਾ ਨਾ ਅਸੀਂ ਸੁਡਾਨੀਆਂ ਨੂੰ ਦੱਸ ਦੇਣਾ ਕਿ ਇੱਥੇ ਅਨਲੀਗਲ ਬੰਦਾ ਜਿਹੜਾ ਨਾ ਰਹਿ ਰਿਹਾ ਤੇ ਇਹ ਹੈ ਤੇ ਉਹ। ਉਹਨਾਂ ਨੇ ਕਿਹਾ ਠੀਕ ਹੈ ਵੀ। ਫਿਰ ਮੇਰੇ ਭਰਾਵਾਂ ਨੇ ਜਿਹੜਾ ਨਾ ਪਿੱਛੇ ਕਿਸ਼ਤਾਂ ਤੇ ਮੋਟਰਸਾਈਕਲ ਕਢਾਇਆ ਤੇ 125 ਕਿਸ਼ਤਾਂ ਤੇ ਕਢਾ ਕੇ ਉਹ ਕਿਸੇ ਬੰਦੇ ਨੂੰ ਦਿੱਤਾ ਨਗਦਾਂ ਦੇ ਵਿੱਚ। ਉਹਦਾ ਨੰਬਰ ਲਵਾ ਕੇ ਉਹਨੂੰ ਉਹ ਦਿੱਤਾ। ਉਹਨੇ ਕਿਹਾ ਤੇਰੀ ਮਿਹਰਬਾਨੀ ਜਿਹੜਾ ਨਾ ਅਸੀਂ ਤੂੰ ਸਾਡੇ ਨਾਲ ਤਾਵਨ ਕਰ ਤੇ ਇੰਝ ਮਸਲਾ ਤੇ ਅਸੀਂ ਜਿਹੜਾ ਨਾ ਤੈਨੂੰ ਬੰਦਾ ਜਿਹੜਾ ਨਾ ਉਹ ਆ ਜਾਂਦਾ, ਤੈਨੂੰ ਅਸੀਂ ਪੈਸੇ ਦੇ ਦਾਂਗੇ, ਜਾਂ ਜਿਹੜਾ ਤੂੰ ਮੋਟਰਸਾਈਕਲ ਚਲਾਈ ਫਿਰ ਅਸੀਂ ਇਹਦੀ ਕਿਸ਼ਤਾਂ ਲਾਉਂਦੇ ਰਹਾਂਗੇ। ਉਹਨਾਂ ਨੇ ਕਿਹਾ ਠੀਕ ਹੈ। ਸਾਨੂੰ ਜਿਹੜਾ ਨਾ ਉਹ ਉਹਦੇ ਕੋਲ 125
ਕਢਾਇਆ 1,02,000 ਰੁਪਏ ਦਾ। ਸਹੀ। ਤੇ ਉਸ ਬੰਦੇ ਨੂੰ ਮੇਰੇ ਖਿਆਲ ਦਿੱਤਾ ਕੋਈ 72,000 ਦਾ ਕਿ 68,000 ਰੁਪਏ ਦਾ। ਕੋਡੀਆਂ ਦਾ ਭਾਈ ਯਾਨੀ ਕਿ ਜਾਂਦਾ। ਹਾਂਜੀ, ਜਦੋਂ ਉਧਰੋਂ ਕਢਾਇਆ ਉਹ ਉਸ ਬੰਦੇ ਨੂੰ ਦੇ ਛੜਿਆ। ਉਸਨੇ ਕਿਹਾ ਚਲੋ ਠੀਕ ਹੈ। ਫਿਰ ਜਿਹੜਾ ਨਾ ਉਹਨਾਂ ਨੇ ਜਿਸ ਵਕਤ ਉਹਨਾਂ ਨੂੰ 62-63,000 ਰੁਪਇਆ ਪਹੁੰਚ ਗਿਆ ਨਾ, ਫਿਰ ਉਹਨਾਂ ਨੇ ਕਿਹਾ ਜੀ 22,000 ਰੁਪਇਆ ਜਿਹੜਾ 18 ਦਿਨ ਖਾਂਦਾ ਰਿਹਾ ਸਾਡੇ ਕੋਲ, ਉਹਦਾ ਵੀ ਦਿਓ। ਫਿਰ ਉਹ ਪਾਕਿਸਤਾਨੀਆਂ ਨੂੰ 22,000 ਰੁਪਇਆ ਜਿਹੜਾ ਨਾ ਉਹ ਵੀ ਦਿੱਤਾ। ਫਿਰ ਜਿਸ ਵਕਤ ਆਊਟ ਪਾਸਪੋਰਟ ਬਣ ਗਿਆ 1,20,000 ਰੁਪਇਆ ਵੀ ਉਹਨੂੰ ਦਿੱਤ ਗਿਆ। ਤੇ ਫਿਰ ਉਹ ਸੁਡਾਨੀ ਨੇ ਕਿਹਾ ਜਿਹੜਾ ਨਾ ਇਹਨੂੰ ਨਾ ਕੀ ਨਾਲੇ ਸਾਲੇ ਦੇ ਏਜੰਟਾਂ ਤੋਂ ਨਾ ਬਚਾ ਕੇ ਇਹਨੂੰ ਜਹਾਜ਼ ਦੇ ਵਿੱਚ ਬਹਾ ਕੇ ਆਣਾ। ਉਹਦੀ ਉਹ ਕੋਈ ਲਿਮਟ ਬਣੀ ਸੀਗੀ ਕੀ ਨਾਲ ਵੀ, ਜਿਵੇਂ ਤੁਸੀਂ ਕਹਿ ਰਹੇ ਕਿ ਉਹਦਾ ਆਊਟ ਪਾਸ ਐਮਰਜੈਂਸੀ ਪਾਸਪੋਰਟ ਹੁੰਦਾ, ਉਹਦੀ ਉਹ ਲਿਮਟ ਬਣੀ ਸੀ ਕਿ ਇਸ ਜਹਾਜ਼ ਦੇ ਵਿੱਚ ਚੜੇਗਾ ਤੇ ਤੁਸੀਂ ਜਿਹੜਾ ਨਾ ਇਹਦਾ 2.5 ਲੱਖ ਰੁਪਈਆ ਦਿਓ ਤਾਂ ਕਿ ਜਿਹੜਾ ਨਾ ਇਹਨੂੰ ਉਹ ਬੰਦਾ ਆਪਣੀ ਹਿਫਾਜ਼ਤ ਵਿੱਚ ਗਰੰਟੀ ਨਾਲ ਜਹਾਜ਼ ਵਿੱਚ ਪਾ ਦੇਗਾ, ਅੱਗੋਂ ਪਾਕਿਸਤਾਨ ਪਹੁੰਚ ਜਾਏਗਾ। ਯਾਨੀ ਕਿ 1,30,000 ਤੇ ਲੈ ਗਏ ਜਿਹੜਾ ਨਾ ਅੰਬੈਸੀ ਵਾਲੇ, 1,20,000 ਰੁਪਇਆ ਲੈ ਗਿਆ ਸੁਡਾਨੀ, ਤੇ 62-63,000 ਰੁਪਇਆ ਲੈ ਕੇ ਪਾਕਿਸਤਾਨੀ, 20-22,000 ਰੁਪਇਆ ਲੈ ਕੇ ਖਾਣੇ ਵਾਲੇ। ਠੀਕ ਹੈ। ਫਿਰ ਉਹਨੇ 2.5 ਲੱਖ ਰੁਪਏ ਦਾ ਫਿਰ ਉਹਨੇ ਮੁਤਾਲਬਾ ਕਰ ਛੜਿਆ। ਉਹਨੇ 2.5 ਲੱਖ ਦਾ ਜਿਸਲੇ ਉਹਨੇ ਮੁਤਾਲਬਾ ਕੀਤਾ ਤੇ ਹੁਣ ਮੈਂ ਜਿਹੜਾ ਨਾ ਉੱਥੇ ਪਰੇਸ਼ਾਨ। ਉਹਨੇ ਕਿਹਾ ਜੀ ਇਤਨਾ ਟਾਈਮ ਹੈ, ਮੈਂ ਆਪਣੇ ਘਰਦਿਆਂ ਨੂੰ ਫੋਨ ਕੀਤਾ। ਅਸੀਂ ਕਿਹਾ ਜਿਹੜਾ ਨਾ ਬਈ ਇਹ ਮਸਲਾ ਬਣ ਗਿਆ। ਉਹਨਾਂ ਨੇ ਕਿਹਾ ਜੀ 2.5 ਲੱਖ ਰੁਪਈਆ ਦਿਓ ਤੇ ਜਿਹੜਾ ਨਾ ਅਸੀਂ ਬੰਦੇ ਨੂੰ ਹਿਫਾਜ਼ਤ ਨਾਲ ਜਿਹੜਾ ਨਾ ਉਹਦੇ ਵਿੱਚ ਜਹਾਜ਼ ਵਿੱਚ ਪਾ ਦਾਂਗੇ ਤੇ ਉਹ ਸਾਲੇ ਮੁਹੰਮਦ ਨੂੰ ਵੀ ਨਾ ਪਤਾ ਲੱਗੇਗਾ, ਉਹ ਅਲੀ ਸ਼ੇਰ ਨੂੰ ਵੀ ਨਾ ਪਤਾ ਲੱਗੇਗਾ ਤੇ ਤੁਹਾਡਾ ਮੁੰਡਾ ਜਿਹੜਾ ਨਾ ਪਾਕਿਸਤਾਨ ਪਹੁੰਚ ਜਾਏਗਾ। ਅਖੀਰੀ ਜਿਹੜਾ ਨਾ ਉਸ ਘਰ ਦਾ ਜਿਹੜਾ ਨਾ ਅੱਧਾ ਹਿੱਸਾ ਵੇਚਿਆ ਐਮਰਜੈਂਸੀ ਦੇ ਵਿੱਚ। ਮਕਾਨ ਵੀ ਜਿਹੜਾ ਨਾ ਤਕਰੀਬਨ ਸੀਗਾ ਕੋਈ 3-3.5 ਮਰਲੇ ਦਾ ਮਕਾਨ ਸੀ। ਉਹਨਾਂ ਨੇ ਅੱਧਾ ਹਿੱਸਾ ਜਿਹੜਾ ਨਾ ਨਾਲ ਦੇ ਬੰਦੇ ਨੂੰ ਵੇਚ ਛੜਿਆ। ਉਹਨੇ ਕਿਹਾ ਜੀ ਤੂੰ ਇੰਝ ਕਰ, ਸਾਨੂੰ ਨਾ 2.5 ਲੱਖ ਰੁਪਈਆ ਜਿਹੜਾ ਨਾ ਤੂੰ ਦਸਤੀ ਦੇ ਦੇ ਤੇ ਮਕਾਨ ਸਵੇਰੇ ਲਿਖਾ ਲਾ। ਉਹਨੇ ਕਿਹਾ ਵੀ ਅੱਧਾ ਹਿੱਸਾ ਤੁਸੀਂ ਜਿਹੜਾ ਨਾ ਦੱਸੋ। ਤਕਰੀਬਨ ਸੀਗਾ ਕੋਈ 12-14 ਲੱਖ ਦਾ ਮਕਾਨ ਸੀ ਅੱਧਾ ਹਿੱਸਾ, ਯਾਨੀ ਕਿ 1.5 ਮਰਲਾ ਜਿਹੜਾ ਨਾ ਇਤਨੇ ਦਾ ਬਣਦਾ ਸੀਗਾ ਰੋਡ ਦੀ। ਉਹਨੇ ਕਿਹਾ ਜੀ ਨਾ ਤੁਸੀਂ ਮੇਰੇ ਨਾਲ ਇਹਦਾ ਸੌਦਾ ਕਰ ਲਓ, ਤੁਸੀਂ ਜਿਹੜਾ ਨਾ ਮੁਕਰੋ ਨਾ, ਤੁਸੀਂ ਸਟਾਮ ਕਰ ਲਓ ਤੇ ਇਹ ਕਰ ਲਓ, ਮੈਂ ਤੁਹਾਨੂੰ 2.5 ਲੱਖ ਰੁਪਈਆ ਹੁੰਦਾ ਦੇਣਾ। ਅਗਰ ਤੁਹਾਡਾ 14 ਦਾ ਹੈ ਨਾ, ਮੈਂ ਤੁਹਾਨੂੰ ਜਿੰਨੇ ਮੈਂ ਤੁਹਾਨੂੰ ਦੇਣੇ ਆ ਤੁਹਾਡੀ ਮਜਬੂਰੀ ਹੈ, ਮੈਂ ਜਿਹੜਾ ਨਾ ਫਾਇਦਾ ਨਹੀਂ ਚਾਹਣਾ ਚਾਹੁੰਦਾ, ਮੈਂ ਤੁਹਾਨੂੰ ਇਹਦਾ 8.5 ਲੱਖ ਰੁਪਈਆ ਦਿਆਂਗਾ। ਯਾਨੀ ਕਿ ਉਸ ਹਿੱਸੇ ਦਾ 14 ਲੱਖ ਵਾਲੇ ਹਿੱਸੇ ਦਾ ਉਹਨਾਂ ਨੇ ਕਿਹਾ ਜਿਹੜਾ ਨਾ 8.5 ਲੱਖ ਰੁਪਈਆ ਦਿਆਂਗਾ। ਤੇ ਅਗਰ ਤੁਸੀਂ ਜਿਹੜਾ 14 ਹੀ ਲੈਣੇ ਫਿਰ ਤੁਸੀਂ ਮੇਰੇ ਕੋਲ ਨਾ 4-5 ਦਿਨ ਠਹਿਰ ਕੇ ਪੈਸੇ ਲੈਣੇ। ਉਹਨੂੰ ਇਤਨਾ ਔਖਾ ਤੇ ਉਹ ਆਊਟ ਪਾਸ ਬਣਿਆ ਸੀਗਾ। ਫਿਰ ਉਹਨੂੰ ਪਤਾ ਸੀਗਾ ਮਜਬੂਰੀ ਸੀਗੀ। ਉਹਨੇ ਭਰਾਵਾਂ ਨੇ ਕਿਹਾ ਤੂੰ ਐਂ ਕਰ, ਤੇਰੀ ਮਿਹਰਬਾਨੀ ਜਿਹੜਾ ਤੂੰ ਸਾਨੂੰ ਪਹਿਲੇ 2.5 ਲੱਖ ਰੁਪਈਆ ਦੇ ਦੇ। ਉਹਨੇ ਕਿਹਾ ਫਿਰ ਤੁਸੀਂ ਮੈਨੂੰ ਸਟਾਮ ਕਰਕੇ ਦੇ ਦਿਓ, ਸਟਾਮ ਕਰਕੇ ਦੇ ਦਿਓ। ਯਾਨੀ ਕਿ ਉਹਨੇ ਸ਼ਰਤ ਰੱਖੀ ਕਿ ਸਟਾਮ ਕਰਕੇ ਦਿਓਗੇ ਤੇ ਤਾਂ ਮੈਂ ਤੁਹਾਨੂੰ 2.5 ਲੱਖ ਰੁਪਈਆ ਦਿਆਂਗਾ। ਉਹਨੇ ਭਰਾਵਾਂ ਨੇ ਕਿਹਾ ਯਾਰ ਗੱਲ ਸੁਣ ਮੇਰੀ, ਸਾਡਾ ਆ ਜਾਏਗਾ ਆਪਣੇ ਆਪ, ਆਪਣੀ ਰੋਜ਼ੀ ਰੋਟੀ ਕਮਾਉਣ ਲੱਗ ਜਾਏਗਾ, ਸਾਡੇ ਮਾਂ ਨੂੰ ਸਕੂਨ ਆ ਜਾਏਗਾ। ਸਮਝ ਆਈ? ਜਿਹੜੀ ਉਹ ਦਿਨ ਰਾਤ ਰੋਂਦੀ ਹੈ ਮਸਲਾ ਇਹਨੇ ਪਾਇਆ ਹੋਇਆ ਤੇ ਨਜ਼ਰ ਕਮਜ਼ੋਰ ਹੋ ਗਈ, ਸ਼ੂਗਰ ਦੀ ਮਰੀਜ਼ ਹੋ ਗਈ, ਯਾਰ ਤੁਸੀਂ ਜਿਹੜਾ ਨਾ ਛੱਡੋ ਪਰਾਂ, ਤੁਸੀਂ ਲਿਖ ਕੇ ਦੇ ਦਿਓ। ਉਹ ਸਾਰਿਆਂ ਨੇ ਜਿਹੜਾ ਨਾ ਭਾਈਆਂ ਨੇ ਜਿਹੜਾ ਨਾ ਉਹਨੂੰ ਸਟਾਮ ਲਿਖ ਕੇ ਦੇ ਛੱਡਿਆ। ਉਹਨੇ ਸਾਡੀ ਮਜਬੂਰੀ ਤੇ ਵੀ 14 ਲੱਖ ਦਾ ਹਿੱਸਾ ਉਹਨੇ 8 ਲੱਖ ਦੇ ਵਿੱਚ 8.5 ਲੱਖ ਦੇ ਵਿੱਚ ਲੈ ਲਿਆ ਉਹਨੇ। ਹਰ ਬੰਦੇ ਨੇ ਆਪਣਾ ਲਾਲਚ ਕੀਤਾ ਕਿ ਜਿਹਨੂੰ ਦਾ ਲੱਗਾ ਉਹਨੇ ਲਾਇਆ। ਮੈਂ ਕਹਿੰਦਾ ਜ਼ੈਦ ਭਾਈ, ਮੈਂ ਉੱਥੇ ਇਤਨਾ ਕੁ ਜਿਹੜਾ ਨਾ ਮੈਂ ਪਰੇਸ਼ਾਨ ਹੋ ਗਿਆ, ਇਤਨਾ ਪਰੇਸ਼ਾਨ ਹੋ ਗਿਆ ਯਾਰ, ਮੈਂ ਤੁਹਾਨੂੰ ਜਿਹੜਾ ਨਾ ਦੱਸ ਨਹੀਂ ਸਕਦਾ। ਮੈਂ ਕਸਮੇ ਮੈਂ ਤੁਹਾਡੀ ਉਹ ਕਹਾਣੀ ਮੈਂ ਸੁਣੀ ਤੇ ਮੈਂ ਮੇਰੀ ਅੱਖਾਂ ਦੇ ਵਿੱਚ ਵੀ ਆਂਸੂ ਆ ਗਏ। ਮੈਂ ਇਤਨਾ ਪਰੇਸ਼ਾਨ ਹੋਇਆ। ਤੇ ਫਿਰ ਉਹਨਾਂ ਨੇ ਜਿਹੜਾ ਨਾ 2.5 ਲੱਖ ਰੁਪਈਆ ਉੱਥੇ ਘੱਲਿਆ, ਜਿਹੜਾ ਨਾ ਸੁਡਾਨ ਘੱਲਿਆ। ਇਸ ਟਾਈਮ ਉਹਨਾਂ ਨੇ ਸੁਡਾਨ ਘੱਲਿਆ ਬਈ ਉਸ ਬੰਦੇ ਨੇ ਜਿਹੜਾ ਨਾ ਉਹ ਮੈਨੂੰ ਜਿਹੜਾ ਨਾ ਲੈ ਕੇ ਗਿਆ ਜੀ ਪਾਸ ਉੱਥੇ ਕੀ ਨਾਲ ਵੇ ਜਹਾਜ਼ ਤੱਕ, ਜਹਾਜ਼ ਹੀ ਲੈ ਕੇ ਗਿਆ। ਉਹਨੇ ਮੈਨੂੰ ਜਿਹੜਾ ਨਾ ਅਰਬੀ ਉਹ ਤਾਸ਼ਾ ਜਿਹਾ ਪਵਾ ਲਿਆ, ਲੰਮੇ ਚੋਗੇ ਜਿਹੇ ਪਾਉਂਦੇ ਆ ਲੰਬੇ ਪੈਰਾਂ ਤੇ ਗਿੱਟਿਆਂ ਤੇ, ਉਹਨੇ ਮੈਨੂੰ ਉਹ ਪਵਾ ਛੱਡਿਆ।
ਸਿਰ ਤੇ ਟੋਪੀ ਰਖਾ ਛੱਡੀ। ਉਹਨੇ ਕਿਹਾ ਜਿਵੇਂ ਜਿਵੇਂ ਮੈਂ ਤੇਰੇ ਟੁਰਦਾ ਰਵਾਂਗਾ ਨਾ ਨਾਲ, ਤੇ ਮੇਰੇ ਨਾਲ ਹੱਸਦਾ ਹੋਇਆ ਟੁਰਦਾ ਰਹੀ। ਮੈਂ ਕਿਹਾ ਠੀਕ ਆ। ਉਹਦੇ ਉੱਤੇ ਖੋਤੀ ਦਾ ਸਿਰ ਰੋਣਾ ਕੋਈ, ਜਿਹੜਾ ਬੰਦਾ ਜਿਹੜਾ 6 ਸਾਢੇ 6 ਸਾਲ ਹੋ ਗਿਆ ਨਿਕਲਿਆ ਹੋਵੇ, ਰੋਟੀ ਵੀ ਉਹਨੂੰ ਚਾਹੀਦੀ ਨਾ ਲੱਭੀ ਹੋਵੇ, ਤੇ ਮੈਂ ਉਹਦੇ ਨਾਲ ਵੀ ਟੁਰਦਾ ਰਿਹਾ। ਅਖੀਰੀ ਜਿਹੜਾ ਨਾ ਉਹ ਮੈਨੂੰ ਜਹਾਜ਼ ਸਿੰਘ ਲੈ ਕੇ ਚਲਾ ਗਿਆ। ਜਿਸ ਟਾਈਮ ਉਹ ਆਊਟ ਪਾਸ ਮੇਰੇ ਕੋਲ ਸੀਗਾ, ਜਿਹੜਾ ਨਾ ਜਹਾਜ਼ ਸਿੰਘ ਲੈ ਜਾ ਕੇ ਉਹਨੇ ਮੈਨੂੰ ਜਹਾਜ਼ ਦੇ ਵਿੱਚ ਪਾਇਆ, ਪਾ ਕੇ ਜਿਹੜਾ ਬਈ ਮੈਂ ਉਹਨੇ ਪਾਕਿਸਤਾਨ ਘੱਲਿਆ। ਅੱਗੋਂ ਜੇ ਪਾਕਿਸਤਾਨ ਵਾਲੇ ਆ ਗਏ ਜੀ, ਉਹਨੇ ਜਿਹੜਾ ਨਾ ਇਹ ਜਿਹੜੇ CIA ਵਾਲੇ ਹੁੰਦੇ ਕਿ ਕੌਣ ਹੁੰਦੇ, ਉਹਨਾਂ ਨੇ ਜਿਸ ਟਾਈਮ ਬਈ ਜਹਾਜ਼ ਦੇ ਵਿੱਚੋਂ ਲੱਥਾ, ਉਹਨੇ ਕਿਹਾ ਪਾਸਪੋਰਟ ਤੇਰੀ ਜਿਹੜਾ ਨਾ ਉੱਥੇ ਤੂੰ ਕਿਵੇਂ ਗਿਆ, ਇੱਥੇ ਵੀ ਉਹ ਤਫਤੀਸ਼ ਸ਼ੁਰੂ ਕਰ ਛੱਡੀ ਇਹਨਾਂ ਨੇ। ਉਹਨਾਂ ਨੇ ਕਿਹਾ ਜੀ ਨਹੀਂ ਨਹੀਂ ਇਹਨੂੰ ਵਾਪਸ ਕਰ ਲਓ ਉੱਥੇ, ਯਾਨੀ ਕਿ ਦੂਸਰੀ ਫਲੈਟ ਲੱਗਦੀ ਹੈ ਨਾ, ਤੁਸੀਂ ਇਹਨੂੰ ਵਾਪਸ ਕਰ ਲਓ। ਅਸੀਂ ਜਿਹੜਾ ਮੈਂ ਉਹਨਾਂ ਦੀ ਮਿੰਨਤਾਂ ਕਰ ਰਹੇ ਜੇ ਜਿਹੜਾ ਨਾ ਤੁਸੀਂ ਮੈਨੂੰ ਵਾਪਸ ਨਾ ਕਰ ਲਓ, ਮੈਨੂੰ ਤੁਸੀਂ ਇੱਥੇ ਜੇਲ੍ਹ ਦੇ ਛੱਡੋ ਯਾਰ। ਉਹਨੇ ਕਿਹਾ ਜੀ ਤੂੰ ਪਾਕਿਸਤਾਨੀ ਹੈ, ਤੂੰ ਪਾਕਿਸਤਾਨੀ ਹੈ ਸਹੀ, ਕਿਉਂਕਿ ਉਹਨਾਂ ਨੇ ਉਹ ਮੈਨੂੰ ਉਹ ਜਿਹੜਾ ਪਜਾਮਾ ਜਿਹਾ ਪਵਾਇਆ ਹੋਇਆ ਸੀ ਨਾ, ਉਹ ਲੰਮਾ ਜਿਹਾ ਝੱਗਾ ਪਵਾਇਆ ਹੋਇਆ। ਮੈਂ ਕਿਹਾ ਤੂੰ ਪਾਕਿਸਤਾਨੀ ਨਹੀਂ ਹੈ, ਤੂੰ ਤੇ ਜਿਹੜਾ ਨਾ ਸੁਡਾਨੀ ਹੈ, ਤੂੰ ਉੱਥੋਂ ਦਾ। ਮੈਂ ਕਿਹਾ ਨਹੀਂ ਮੈਂ ਪੰਜਾਬੀ ਬੋਲ ਰਿਹਾ। ਮੈਂ ਕਿਹਾ ਤੂੰ ਪਾਗਲ ਹੈ, ਪੰਜਾਬੀ ਤੇ ਜਿਹੜਾ ਨਾ ਉਹ ਜਿਹੜੇ ਅੰਗਰੇਜ਼ ਉਹ ਵੀ ਅੱਜ ਕੱਲ੍ਹ ਬੋਲ ਲੈਂਦੇ, ਤੂੰ ਕਿਹੜੀ ਜਿਹੜਾ ਨਾ ਪੰਜਾਬੀ ਦੀ ਗੱਲ ਕਰ ਰਿਹਾ। ਅਖੀਰੀ ਜਿਹੜਾ ਨਾ ਕਰਦੇ ਕਰਾਂਦੇ ਇਹਨਾਂ ਨੇ ਮੁਤਾਲਬਾ ਕੀਤਾ 85,000 ਰੁਪਏ ਦਾ। ਇਸਲਾਮਾਬਾਦ ਆਏ ਕਿ ਲਾਹੌਰ ਆਏ, ਕਿੱਥੇ ਆਏ ਤੁਸੀਂ? ਨਹੀਂ ਲਾਹੌਰ ਆਏ ਸੀ, ਲਾਹੌਰ। ਸਹੀ ਸਹੀ। ਇਹਨਾਂ ਨੇ ਜਿਹੜਾ ਨਾ ਉਹ ਮੁਤਾਲਬਾ ਕੀਤਾ 85,000 ਰੁਪਏ ਦਾ, ਕਿ ਤੁਸੀਂ 85,000 ਰੁਪਇਆ ਦੇ ਦਿਓ, ਨਹੀਂ ਤੇ ਬੰਦੇ ਨੂੰ ਅਸੀਂ ਬਾਹਰ ਕਰ ਦਾਂਗੇ, ਉਹ ਵਾਪਸ ਕਰ ਦਾਂਗੇ। ਤਕਰੀਬਨ ਕੋਈ 2.5-3 ਘੰਟੇ ਜਿਹੜੇ ਨਾ ਇਸ ਗੱਲ ਤਕਰਾਰ ਹੁੰਦਾ ਰਿਹਾ। ਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਜਿਹੜਾ ਨਾ ਤੁਸੀਂ ਐਂ ਕਰੋ ਕਿ ਬੰਦਾ ਸਾਨੂੰ ਦੇ ਦਿਓ, ਇੱਕ ਬੰਦਾ ਇਹ ਬੰਦਾ ਸਾਨੂੰ ਦੇ ਦਿਓ। ਉਹਨੇ ਕਿਹਾ ਜੀ ਨਾ ਤੁਸੀਂ ਕਹਿ ਰਹੇ ਹੋ ਕਿ ਇਹ ਬੰਦਾ ਸਾਨੂੰ ਦੇ ਦਿਓ, ਇਹਦੇ ਬਦਲੇ ਕੋਈ ਹੋਰ ਬੰਦਾ ਭਾਈ ਨਾ, ਪੈਸੇ ਲੈ ਕੇ ਆਓ, ਪੈਸੇ ਲੈ ਕੇ ਆਓ ਤੇ ਬੰਦਾ ਲੈ ਜਾਓ। ਬਈ ਭੱਜ ਭੁੱਜ ਕੇ ਬਹਿ ਗਏ, ਕੋਈ ਉੱਥੇ ਵਾਕਫਕਾਰ ਨਾ ਸੀਗਾ। ਫਿਰ ਅਖੀਰੀ ਬਈ ਜਿਹੜਾ ਨਾ ਉਹ ਜਿਹਨੂੰ ਮਕਾਨ ਦਾ ਅੱਧਾ ਹਿੱਸਾ ਦਿੱਤਾ ਸੀਗਾ, ਉਹਦੇ ਕੋਲ ਜਿਹੜਾ ਨਾ ਬਈ 85,000 ਰੁਪਇਆ ਫੜਿਆ, ਫੜ ਕੇ ਜਿਹੜਾ ਨਾ 3-4 ਘੰਟੇ ਦੇ ਵਿੱਚ ਫਿਰ ਵਾਪਸ ਉੱਥੇ ਗਏ। ਬਈ ਉਹਨਾਂ ਨੂੰ 85,000 ਰੁਪਇਆ ਦਿੱਤਾ, ਤਾਂ ਮੈਂ ਪਾਕਿਸਤਾਨ ਦੇ ਵਿੱਚ ਇੱਥੇ ਆ ਕੇ ਬੈਠਾ। ਅੱਲਾਹ ਤਾਲਾ ਮਾਫੀ ਦੇ, ਅੱਲਾਹ ਤਾਲਾ ਕਰਮ ਕਰੇ ਤੁਹਾਡੇ ਤੇ। ਮੈਂ ਕਹਿੰਦਾ ਜ਼ੈਦ ਭਾਈ ਬੰਦਾ ਇੱਥੋਂ ਰੂੜੀ ਤੋਂ ਚੁੱਕ ਕੇ ਖਾ ਲੈ, ਇੱਥੇ ਮੈਂ ਕਹਿੰਦਾ ਤੇਰੇ ਰੰਗੇ ਕੋਲੋਂ ਕਿਸੇ ਹੋਰ ਹੀ ਬੰਦੇ ਕੋਲੋਂ ਮੰਗ ਕੇ ਰੋਟੀ ਖਾ ਲੈ, ਸਲਾਨੀ ਵਾਲਿਆਂ ਕੋਲ ਰੋਟੀ ਖਾ ਲੈ ਜਾ ਕੇ। ਭਾਈ ਜਾਨ ਬਿਲਕੁਲ ਜੀ, ਗੱਲ ਤੁਹਾਡੀ ਠੀਕ ਹੈ। ਸਾਡੇ ਮਾਸ਼ਾਅੱਲਾ ਹੁਕਮਰਾਨ ਵੀ ਬਹੁਤ ਚੰਗੇ ਵੇ, ਸਾਡੀ ਹਕੂਮਤ ਐਡੀ ਚੰਗੀ ਹੈ ਕਿ ਸਾਨੂੰ ਬਾਹਰ ਦੇ ਲੋਕ ਵੀ ਗਾਲਾਂ ਕੱਢਦੇ ਵੇ, ਠੀਕ ਹੈ ਨਾ। ਮੈਂ ਕਹਿੰਦਾ ਪਾਕਿਸਤਾਨ, ਉਹ ਕਹਿੰਦੇ ਨੇ ਕੌਣ ਜੀ ਪਾਕਿਸਤਾਨੀ, ਉਹ ਕਹਿੰਦੇ ਪਾਕਿਸਤਾਨੀ ਕੁੱਲੂ ਸਾਡੇ ਤੋਂ ਦੂਰ ਹੋ ਕੇ, ਉਹ ਤਾਂ ਨੇੜੇ ਨਹੀਂ ਖਿਲਾਰਦਾ। ਉਹ ਕਹਿੰਦਾ ਜੇ ਪਾਕਿਸਤਾਨੀ ਦਾ ਪਤਾ ਲੱਗੇ, ਕਹਿੰਦੇ ਸਾਡੇ ਤੋਂ ਦੂਰ ਹੋ ਖਲੋ, ਸਾਡੇ ਨੇੜੇ ਨਾ ਹੋ ਹੈ।